हाँ ਹਾਂਜੀ ਵੀਰ जी ਜੀ। ਸਾਰੇ ਵੀਰਾਂ ਭੈਣਾਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੀ ਸੈਕੰਡ ਸੈਸ਼ਨ ਸ਼ੁਰੂ ਕਰਨ ਲੱਗੇ ਆ ਤੇ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੀਬੀ ਨਵਨੀਤ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਸੈਸ਼ਨ ਨੂੰ ਅਰਦਾਸ ਕਰਕੇ ਸ਼ੁਰੂ ਕਰੋ। ਬੀਬੀ ਨਵਨੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਵਨੀਤ ਕੌਰ ਹੈ। ਮੈਂ ਸਿੱਖ ਐਜੂਕੇਸ਼ਨ ਬੈਲਜੀਅਮ ਦੀ ਵਿਦਿਆਰਥਣ ਹਾਂ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। तुम मात पिता हम बारिक तेरे, तुमरी कृपा में सुख कनेरे। कोई न जाने तुमरा अंत, ऊंचा ते ऊंचा भगवंत। सगल समग्री तुमरे सूत्र तारी, तुम ते होए सो आज्ञाकारी। तुमरी गात मित तुम ही जानी, नानक दास सदा कुर्बानी। नानक दास सदा कुर्बानी। वाहेगुरु जी का खालसा वाहेगुरु जी की फतेह। बेटा नवनीत कौर जी, आप जी का बहुत बहुत धन्यवाद। बड़े ही प्यार नाल और मैनू फखर है थोड़े जाए यंग बच्चे देख के, सानू इन्नी खुशी हुंदी है। आप जी का बहुत धन्यवाद ते तुसी इदां ही लगे रहो ते होरनां नूं भी नाल लाई रखो। अज दा सैशन शुरू करन तो पहला मैं मेरे वीर सरदार साधु सिंह जी जेड़े ग्लोबल सिख कौंसल दे ट्रेजरर है, उन्हां अगे बेनती करांगा कि संगतां नूं वेलकम करन। सरदार साधु सिंह जी। जाने अनम्यूट कर लो साधु सिंह जी। ਵੀਰ ਜੀ ਅਨਮਿਊਟ ਕਰੋ। कोशिश कर रहे रख दिया। टेक्निकल डिफिकल्टी आ रही लगती है ते भैन जी ये काम। हाँ जी सरदार साधु सिंह जी ਨਹੀਂ ਕਰ ਲੈਂਦੇ ਨੇ ਉਹਨੇ। ਵੀਰ ਜੀ ਤੁਹਾਡੇ ਕੋਲ ਆਪਸ਼ਨ ਆਂਦੀ ਪਈ ਹੈ, ਪਲੀਜ਼ ਤੁਸੀਂ ਉਹਨੂੰ ਓਕੇ ਕਰੋ। ਸਾਧੂ ਸਿੰਘ ਵੀਰ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਖਾਲਸਾ ਜੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਖਾਲਸਾ ਜੀ ਫਤਿਹ ਵੀਰ ਜੀ। ਭੈਣ ਜੀ ਆਪਾਂ ਵੀਰ ਜੀ ਤੁਸੀਂ ਕਰ ਦਿਓ, ਤੁਸੀਂ ਕਰ ਦਿਓ ਵੀਰ ਜੀ, ਤੁਸੀਂ ਕਰ ਦਿਓ। ਗਲੋਬਲ ਸਿੱਖ ਕੌਂਸਲ ਵੱਲੋਂ ਆਪ ਜੀ ਸਾਰਿਆਂ ਦਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ। ਗਲੋਬਲ ਸਿੱਖ ਕੌਂਸਲ ਇੱਕ ਸਾਰੀਆਂ ਜਿੰਨੀਆਂ ਵੀ ਸਿੱਖ ਸੰਸਥਾਵਾਂ ਹੈ ਉਹਨਾਂ ਨੂੰ ਜੋੜਨ ਦੇ ਵਿੱਚ ਤੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੇ ਵਿੱਚ जुड़ी हुई है। ग्लोबल सिख कौंसल 2014 ਵਿੱਚ एस्टैबलिश हुई सी ते इस वेले ग्लोबल सिख कौंसल काफ़ी जोरां शोरां नाल किन्ने ही प्रोजेक्ट दे विच इन्वॉल्व है
ਜਿਨ੍ਹਾਂ ਵਿੱਚੋਂ ਇੱਕ ਗਲੋਬਲ ਸਿੱਖੀ ਸਕਾਲਰ ਦਾ ਪ੍ਰੋਜੈਕਟ ਹੈ, ਜਿਸ ਪ੍ਰੋਜੈਕਟ ਦੇ ਅਨੁਸਾਰ ਅਸੀਂ ਗਲੋਬਲ ਸਿੱਖ ਕੌਂਸਲ ਜਿਹੜੀ ਹੈ ਉਹ ਜਿੰਨੀਆਂ ਵੀ ਸਿੱਖ ਕੌਮ ਨੂੰ ਗਲੋਬਲ ਲੈਵਲ ਤੇ ਮਸਲੇ ਆ ਰਹੇ ਹੈ, ਉਹ ਚਾਹੇ ਲੋਕਲ ਹੋਣ ਲੇਕਿਨ ਗਲੋਬਲ ਲੈਵਲ ਦੇ ਸਿੱਖ ਸੰਗਤਾਂ ਦੇ ਜਿਹੜੇ ਕੰਸਰਨ ਹੈ ਉਹ ਉਹਨਾਂ ਨੂੰ ਐਡਰੈਸ ਕਰਦੇ ਆ। ਜਿਵੇਂ ਕਿ ਅੱਜ ਦਾ ਮਸਲਾ, ਇਹ ਵੀ ਚਾਹੇ ਮਸਲਾ ਪੰਜਾਬ ਵਿੱਚ ਹੈ, ਮੇਨਲੀ ਪੰਜਾਬ ਵਿੱਚ ਹੈ, ਲੇਕਿਨ ਗਲੋਬਲ ਸਿੱਖ ਕੌਂਸਲ ਨੂੰ ਸਾਰੇ ਸਿੱਖ ਕੌਂਸਲ, ਸਾਰੇ ਗਲੋਬਲ ਸਿੱਖ ਸੰਗਤਾਂ ਨੂੰ ਇਹਦਾ ਕੰਸਰਨ ਹੈ। ਤੇ ਇਸ ਕਰਕੇ ਇਸ ਮਸਲੇ ਤੇ ਗੱਲ ਕਰੀਦੀ ਹੈ ਔਰ ਹਰ ਮਹੀਨੇ ਇੱਕ ਗਲੋਬਲ ਲੈਵਲ ਦਾ ਮਸਲਾ ਲੈ ਕੇ ਆਪਾਂ ਉਹਦੀ ਗੱਲ ਕਰੀਦੀ ਹੈ। ਮੈਨੂੰ ਲੱਗਦਾ ਸਰਦਾਰ ਸਾਧੂ ਸਿੰਘ ਜੀ ਨੇ ਅਨਮਿਊਟ ਕੀਤਾ ਤੇ I would let him say his words. He is the chairperson for this session. ਸਾਧੂ ਸਿੰਘ ਜੀ ਕਰ ਲਓ ਅਨਮਿਊਟ। ਮੈਨੂੰ ਲੱਗਿਆ ਸੀ ਕਿ ਉਹ ਅਨਮਿਊਟ ਹੋ ਗਿਆ ਕਿ ਨਹੀਂ। ਐਨੀਵੇ ਲੈਟਸ ਕੀਪ ਗੋਇੰਗ। ਤੇ ਇੱਕ ਅੱਜ ਜਿਹੜਾ ਕਰੰਟ ਵੱਡਾ ਪ੍ਰੋਜੈਕਟ ਚੱਲ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ, ਉਹ ਪਹਿਲ ਪੰਜਾਬ ਪ੍ਰੋਜੈਕਟ ਚੱਲ ਰਿਹਾ, ਜਿਹਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਸਿੱਖੀ ਨੂੰ ਨਹੀਂ, ਸਿੱਖੀ ਤੋਂ ਨਾ ਵਾਕਫ ਹੋਣ ਕਰਕੇ ਉਹ ਸਿੱਖੀ ਨੂੰ ਛੱਡ ਕੇ ਜਾ ਰਹੇ ਆ ਦੂਸਰੇ ਪਾਸੇ, ਅਸੀਂ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਵਾਪਸ ਲਿਆਈਏ, ਕਿਹੜੇ ਤਰੀਕੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੈਸੇਜ ਸਾਰੇ ਸਿੱਖਾਂ ਤੱਕ ਪਹੁੰਚਾਈਏ। ਔਰ ਆ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਟੋਟਲੀ ਉਸ ਚੀਜ਼ ਨੂੰ ਰਿਲੇਟ ਕਰਦਾ ਕਿ ਸਾਰੀ ਸਿੱਖ ਸੰਗਤ ਨੂੰ ਇਸ ਗੱਲ ਦੀ ਫਿਕਰ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਪਰਸੈਂਟੇਜ ਘਟ ਰਹੀ ਹੈ। ਤੇ ਆਪ ਜੀ ਅੱਗੇ ਸਾਰਿਆਂ ਅੱਗੇ ਬੇਨਤੀ ਹੈ, ਜਿੰਨੇ ਵੀ ਬੁਲਾ ਰਹੇ ਹੈ, ਕਿ ਪਲੀਜ਼ ਆਪਾਂ ਇਸ ਗੱਲ ਨੂੰ ਮੁੱਦੇ ਨਜ਼ਰ ਰੱਖਣਾ ਕਿ ਅੱਜ ਦਾ ਟੌਪਿਕ ਕੀ ਹੈ। ਟੌਪਿਕ ਹੈ ਸਿੱਖਾਂ ਦੀ ਘਟਦੀ ਹੋਈ ਪ੍ਰਤੀਸ਼ਤਤਾ ਪੰਜਾਬ ਦੇ ਵਿੱਚ। ਤੇ ਇਸ ਟੌਪਿਕ ਨੂੰ ਮੁੱਦੇ ਨਜ਼ਰ ਰੱਖ ਕੇ ਗੱਲ ਕਰਨੀ ਹੈ ਤੇ ਇਹਦੇ ਆਪ ਜੀ ਨੇ ਹੱਲ ਦੱਸਣੇ ਆ। ਆਪ ਜੀ ਇੱਕ ਸੈਂਟੈਂਸ, ਦੋ ਸੈਂਟੈਂਸ ਦੇ ਵਿੱਚ ਵਜ੍ਹਾ ਦੱਸ ਸਕਦੇ ਹੋ। ਉਹ ਤੋਂ ਬਾਅਦ ਆਪ ਜੀ ਕੋਲੋਂ ਅਸੀਂ ਉਡੀਕਦੇ ਹਾਂ ਕਿ ਤੁਸੀਂ ਇਹਨਾਂ ਦੇ ਹੱਲ ਦੱਸੋਗੇ ਕਿ ਕੀ ਕੀਤਾ ਜਾਵੇ, ਤਾਂ ਕਿ ਸਾਰੀ ਸੰਗਤ ਸਿਰ ਜੋੜ ਕੇ ਰਲ ਕੇ, ਕਿਸੇ ਦਾ ਨਾਂ ਕੀ ਹੈ ਉਹਦਾ ਫਰਕ ਨਹੀਂ ਪੈਂਦਾ, ਫਰਕ ਇਹ ਪੈਂਦਾ ਕਿ ਕੌਣ ਕੀ ਕੰਮ ਕਰਦਾ। ਆਪਾਂ ਸਾਰੇ ਜਿਹੜੇ ਸਿਰ ਜੋੜ ਕੇ ਐਸਾ ਸੋਲੂਸ਼ਨ ਲੱਭੀਏ ਜਾਂ ਐਸੇ ਸੋਲੂਸ਼ਨ ਲੱਭੀਏ ਜਿਹਦੇ ਨਾਲ ਜੀ ਆਵਾਜ਼ ਆ ਰਹੀ ਮੇਰੇ? हाँ जी, ਹੁਣ ਆ ਰਹੀ ਹੈ। ਸਾਧੂ ਸਿੰਘ ਜੀ ਮੈਨੂੰ 1 ਮਿੰਟ ਖਤਮ ਕਰ ਦਿਓ, ਮੈਂ ਆਪ ਜੀ ਨੂੰ ਸਮਾਂ ਦਿਆਂਗਾ। ਇਹਦੇ ਨਾਲ ਅਸੀਂ ਇਹ ਗੱਲ ਕਰਨੀ ਆ ਕਿ ਆਹ ਪ੍ਰੋਬਲਮ ਹੈ ਤੇ ਆਹ ਮੇਰਾ ਪ੍ਰਪੋਜ਼ਡ ਸੋਲੂਸ਼ਨ ਹੈ, ਤਾਂ ਕਿ ਅਸੀਂ ਸਾਰੇ ਜਣੇ ਰਲ ਕੇ ਆਪਣਾ ਆਪਣਾ ਸੋਲੂਸ਼ਨ ਸਾਂਝਾ ਕਰੀਏ ਤੇ ਉਹ ਤੋਂ ਬਾਅਦ ਫਿਰ ਆਪਾਂ ਸਾਰੀ ਸੰਗਤ ਨਾਲ ਸਾਂਝਾ ਕਰਾਂਗੇ। ਤੇ ਉਮੀਦ ਹੈ ਕਿ ਆਪਾਂ ਸਾਰੀ ਸੰਗਤ ਰਲ ਕੇ ਜਦੋਂ ਉਹਨਾਂ ਸੋਲੂਸ਼ਨਾਂ ਤੇ ਕੰਮ ਕਰਾਂਗੇ ਤਾਂ ਅਸੀਂ ਇਸ ਘਟਦੀ ਹੋਈ ਪਰਸੈਂਟੇਜ ਨੂੰ ਐਡਰੈਸ ਕਰ ਸਕਾਂਗੇ। ਆਪ ਜੀ ਦਾ ਬਹੁਤ ਧੰਨਵਾਦ। ਸਰਦਾਰ ਸਾਧੂ ਸਿੰਘ ਜੀ, ਵੈਲਕਮ, ਗੋ ਹੈਡ। परम सत्कारयोग, सन्मानयोग साइबर साध संगत जी, फतेह प्रवान करने। वाहिगुरु जी का खालसा, वाहिगुरु जी की फतेह। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਪੰਜਾਬ ਵਿੱਚ ਕ੍ਰਿਸਚੀਅਨ ਮਿਸ਼ਨਰੀਆਂ ਵੱਲੋਂ ਧੜਾਧੜ ਸਿੱਖਾਂ ਦੀ ਕਨਵਰਜਨ ਤੇ ਕਰੂਸੇਡ ਜ਼ੋਰਾਂ ਤੇ ਹਨ। ਇਸ ਔਨਸਲਾਟ ਨੂੰ ਠੱਲ ਪਾਉਣ ਵਾਸਤੇ GSC ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਕੁਝ ਸਾਲ ਪਹਿਲਾਂ ਪੰਜਾਬ ਵਿੱਚ ਸਾਡੀ ਆਬਾਦੀ ਮੈਜੋਰਟੀ ਵਿੱਚ ਸੀ, ਪਰੰਤੂ ਹੁਣ ਮਾਈਨੋਰਿਟੀ ਵਿੱਚ ਘਟ ਰਹੀ ਹੈ। ਇਸੇ ਕਰਕੇ ਹੀ
GSC ਨੇ ਅੱਜ ਦੇ ਵੈਬੀਨਾਰ ਕਰਵਾਉਣ ਦਾ ਯਤਨ ਕੀਤਾ ਹੈ। ਸਾਨੂੰ ਯਕੀਨ ਹੈ ਕਿ GSC ਦੇ ਮਹਾਨ ਸਿੱਖ ਵਿਦਵਾਨ ਇਸ ਵੈਬੀਨਾਰ ਵਿੱਚ ਆਪਣੇ ਸੁਝਾਅ ਦਿੰਦੇ ਹੋਏ ਇਸ ਹਨੇਰੀ ਨੂੰ ਸਮਝਣ ਅਤੇ ਪ੍ਰੈਕਟੀਕਲ ਸੋਲੂਸ਼ਨ ਕੱਢਣ ਵਿੱਚ ਮਦਦਗਾਰ ਹੋਣਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਸਰਦਾਰ ਸਾਧੂ ਸਿੰਘ ਜੀ, ਆਪ ਜੀ ਦਾ ਬਹੁਤ ਧੰਨਵਾਦ। ਤੁਸੀਂ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਗਏ ਹੋ। ਬਹੁਤ ਬਹੁਤ ਧੰਨਵਾਦ। ਆਪਾਂ ਹੁਣ ਸੈਸ਼ਨ ਸ਼ੁਰੂ ਕਰਦੇ ਹਾਂ। ਜਿਹੜੇ ਵੀਰਾਂ ਭੈਣਾਂ ਨੂੰ ਨਹੀਂ ਪਤਾ ਉਹਨਾਂ ਲਈ ਇਸ ਸੈਸ਼ਨ ਦੇ 2 ਭਾਗ ਹੈ। ਪਹਿਲਾ ਭਾਗ ਵਿੱਚ ਅਸੀਂ ਉਹਨਾਂ ਸੱਜਣਾ ਕੋਲੋਂ ਸੁਣਾਂਗੇ ਜਿਹੜੇ ਸੱਜਣ ਪਹਿਲਾਂ ਰਜਿਸਟਰ ਹੋ ਚੁੱਕੇ ਆ, ਤੇ ਜਦੋਂ ਉਸ ਸੱਜਣਾ ਦੇ ਵਿਚਾਰ ਸੁਣ ਚੁੱਕੇ ਉਹਦੇ ਬਾਅਦ ਆਪ ਜੀ ਸਾਰਿਆਂ ਲਈ ਕੁਐਸਚਨ ਤੇ ਆਨਸਰ ਦਾ ਸਮਾਂ ਹੋਏਗਾ, ਤੇ ਆਪ ਜੀ ਉਦੋਂ ਆਪਣੇ ਵਿਚਾਰ ਵੀ ਦੱਸ ਸਕਦੇ ਹੋ, ਕੁਐਸਚਨ ਵੀ ਪੁੱਛ ਸਕਦੇ ਹੋ। ਇਸ ਵੇਲੇ ਮੈਂ ਦੁਬਾਰਾ ਬੇਨਤੀ ਕਰਨ ਲੱਗਿਆ ਕਿ ਫੋਕਸ ਰਹਿਣਾ ਸਾਡਾ ਸਬਜੈਕਟ ਕੀ ਹੈ। ਇਹ ਆਪ ਜੀ ਨੂੰ ਪਤਾ ਕਿ ਇਹਦੇ ਘਟਤੀ ਪ੍ਰਤੀਸ਼ਤ ਦਾ ਕਾਰਨ ਕੀ ਹੈ, ਤੁਸੀਂ ਉਹਦਾ ਸੋਲੂਸ਼ਨ ਦੱਸਣਾ। ਬਹੁਤਾ ਸਮਾਂ ਸੋਲੂਸ਼ਨ ਸਾਂਝਾ ਕਰਨ ਤੇ ਲਾਉਣਾ। ਤੇ ਅੱਜ ਸਾਡੇ ਕੋਲ ਇੱਕ ਗੈਸਟ ਸਪੀਕਰ ਤੇ 10 ਰਜਿਸਟਰਡ ਸਪੀਕਰ ਹੈਗੇ ਆ। ਆਪਾਂ ਪਹਿਲਾਂ ਡਿਕਲੇਅਰ ਕੀਤਾ ਸੀ ਕਿ ਹਰੇਕ ਨੂੰ ਗੈਸਟ ਸਪੀਕਰ ਨੂੰ 15 ਮਿੰਟ ਤੇ ਬਾਕੀ ਸਪੀਕਰਸ ਨੂੰ 10-10 ਮਿੰਟ ਹੈ। ਆਪ ਜੀ ਅੱਗੇ ਬੇਨਤੀ ਹੈ ਕਿ ਕੋਸ਼ਿਸ਼ ਇਹ ਰੱਖਣੀ ਹੈ ਕਿ ਅਸੀਂ ਫੋਕਸ ਰੱਖੀਏ। ਜੇ ਘੱਟ ਤੋਂ ਘੱਟ ਸਮੇਂ ਵਿੱਚ ਅਸੀਂ ਆਪਣਾ ਗੱਲ ਕਹਿ ਸਕਦੇ ਹਾਂ ਤੇ ਘੱਟ ਸਮੇਂ ਵਿੱਚ ਕਹਿ ਕੇ ਸਮਾਪਤੀ ਕਰੀਏ, ਤਾਂ ਕਿ ਬਾਕੀ ਦੇ ਸਪੀਕਰਾਂ ਜੋਗਾ ਪਿੱਛੇ ਟਾਈਮ ਬਚ ਜਾਏ। ਸੋ ਮੈਂ ਇਸ ਵੇਲੇ ਮੇਰੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਜੀ ਬਹਰੀਨ ਤੋਂ, ਜਿਹੜੇ ਗਲੋਬਲ ਸਿੱਖ ਕੌਂਸਲ ਦੇ ਸੈਕਟਰੀ ਵੀ ਹੈ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗਾ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਪਲੀਜ਼ ਯੂਰ ਟਾਈਮ। ਗਲੋਬਲ ਸਿੱਖੀ ਸਕਾਲਰਸ ਦੀ ਸਾਰੀ ਟੀਮ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਾਰੀ ਸੰਗਤ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਪੇਸ਼ ਕਰਨ ਦਾ। ਮੈਂ ਕੋਸ਼ਿਸ਼ ਕਰਾਂਗਾ ਕਿ 15 ਮਿੰਟ ਵਿੱਚ ਆਪਣੀ ਗੱਲ ਕਹਿ ਸਕਾਂ, ਪਰ ਇਹ ਮਸਲਾ ਜਿਹੜਾ ਬੜਾ ਗੰਭੀਰ ਹੈਗਾ ਔਰ ਇਹਦੇ ਕਈ ਪਹਿਲੂ ਹੈਗੇ ਨੇ, ਤੇ ਇਹਦੇ ਉੱਤੇ ਬੜੀਆਂ ਲੰਬੀਆਂ ਵਿਚਾਰਾਂ ਚਾਹੀਦੀਆਂ ਨੇ। ਤੇ ਕਿਉਂਕਿ ਮਸਲਿਆਂ ਨੂੰ ਸਮਝਣਾ, ਫਿਰ ਮਸਲਿਆਂ ਨੂੰ ਸਮਝ ਕੇ ਹੱਲ ਵੱਲ ਵਧਣਾ, ਤੇ ਸਾਰੇ ਦੇ ਉੱਤੇ ਬੜੀ ਹੀ ਲੰਬੀਆਂ ਵਿਚਾਰਾਂ ਦੀ ਜ਼ਰੂਰਤ ਹੈ। ਤੇ ਬਹੁਤ ਅੱਛੀ ਗੱਲ ਹੈ, ਇੱਥੋਂ ਕੁਝ ਵਿਚਾਰ ਨਿਕਲਣਗੇ, ਲੋਕੀ ਆਪਣੇ ਆਪਣੇ ਉਸ ਤਰੀਕੇ ਨਾਲ ਸੋਚਣਗੇ, ਹੋਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ। ਕੀ ਮੇਰੀ ਸਾਰਿਆਂ ਨੂੰ ਸਲਾਈਡ ਸ਼ੋ ਦਿਖਾਈ ਦੇ ਰਿਹਾ ਜੀ? ਹਾਂਜੀ, ਬਿਲਕੁਲ। ਹਾਂਜੀ, ਸਭ ਤੋਂ ਪਹਿਲਾਂ ਇੱਕ ਮੋਟਾ ਅਸੀਂ ਦੇਖ ਲਈਏ ਕਿ ਓਵਰਆਲ ਪੋਪੂਲੇਸ਼ਨ ਡੈਮੋਗ੍ਰਾਫਿਕਸ ਦੇ ਵਿੱਚ ਚੀਜ਼ ਹੈ ਕੀ ਹੈ। ਸਾਡੇ ਕੋਲ ਅਗਰ ਅਸੀਂ 2001 ਦੇ ਸੈਂਸਸ ਤੋਂ 2011 ਦੇ ਸੈਂਸਸ ਨੂੰ ਦੇਖੀਏ, ਪੰਜਾਬ ਦਾ ਜਿਹੜਾ ਸੈਂਸਸ ਹੈ, ਪੰਜਾਬ ਦੀ ਪੋਪੂਲੇਸ਼ਨ ਸੀਗੀ 2001 ਵਿੱਚ 2 ਕਰੋੜ ਤੇ 43 ਲੱਖ, ਜੋ ਵੱਧ ਕੇ 2 ਕਰੋੜ ਤੇ 77 ਲੱਖ ਹੋ ਗਈ 2011 ਦੇ ਵਿੱਚ। ਤੇ ਇਹਦੇ ਅੰਦਰ ਸਿੱਖਾਂ ਦੀ ਜਿਹੜੀ ਪੋਪੂਲੇਸ਼ਨ ਸੀ ਉਹ ਤਕਰੀਬਨ 60% ਸੀ 2001 ਵਿੱਚ, ਜੋ ਘਟ ਕੇ ਤੇ 57.69% ਹੋ ਗਈ, ਯਾਨੀ ਕਿ 2.25% ਦੀ ਜਿਹੜੀ ਹੈ ਉਹ ਕਮੀ ਆਈ ਹੈ 10 ਸਾਲਾਂ ਦੇ ਵਿੱਚ। ਔਰ 2011 ਤੋਂ ਬਾਅਦ 2021 ਵਿੱਚ ਸੈਂਸਸ ਡਿਊ ਸੀਗਾ, ਪਰ ਭਾਰਤ ਸਰਕਾਰ ਹਜੇ 2022 ਵੀ ਨਿਕਲ ਗਿਆ, ਤੇ ਹੁਣ ਨਵੀਂ ਡੈਡਲਾਈਨ ਜਿਹੜੀ ਹੈ ਉਹ ਜੂਨ 2023 ਦੀ ਦਿੱਤੀ ਹੈ। ਪਰ ਮਾਰਾਂ ਦਾ ਕਈਆਂ ਦਾ ਮੰਨਣਾ ਹੈ ਕਿ ਇਹ 2024 ਦੀ ਇਲੈਕਸ਼ਨ ਨੂੰ ਟੱਪਣਾ ਚਾਹੁੰਦੀ ਹੈ ਸਰਕਾਰ, ਕਿਉਂਕਿ ਗਰੀਬੀ ਬਹੁਤ ਵੱਧ ਗਈ ਹੈ ਭਾਰਤ ਵਿੱਚ, ਤੇ ਉਹ ਚੀਜ਼ਾਂ ਜਿਹੜੀਆਂ ਸ਼ੋਅ ਨਹੀਂ ਕਰਨਾ ਚਾਹੁੰਦੀ। ਇਸ ਲਈ ਜਿਹੜੇ ਡਾਟਾਸ ਜਿਹੜੇ ਨੇ ਪ੍ਰੋਪਰ ਡਾਟਾਸ, ਉਹਨਾਂ ਉੱਤੇ ਕੰਟਰੋਲ ਕੀਤਾ ਗਿਆ, ਔਰ ਉਹ ਸੈਂਸਸ ਵੀ ਜਿਹੜਾ ਉਹ ਰੋਕ ਦਿੱਤਾ ਗਿਆ, ਜੋ ਕਿ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੁੰਦਾ ਹਰ ਕਿਸੇ ਵੀ ਦੇਸ਼ ਵਾਸਤੇ। ਪਰ ਸਾਡੇ ਕੋਲ ਪਿਛਲੇ 2011 ਤੋਂ ਬਾਅਦ ਪ੍ਰੋਪਰ ਸੈਂਸਸ ਨਹੀਂ ਹੈ, ਤੇ ਇਹ 2% ਦਾ ਜਿਹੜਾ ਡਿਕਲਾਈਨ ਸਿੱਖ ਪੋਪੂਲੇਸ਼ਨ ਦੇ ਵਿੱਚ ਪਿਛਲੇ 2011 ਦੇ ਸੈਂਸਸ ਦੇ ਹਿਸਾਬ ਨਾਲ ਆਇਆ 10 ਸਾਲਾਂ ਦੇ ਵਿੱਚ। ਤੇ ਇਹ ਇੱਕ ਮੋਟੀ ਗੱਲ ਹੈ ਜਿਹੜੀ ਸਾਨੂੰ ਸਮਝ ਨਹੀਂ ਹੈ। ਤੇ ਦੂਸਰਾ ਜਿਹੜਾ ਇੱਧਰ ਦੇਖੋਗੇ ਨੈਸ਼ਨਲ ਫਰਟੀਲਿਟੀ ਰੇਟ,
ਉਹਦਾ ਡਾਟਾ ਜਿਹੜਾ ਉਹ ਪੂਰੇ ਭਾਰਤ ਦਾ ਇਕੱਠਾ ਡਾਟਾ ਹੈ, ਜਿਹਦੇ ਅੰਦਰ ਕਿ 1992 ਤੋਂ ਲੈ ਕੇ ਤੇ ਮੇਰੇ ਇੱਥੇ ਸਾਹਮਣੇ ਸਕਰੀਨ 2015 ਤੇ 1992 ਵਿੱਚ ਸਿੱਖਾਂ ਦੇ ਜਿਹੜੀ ਫਰਟੀਲਿਟੀ ਰੇਟ ਸੀ 2.4 ਸੀ, ਯਾਨੀ ਕਿ ਇੱਕ ਕਪਲ ਜਿਹੜਾ ਦੋ ਮੀਆਂ ਬੀਬੀ ਜਿਹੜੇ ਨੇ ਉਹ 2.4 ਬੱਚੇ ਜਿਹੜੇ ਨੇ ਉਹ ਪੈਦਾ ਕਰ ਰਹੇ ਸੀ। 2015 ਵਿੱਚ ਘਟ ਕੇ 1.6 ਰਹਿ ਗਈ ਹੈ ਇਹ। ਤੇ ਦੂਸਰਾ ਇੱਕ ਜਿਹੜਾ ਜੈਨ ਹੈਗੇ ਨੇ, ਸਿਰਫ ਉਹੀ ਹੈਗੇ ਨੇ ਜਿਹੜੇ ਸਭ ਤੋਂ ਥੱਲੇ ਨੇ, ਉਹ ਵੀ 2.4 ਸੀ, ਉਹ 1.2 ਰਹਿ ਗਿਆ ਉਹਨਾਂ ਦਾ। ਤੇ ਸਭ ਤੋਂ ਘੱਟ ਵੈਸੇ ਇਹਦੇ ਅੰਦਰ ਇਸਲਾਮ ਮੰਨਣ ਵਾਲਿਆਂ ਦਾ ਵੀ ਸਭ ਤੋਂ ਤੇਜ਼ੀ ਨਾਲ ਗਿਰਾਵਟ ਆਈ ਹੈ, ਜੋ 1992 ਵਿੱਚ 4.4 ਬੱਚੇ ਇੱਕ ਕਪਲ ਪੈਦਾ ਕਰ ਰਹੇ ਸੀ, ਜੋ ਘਟ ਕੇ ਹੁਣ 2.6 ਰਹਿ ਗਿਆ 2015 ਦੇ ਵਿੱਚ। ਪਰ ਗੱਲ ਹੈ ਕਿ ਵੀ ਆਪਣੀ ਪੋਪੂਲੇਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਰੇਟ ਹੈਗਾ 2.1, ਜੋ ਇਸ ਸਮੇਂ ਅਸੀਂ ਦੇਖ ਰਹੇ ਹਾਂ ਹਿੰਦੂਜ਼ ਦਾ ਜੋ ਰੇਟ ਹੈ 2.1। ਅਗਰ ਸਿਰਫ ਅਸੀਂ ਬਰਕਰਾਰ ਰੱਖਣਾ, ਸੇਮ ਵਧਾਣਾ ਨਹੀਂ ਹੈ, ਤੇ ਸਾਨੂੰ ਘੱਟੋ ਘੱਟ 2.1 ਜਿਹੜਾ ਹੈ ਉਹ ਪੋਪੂਲੇਸ਼ਨ ਚਾਹੀਦੀ ਹੈ ਉਸ ਤੋਂ। ਅਗਰ ਸਾਡਾ 2.1 ਤੋਂ ਘਟਦਾ ਹੈ, ਇਹਦਾ ਮਤਲਬ ਆਰਗੈਨਿਕਲੀ ਹੀ ਅਸੀਂ ਜੋ ਮਰਜ਼ੀ ਕਰ ਲਈਏ, ਅਸੀਂ ਐਫਰਟ ਕਰ ਲਈਏ, ਆਰਗੈਨਿਕਲੀ ਹੀ ਜਿਹੜੀ ਹੈ ਸਿੱਖਾਂ ਦੀ ਪੋਪੂਲੇਸ਼ਨ ਉਹ ਘਟੇਗੀ ਹੀ ਘਟੇਗੀ। ਤੇ ਇਹ ਚੀਜ਼ਾਂ ਕੁਝ ਸਮਝਣ ਵਾਲੀਆਂ ਨੇ। ਹਾਂਜੀ, ਮੇਰੀ ਸਲਾਈਡ ਅੱਗੇ ਚੱਲ ਰਹੀ ਹੈ ਨਾ ਜੀ? ਹਾਂਜੀ ਹਾਂਜੀ ਠੀਕ ਹੈ ਜੀ। ਅੱਛਾ, ਹੁਣ ਜਿਹੜਾ ਲੋ ਫਰਟੀਲਿਟੀ, ਦੇਖੋ ਆਮ ਤੌਰ ਤੇ ਸਾਡੇ ਜਿਹੜੇ ਪ੍ਰਚਾਰਕ ਨੇ ਬੜੇ ਆਸਾਨੀ ਨਾਲ ਸਟੇਜਾਂ ਤੇ ਕਹਿ ਦਿੰਦੇ ਨੇ ਕਿ ਜੀ 2-3 ਬੱਚੇ 4 ਬੱਚੇ ਪੈਦਾ ਕਰੋ, ਪਰ ਸਾਨੂੰ ਇੱਕ ਗੱਲ ਸਮਝਣੀ ਪੈਣੀ ਹੈ ਕਿ ਇੱਥੇ ਜਿਹੜੀ ਸਾਡੀ ਤਾਕਤ ਹੈ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਅੱਗੇ ਹੈ। ਸਿੱਖ ਜਿਹੜੀ ਹੈ, ਜਿਹੜੇ ਸਿੱਖ ਪੋਪੂਲੇਸ਼ਨ ਹੈ, ਉਹ ਭਾਰਤ ਦੀ ਸਭ ਤੋਂ ਵੈਲਦੀਐਸਟ ਕਮਿਊਨਿਟੀ ਹੈ, ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਹੈ। ਉਹਨੇ ਪਿਊ ਰਿਸਰਚ ਨੇ ਜਿਹੜੀ ਸਰਵੇ ਕੀਤੀ ਹੈ, ਉਹਦੇ ਅੰਦਰ ਜਿਹੜੇ ਸਿੱਖ ਨੇ ਉਹ ਸਕੂਲਿੰਗ ਦੇ ਵਿੱਚ, ਯਾਨੀ ਕਿ 48% ਆਫ ਦਾ ਪੋਪੂਲੇਸ਼ਨ ਜੋ ਹਾਈਐਸਟ ਹੈ ਅਮੰਗ ਆਲ ਕਮਿਊਨਿਟੀਜ਼। ਨੈਕਸਟ ਕ੍ਰਿਸਚਨ ਆਉਂਦੇ ਨੇ, ਹਿੰਦੂਜ਼ 39%। ਸੋ ਸਭ ਤੋਂ ਹਾਈਐਸਟ ਸਕੂਲਿੰਗ ਜਿਹੜੀ ਉਹ ਸਿੱਖਾਂ ਦੀ ਹੈਗੀ ਹੈ। ਸਭ ਤੋਂ ਹਾਈਐਸਟ ਵੈਲਥ ਕੁਆਂਟਾਈਲ ਵਿੱਚ ਸਿੱਖ ਹੈਗੇ ਨੇ 59%, ਜਿਹੜੇ ਟੌਪ ਵੈਲਥ ਕੁਆਂਟਾਈਲ ਵਿੱਚ ਹੈਗੇ ਨੇ, ਯਾਨੀ ਕਿ ਔਰ ਸਭ ਤੋਂ ਨੀਅਰੈਸਟ ਕ੍ਰਿਸਚਨ ਦੇ ਦੇਖੋ ਕਿੰਨਾ ਫਰਕ ਹੈ ਸਿੱਖਾਂ ਦੇ ਵਿੱਚ ਤੇ ਦੂਜੇ ਨੰਬਰ ਦੇ ਵਿੱਚ ਕ੍ਰਿਸਚਨ ਦੇ ਵਿੱਚ 26% ਵਿੱਚ। ਤੇ ਡਿਸਪਾਈਟ ਆਫ ਦੈਟ ਕਿ ਜਿਹੜੇ ਤੀਸਰਾ ਅਗਰ ਤੁਸੀਂ ਦੇਖੋਗੇ ਜਿਹੜੇ ਮੁਸਲਿਮ ਨੇ ਉਹ ਅਰਬਨਾਈਜੇਸ਼ਨ ਬਹੁਤ ਨੇ, ਭਾਵ ਉਹ ਪਿੰਡਾਂ ਨਾਲੋਂ 41% ਮੁਸਲਿਮ ਜਿਹੜੇ ਨੇ ਉਹ ਸ਼ਹਿਰਾਂ 'ਚ ਰਹਿੰਦੇ ਨੇ, ਉਹ ਪਿੰਡਾਂ 'ਚ ਨਹੀਂ ਰਹਿੰਦੇ। ਸਿੱਖ ਜਿਹੜੇ ਨੇ 30% ਪਿੰਡਾਂ 'ਚ ਰਹਿੰਦੇ ਨੇ। ਇੱਕ ਹੋਰ ਚੀਜ਼ ਤਾਂ ਦੱਸਦੀ ਹੈ ਕਿ ਪੰਜਾਬ ਦੇ ਪਿੰਡ ਜਿਹੜੇ ਨੇ ਉਹ ਕਿੰਨੇ ਡਿਵੈਲਪਡ ਹੈਗੇ ਨੇ ਐਜ਼ ਕੰਪੇਅਰ ਟੂ ਰੈਸਟ ਆਫ ਇੰਡੀਆ। ਤੇ ਡਿਸਪਾਈਟ ਆਫ ਦੈਟ ਜੋ ਵਿਲੇजेस ਰਹਿੰਦੇ ਨੇ ਉਹਨਾਂ ਕੋਲ ਵੈਲਥ ਦੇ ਤੇ ਉਹਨਾਂ ਕੋਲ ਉਹ ਦੂਸਰੇ ਓਪਰਚੁਨਿਟੀਆਂ ਜਿਹੜੀਆਂ ਨੇ ਉਹ ਜ਼ਿਆਦਾ ਨੇ, ਜਿਸ ਕਰਕੇ ਕਿ ਇੱਥੇ ਸਕੂਲਿੰਗ ਔਰ ਸਾਡਾ ਵੈਲਥ ਕੁਆਂਟਾਈਲ ਜਿਹੜਾ ਹੈ ਉਹ ਔਨ ਐਨ ਐਵਰੇਜ ਤੋਂ ਬਹੁਤ ਵਧੀਆ। ਪਰ ਦੂਸਰੀ ਗੱਲ ਜਿਹੜੀ ਇਹ ਚੰਗੀ ਗੱਲਾਂ ਦੇ ਨਾਲ ਹੈ, ਜਿਹੜੀ ਇਕਨੋਮਿਕ ਡਿਵੈਲਪਮੈਂਟ ਹੈ ਦੇ ਨਾਲ ਲਿਟਰੇਸੀ ਆਉਂਦੀ ਹੈ, ਉਹਦੇ ਨਾਲ ਆਟੋਮੈਟਿਕਲੀ ਵੀ ਫਰਟੀਲਿਟੀ ਰੇਟ ਤੇ ਉਹਦਾ ਫਰਕ ਪੈਂਦਾ ਹੈ, ਕਿਉਂਕਿ ਇਹ ਸਿਗਨਲ ਹੈ ਮਾਈਕਰੋ ਫੈਮਿਲੀਜ਼ ਵੱਲ ਜਾਣ ਦਾ। ਇਹ ਸਿਗਨਲ ਹੈ ਕਿ ਦੋਨੋਂ ਪੇਰੈਂਟਸ ਜਿਹੜੇ ਨੇ ਉਹ ਵਰਕਿੰਗ ਨੇ। ਇਹ ਸਿਗਨਲ ਹੈ ਕਿ ਉਹ ਫੈਮਿਲੀ ਪਲੈਨਿੰਗ ਹੋ ਰਹੀ ਹੈ। ਇਹ ਸਿਗਨਲ ਹੈ ਕਿ ਲੇਟ ਪ੍ਰੈਗਨੈਂਸੀਜ਼ ਹੋ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੰਗੀ ਇਕਨੋਮਿਕ ਡਿਵੈਲਪਮੈਂਟ ਦੇ ਨਾਲ ਹੀ ਆਉਂਦੀਆਂ ਨੇ। ਤੇ ਇਹ ਹੁਣ ਇੱਥੇ ਜਿਹੜਾ ਹੈ, ਤਾਂ ਮੈਂ ਕਹਿ ਰਿਹਾ ਸੀ ਜਿਹਨੂੰ ਅਸੀਂ ਪ੍ਰਚਾਰਕ ਆਸਾਨੀ ਨਾਲ ਕਹਿ ਦਿੰਦੇ ਨੇ, ਸਾਨੂੰ ਉਹਦੇ ਵਾਸਤੇ ਕੁਝ ਕਾਰਗਰ ਹੱਲ ਲੱਭਣੇ ਪੈਣੇ ਨੇ। ਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀਗਾ ਕਿ ਸਾਡੇ ਹੁਣ ਜਿਹੜੇ ਗੁਰਦੁਆਰਾਜ਼ ਨੇ ਉਹ ਪੈਰੈਂਟਿੰਗ ਕਾਉਂਸਲਿੰਗ ਵੱਲ ਵਧਣੇ ਚਾਹੀਦੇ ਨੇ। ਡੇ ਕੇਅਰ ਫੈਸਿਲਿਟੀਜ਼ ਦੇ ਉੱਤੇ ਵੀ ਉੱਥੇ ਕੰਮ ਆਉਣਾ ਚਾਹੀਦਾ, ਜਿੱਥੇ ਕਿ ਵੀ ਇੱਕ ਮਾਈਕਰੋ ਫੈਮਿਲੀਜ਼ ਜਿਹੜੀਆਂ ਨੇ ਉਹਨੂੰ ਇੱਕ ਵੱਡੀ ਫੈਮਿਲੀ ਦਾ ਜੋ ਹੈ ਗੁਰਦੁਆਰਾ ਉਹਨੂੰ ਉਹ ਜਗ੍ਹਾ ਪ੍ਰਦਾਨ ਕਰੇ, ਉਹ ਇੱਕ ਤਰ੍ਹਾਂ ਦੀ ਲਾਰਜ ਫੈਮਿਲੀ ਵਕਨ ਮਾਹੌਲ ਮਿਲੇ, ਜਿੱਥੇ ਕਿ ਉਹਨੂੰ ਲੱਗੇ ਕਿ ਹਾਂ ਅਗਰ ਮਾਪਿਓ ਦੋਨੋਂ ਕੰਮ ਤੇ ਜਾ ਰਹੇ ਨੇ ਤੇ ਬੱਚੇ ਜਿਹੜੇ ਨੇ ਕਿਸੇ ਕ੍ਰੈਚ 'ਚ ਛੱਡਣ ਦੇ ਨਾਲੋਂ ਕਿਉਂ ਨਾ ਇਹੋ ਜਿਹਾ ਮਾਹੌਲ ਹੋਏ ਕਿ ਗੁਰਦੁਆਰਿਆਂ ਵਿੱਚ ਛੱਡੇ ਜਾਣ ਔਰ ਉਹ ਡੇ ਟਾਈਮ ਦੇ ਉੱਤੇ ਡੇ ਕਰ ਦਾ ਵੀ ਕੰਮ ਹੋਏ, ਉੱਥੇ ਗੁਰਮਤ ਵੀ ਸਿੱਖਣ ਉੱਥੇ। ਤੇ ਸੋ ਇੱਕ ਇਹੋ ਜਿਹੇ ਕੁਝ ਹੱਲ ਲੱਭੇ ਜਾ ਸਕਦੇ ਨੇ, ਪਰ ਇਹਦੇ ਉੱਤੇ ਬਹੁਤ ਹੀ ਸੋਚ ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਆਪਣੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਆ ਉਹਨੂੰ ਵੀ ਨਹੀਂ ਖੋਣਾ ਚਾਹੁੰਦੇ। ਜਿਹੜੀ ਸਾਡੀ ਵਿੱਚ ਔਰਤਾਂ ਦੀ ਵੱਧ ਰਹੀ ਪਾਰਟਿਸਿਪੇਸ਼ਨ ਹੈ ਵਰਕ ਫੋਰਸ ਵਿੱਚ, ਉਹਨੂੰ ਵੀ ਨਹੀਂ ਅਸੀਂ ਗਵਾਉਣਾ ਚਾਹੁੰਦੇ, ਪਰ ਉਸ ਦੇ ਨਾਲ ਨਾਲ ਅਸੀਂ ਆਪਣੀ ਜਿਹੜੀ ਪੋਪੂਲੇਸ਼ਨ ਹੈ ਉਹ 2.1 ਜਿਹੜਾ ਇੱਕ ਹੋਣਾ ਚਾਹੀਦਾ, ਉੱਥੇ ਵੀ ਲਿਆਉਣਾ ਚਾਹੀਦਾ।
ਤੇ ਦੂਸਰਾ ਜਿਸ ਤਰ੍ਹਾਂ ਮੈਂ ਇਹ ਵੀ ਹੈ ਕਿ ਹੁਣ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਆਪਣੀ ਸਿੱਖਾਂ ਨੂੰ ਵਧਾਉਣ ਤੋਂ ਇਲਾਵਾ, ਕਿ ਸਾਨੂੰ ਵੀ ਨੀਡ ਟੂ ਥਿੰਕ ਅਬਾਊਟ ਜਿਹੜੇ ਇਸ ਸਮੇਂ ਨੌਨ ਸਿੱਖਸ ਹੈਗੇ ਨੇ ਉਹਨਾਂ ਵੱਲ ਵੀ ਹੈਵ ਟੂ ਥਿੰਕ ਅਬਾਊਟ ਅਪਰੋਚ, ਉਹਨਾਂ ਨੂੰ ਵੱਲ ਫੋਕਸ ਕਰਨਾ ਪੈਣਾ ਹੈ। ਸਿਕਲੀਗਰ, ਬੰਜਾਰੇ, ਦਲਿਤ ਕਮਿਊਨਿਟੀਜ਼ ਜਾਂ ਹੋਰ ਜਿਹੜਾ ਵੀ ਸੱਚ ਦੇ ਰਸਤੇ ਤੇ ਚੱਲਦਾ, ਸਾਨੂੰ ਸਭ ਨੂੰ ਸਿੱਖੀ ਉਹਨੂੰ ਆਫਰ ਉੱਥੇ ਆਉਣਾ ਪੈਣਾ, ਔਰ ਸਿੱਖੀ ਸਾਰਿਆਂ ਵਾਸਤੇ ਹੈ। ਸੋ ਸਭ ਨੂੰ ਤੱਕ ਪਹੁੰਚਣਾ ਪੈਣਾ ਤਾਂ ਕਿ ਸਿੱਖਾਂ ਦੀ ਜਿਹੜੀ ਗਿਣਤੀ ਉਹ ਵੀ ਵਧੇ, ਗੁਰੂ ਨਾਨਕ ਸਾਹਿਬ ਦਾ ਮੈਸੇਜ ਵੀ ਪਹੁੰਚੇ। ਇੱਕ ਹੋਰ ਜਿਹੜਾ ਬਹੁਤ ਹੀ ਵੱਡਾ ਕਾਰਨ ਹੈ ਕਿ ਪੰਜਾਬ ਤੋਂ ਜਿਹੜੀ ਮਾਈਗ੍ਰੇਸ਼ਨ ਬਾਹਰ ਹੋ ਰਹੀ ਹੈ, ਇਹ ਵੈਸੇ ਸਾਰੇ ਹੀ ਭਾਰਤ ਤੋਂ ਹੋ ਰਹੀ ਹੈ। ਇਸ ਸਮੇਂ ਜਿਹੜੇ ਕੋਲ ਵੀ ਚੰਗੇ ਰਿਸੋਰਸਿਸ ਨੇ ਉਹ ਭਾਰਤ ਨੂੰ ਛੱਡ ਰਿਹਾ। ਇਹ 2021 ਦੀ ਜਿਹੜੀ ਰਿਪੋਰਟ ਹੈ, ਭਾਰਤ ਦੀ ਆਪਣੀ ਰਿਪੋਰਟ ਹੈ, ਇਹਨਾਂ ਨੇ ਜੋ ਲੋਕ ਸਭਾ ਵਿੱਚ ਪ੍ਰੈਜ਼ੈਂਟ ਕੀਤੀ ਹੈ, ਉਹਦੇ ਹਿਸਾਬ ਨਾਲ 2021 ਵਿੱਚ 16 ਲੱਖ ਲੋਕੀ ਸਿਟੀਜ਼ਨਸ਼ਿਪ ਲੈ ਛੱਡੀ ਹੈ ਇੰਡੀਆ ਦੀ 2021 ਦੇ ਵਿੱਚ, ਇੱਕ ਸਾਲ ਦੇ ਵਿੱਚ। ਯਾਨੀ ਕਿ ਹਰ ਸਾਲ, ਸਿਰਫ ਇੱਕ ਕੋਰੋਨਾ ਦਾ ਕਾਲ ਸੀ ਜਦੋਂ ਲੋਕੀ ਬਾਹਰ ਨਹੀਂ ਜਾ ਸਕੇ 2020, ਜਦੋਂ 85,000 ਰਹਿ ਗਈ ਸੀ, ਅਦਰਵਾਈਜ਼ ਇਹ ਜਿਹੜੀ ਹੈ 8.5 ਲੱਖ ਰਹਿ ਗਈ ਸੀ, ਅਦਰਵਾਈਜ਼ ਇਹ 14 ਲੱਖ, 15 ਲੱਖ, 16 ਲੱਖ। ਇਸ ਸਾਲ 2022 ਵਿੱਚ ਜੋ ਐਸਟੀਮੇਟ ਹੈ ਉਹ 18 ਲੱਖ ਤੋਂ ਉੱਪਰ ਹੈ ਕਿ ਇੰਡੀਅਨ ਸਿਟੀਜ਼ਨਸ ਜਿਹੜੇ ਜਿਨ੍ਹਾਂ ਨੇ ਆਪਣੀ ਸਿਟੀਜ਼ਨਸ਼ਿਪ ਛੱਡ ਦਿੱਤੀ ਹੈ। ਦੂਸਰੇ ਪਾਸੇ ਜਦੋਂ ਸਟੇਟ ਵਾਈਜ਼ ਅਸੀਂ ਦੇਖਦੇ ਹਾਂ ਇਹ ਚੀਜ਼, ਪਰਸੈਂਟੇਜ ਜਿਹੜੀ ਪੋਪੂਲੇਸ਼ਨ ਦਾ ਜਿਹੜਾ ਬਾਹਰ ਗਿਆ, ਉਹਦੇ ਅੰਦਰ ਸਭ ਤੋਂ ਉੱਪਰ ਹੈਗੀ ਹੈ ਕੇਰਲਾ। ਯੈਲੋ ਪਾਰਟ ਤੁਸੀਂ ਜੋ ਦੇਖ ਰਹੇ ਹੋ ਹੈਗੇ ਨੇ ਜਿਹੜੇ ਲੋਕੀ ਕੰਮ ਦੇ ਵਾਸਤੇ ਗਏ ਨੇ, ਤੇ ਔਰੇਂਜ ਪਾਰਟ ਉਹ ਹੈ ਜਿਹੜੇ ਲੋਕੀ ਐਜ਼ ਅ ਸਟੂਡੈਂਟਸ ਗਏ ਨੇ। ਜਿਹੜਾ ਐਬਸੋਲੂਟ ਨੰਬਰ ਹੈ ਉਹ ਬਾਕੀ ਸਟੇਟਸ ਦਾ, ਉੱਤਰ ਪ੍ਰਦੇਸ਼ ਦਾ ਜਾਂ ਆਂਧਰਾ ਪ੍ਰਦੇਸ਼ ਦਾ, ਤਮਿਲਨਾਡੂ ਦਾ, ਪੰਜਾਬ ਤੋਂ ਵੱਧ ਹੋਏਗਾ। ਬਟ ਪਰਸੈਂਟੇਜ, ਇਨ ਟਰਮਸ ਆਫ ਪਰਸੈਂਟੇਜ ਆਫ ਸਟੇਟ ਪੋਪੂਲੇਸ਼ਨ, ਪੰਜਾਬ ਦੂਸਰੇ ਨੰਬਰ ਤੇ ਹੈ, ਨੈਕਸਟ ਟੂ ਕੇਰਲਾ, ਜਿਹਦੇ ਅੰਦਰ ਔਰ ਸਟੂਡੈਂਟ ਪੋਪੂਲੇਸ਼ਨ ਦੇ ਹਿਸਾਬ ਨਾਲ ਜਿਹੜੇ ਐਜ਼ ਅ ਸਟੂਡੈਂਟ ਬਾਹਰ ਜਾ ਰਹੇ ਨੇ ਉਹ ਨੰਬਰ 1 ਤੇ ਹੈ ਐਜ਼ ਅ ਪਰਸੈਂਟੇਜ ਆਫ ਪੋਪੂਲੇਸ਼ਨ। ਦੂਸਰਾ, ਇੱਕ ਕੇਰਲਾ ਤੋਂ ਪੰਜਾਬ ਦਾ ਇਹ ਫਰਕ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਪ੍ਰੈਫਰ ਕਰਦੇ ਨੇ ਵੈਸਟਰਨ ਡੈਮੋਕ੍ਰੇਸੀਜ਼ ਵਿੱਚ ਜਾਣ ਦੇ, ਜਿੱਥੇ ਕਿ ਉਹ ਪਰਮਨੈਂਟ ਇਮੀਗ੍ਰੇਸ਼ਨ ਹੈ, ਜਦਕਿ ਕੇਰਲਾ ਦੇ ਜਿਹੜੇ ਲੋਕ ਨੇ ਉਹ ਆ ਰਹੇ ਨੇ ਜ਼ਿਆਦਾ ਗਲਫ ਦੇ ਵਿੱਚ ਜੋ ਕੰਮ ਦੇ ਵਾਸਤੇ, ਐਜ਼ ਅ ਵਰਕਰ। ਇੱਥੇ ਕੋਈ ਉਹ ਰੈਜ਼ੀਡੈਂਸੀ, ਇੱਥੇ ਕੋਈ ਉਹ ਸਿਟੀਜ਼ਨਸ਼ਿਪ ਨਹੀਂ ਮਿਲਦੀ ਗਲਫ ਕੰਟਰੀਜ਼ ਵਿੱਚ, ਅਲਟੀਮੇਟਲੀ ਇਹਨਾਂ ਨੂੰ ਵਾਪਿਸ ਹੀ ਜਾਣਾ। ਸੋ ਇੱਥੇ ਸਿਟੀਜ਼ਨਸ਼ਿਪ ਉਹ ਕੇਰਲਾਈਟ ਹੀ ਰਹਿੰਦੇ ਨੇ। ਪਰ ਜਿਹੜਾ ਪੰਜਾਬ ਤੋਂ ਜਾ ਰਿਹਾ ਉਹ ਇਹੀ ਸੋਚ ਕੇ ਜਾ ਰਿਹਾ ਕਿ ਹੁਣ ਮੈਂ ਉੱਥੇ ਜਾ ਕੇ ਅਮਰੀਕਾ, ਕੈਨੇਡਾ, UK ਵਿੱਚ ਜਾ ਕੇ ਜਾਂ ਆਸਟ੍ਰੇਲੀਆ ਜਾ ਕੇ, ਨਿਊਜ਼ੀਲੈਂਡ ਜਾ ਕੇ ਸੈਟਲ ਹੀ ਹੋਣਾ ਉੱਥੇ ਜਾ ਕੇ। ਸੋ ਇਹ ਫਰਕ ਹੈ ਕੇਰਲਾ ਤੇ ਪੰਜਾਬ ਦੇ ਵਿੱਚ। ਤੇ ਦੂਸਰਾ, 2016 ਤੋਂ ਫੈਬਰਵਰੀ 2021 ਦੀ ਜਿਹੜੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਤਕਰੀਬਨ 10 ਲੱਖ ਲੋਕੀ ਜਿਹੜੇ ਨੇ ਉਹ ਪੰਜਾਬ ਤੇ ਚੰਡੀਗੜ੍ਹ ਤੋਂ ਨਿਕਲੇ ਨੇ ਇਹ 5 ਸਾਲਾਂ ਵਿੱਚ, ਜਿਨ੍ਹਾਂ ਦੇ ਵਿੱਚੋਂ ਤਕਰੀਬਨ 4 ਲੱਖ ਸਟੂਡੈਂਟ ਨੇ ਤੇ 6 ਲੱਖ ਐਜ਼ ਅ ਕੰਮ ਦੇ ਵਾਸਤੇ ਗਏ ਨੇ। ਤੇ ਇਹਦਾ ਮਤਲਬ ਇਹ ਹੈ ਕਿ ਤਕਰੀਬਨ 3% ਪੋਪੂਲੇਸ਼ਨ ਜਿਹੜੀ ਹੈ ਪੰਜਾਬੀਆਂ ਦੀ ਉਹ ਪਿਛਲੇ 5 ਸਾਲ ਦੇ ਵਿੱਚ ਪੰਜਾਬ ਨੂੰ ਛੱਡ ਗਈ ਹੈ। ਹੁਣ ਆ ਜੋ ਤੀਸਰਾ ਜਿਹੜਾ ਮਸਲਾ ਹੈਗਾ ਇਨਫਲੋ, ਇੱਕ ਤੇ ਹੈਗਾ ਆਊਟਫਲੋ। ਅਸੀਂ ਗੱਲ ਕਰ ਲਈ, ਸਿੱਖ ਬਾਹਰ ਤੇ ਪੰਜਾਬੀ ਸੇ ਬਾਹਰ ਜਾ ਰਹੇ ਨੇ ਆਬਵੀਅਸਲੀ, ਕਿਉਂਕਿ ਸਿੱਖ ਮੈਜੋਰਿਟੀ ਉੱਥੇ 55 ਅਗਰ 57% ਵੀ ਲਈਏ ਤੇ ਜ਼ਿਆਦਾ ਸਿੱਖ ਹੀ ਜਾ ਰਹੇ ਨੇ ਬਾਹਰ। ਤੇ ਹੁਣ ਹੈਗੀ ਇਨਫਲੋ ਆਫ ਮਾਈਗ੍ਰੈਂਟਸ, ਜਿਨ੍ਹਾਂ ਵਿੱਚੋਂ ਕਿ ਆਬਵੀਅਸਲੀ ਇਫ ਆਮ ਨਾਟ ਰੋਂਗ 98 ਜਾਂ 99% ਤੇ ਨਾਨ ਸਿੱਖ ਸੀ ਨੇ। ਤੇ ਇਹ ਜਿਹੜੀ ਪਿੱਛੇ ਇੱਕ ਸਰਵੇ ਹੋਈ ਸੀਗੀ 2016 ਦੇ ਵਿੱਚ, ਉਹਦੇ ਵਿੱਚ ਇਹ ਐਸਟੀਮੇਟ ਲਾਇਆ ਗਿਆ ਸੀਗਾ ਕਿ 39 ਲੱਖ ਜੋ ਹੈ ਪੰਜਾਬ ਦੇ ਵਿੱਚ ਉਹ ਮਾਈਗ੍ਰੈਂਟ ਪੋਪੂਲੇਸ਼ਨ ਹੈਗੀ ਹੈ, ਜੋ ਅੱਜ ਦੀ ਤਰੀਕ ਵਿੱਚ 43 ਲੱਖ ਦੇ ਕਰੀਬ ਹੋ ਗਈ ਹੋਏਗੀ। ਤੇ ਇਹਦਾ ਮਤਲਬ ਇਹ ਹੈ, ਔਰ ਇਹਦੇ ਵਿੱਚੋਂ 30% ਜੋ ਹੈ ਯਾਨੀ ਕਿ 13 ਲੱਖ ਲੋਕ ਉਹ ਨੇ ਜੋ 20 ਸਾਲ ਤੋਂ ਉੱਪਰ ਰਹਿ ਰਹੇ ਨੇ ਔਰ ਉਹਨਾਂ ਕੋਲ ਪੰਜਾਬ ਦਾ ਵੋਟਰ ਹੈ, ਦੇ ਹੈਵ ਦਾ ਰਾਈਟ ਟੂ ਵੋਟ ਇਨ ਪੰਜਾਬ, ਜੋ ਕਿ 5% ਪੋਪੂਲੇਸ਼ਨ ਬਣਦੀ ਹੈ। ਸੋ ਹੁਣ ਤੁਸੀਂ ਇੱਥੇ ਅੰਦਾਜ਼ਾ ਲਾਓ ਕਿ 5% ਪੋਪੂਲੇਸ਼ਨ ਜਿਹੜੀ ਹੈ ਪੰਜਾਬ ਦੀ ਨਾਨ ਪੰਜਾਬੀ ਪੰਜਾਬ ਵਿੱਚ ਆ ਕੇ ਵਸੀ ਹੈ, ਤੇ ਪਿਛਲੇ 5 ਸਾਲਾਂ ਵਿੱਚ 3% ਪੰਜਾਬੀ ਜਿਹੜੇ ਨੇ ਉਹ ਪੰਜਾਬ ਛੱਡ ਕੇ ਚਲੇ ਗਏ। ਇਹ ਬਹੁਤ ਹੀ ਸੋ ਡਬਲ ਪਾਸਿਓਂ ਹਿੱਟ ਮਿਲ ਰਿਹਾ, ਇਨਫਲੋ ਆਫ ਨਾਨ ਪੰਜਾਬੀਜ਼ ਤੇ ਆਊਟਫਲੋ ਆਫ ਪੰਜਾਬੀਜ਼। ਹੁਣ ਚੰਡੀਗੜ੍ਹ ਦੀ ਦੇਖੋ, ਜਿਵੇਂ ਕਿਉਂਕਿ ਅਸੀਂ ਦਾਅਵਾ ਕਰਦੇ ਚੰਡੀਗੜ੍ਹ ਪੰਜਾਬ ਦਾ ਹਿੱਸਾ, ਪਰ ਚੰਡੀਗੜ੍ਹ ਦੇ ਵਿੱਚ 2011 ਦੇ ਸੈਂਸਸ ਦੇ ਵਿੱਚ 16% ਪੰਜਾਬੀ ਸੀਗੇ
16%। 2011 ਦੇ ਸੈਂਸਸ ਵਿੱਚ 2001 ਤੋਂ 2011 ਦੇ ਸੈਂਸਸ ਵਿੱਚ ਇਹ ਘਟ ਕੇ 13.5% ਰਹਿ ਗਏ, ਕਿਉਂਕਿ ਉੱਤਰ ਪ੍ਰਦੇਸ਼ ਯੂਪੀ ਤੋਂ ਜਿਹੜਾ ਉਹ ਕਿੰਨਾ ਆਇਆ 1.35 ਲੱਖ ਸੀਗਾ, ਜੋ ਹੁਣ 1.83 ਲੱਖ ਹੋ ਗਿਆ, ਤੇ ਇਸੇ ਤਰ੍ਹਾਂ ਹੀ ਬਾਕੀ ਵੀ ਸਾਰੀ ਜਗ੍ਹਾ ਤੋਂ। ਸੋ ਪਾਪੂਲੇਸ਼ਨ ਚੰਡੀਗੜ੍ਹ ਦੀ ਵਧੀ 9 ਲੱਖ ਤੋਂ 10.5 ਲੱਖ, ਪਰ ਪੰਜਾਬੀਆਂ ਦੀ ਪਾਪੂਲੇਸ਼ਨ ਘਟ ਗਈ, ਪਰਸੈਂਟੇਜ ਵੀ ਘਟ ਗਈ, ਐਬਸੋਲੂਟ ਪਾਪੂਲੇਸ਼ਨ ਵੀ ਘਟ ਗਈ। ਸੋ ਇਹ ਹੁਣ ਸਾਨੂੰ ਇੱਥੇ ਕੀ ਕਰਨਾ ਚਾਹੀਦਾ? ਇੱਥੇ ਤੇ ਦੇਖੋ ਆਲਰੇਡੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹੋ ਜਿਹੇ ਲਾਜ਼ ਹੈਗੇ ਨੇ, ਹੋਰ ਵੀ ਕਈ ਸਟੇਟਸ ਵਿੱਚ ਹੈਗੇ ਨੇ। J&K ਵਿੱਚ ਆਰਟੀਕਲ 370 ਸੀ ਜੋ ਭਾਵੇਂ ਖਤਮ ਕਰਤਾ, ਬਟ ਹੋਰ ਬਹੁਤ ਸਟੇਟਸ ਵਿੱਚ ਹੈਗੇ ਨੇ। ਹਿਮਾਚਲ ਵਿੱਚ ਸਾਡੀ ਨੇਬਰਿੰਗ ਸਟੇਟ ਵਿੱਚ ਸੈਕਸ਼ਨ 118 ਹੈ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮ ਐਕਟ ਦਾ, ਜੋ ਕਿ ਪ੍ਰੋਹਿਬਿਟ ਕਰਦਾ ਹੈ ਟ੍ਰਾਂਸਫਰ ਆਫ ਲੈਂਡ ਟੂ ਐਨੀਵਨ ਜੋ ਕਿ ਸਟੇਟ ਐਗਰੀਕਲਚਰਿਸਟ ਨਹੀਂ ਹੈ। ਹਿਮਾਚਲ ਦਾ ਜਿਹੜਾ ਐਗਰੀਕਲਚਰਿਸਟ ਨਹੀਂ ਹੈ ਉਹ ਫਾਰਮ ਲੈਂਡ ਨਹੀਂ ਲੈ ਸਕਦਾ। ਇਹੋ ਜਿਹੀ ਸਾਨੂੰ ਪੰਜਾਬ ਦੇ ਵਿੱਚ ਵੀ ਲਾਜ਼ ਬਣਨੇ ਚਾਹੀਦੇ ਨੇ। ਪੰਜਾਬ ਗਵਰਨਮੈਂਟ ਦੇ ਉੱਤੇ ਪੁਸ਼ ਕਰਨੀ ਚਾਹੀਦੀ ਹੈ ਕਿ ਇਹ ਨਹੀਂ ਹੋ ਸਕਦਾ ਕਿ ਇੱਥੇ ਜਿਹੜਾ ਮਰਜ਼ੀ ਆਏ ਵੇਚੇ, ਜਿਹਨੂੰ ਮਰਜ਼ੀ ਵੇਚੇ। ਤੇ ਤੀਸਰਾ ਜੋ ਗੱਲ ਮੈਂ ਪਹਿਲਾਂ ਵੀ ਕਹੀ ਕਿ ਸਾਨੂੰ ਵੀ ਨੀਡ ਟੂ ਹੈਵ ਨਾਓ ਡੈਡੀਕੇਟਿਡ ਸਿੱਖੀ ਅਵੇਅਰਨੈਸ ਕੈਂਪੇਨ, ਜੋ ਕਿ ਮਾਈਗ੍ਰੈਂਟਸ ਪੰਜਾਬ ਵਿੱਚ ਆ ਰਹੇ ਨੇ। ਅਗਰ ਪੰਜਾਬ ਵਿੱਚ ਆ ਰਹੇ ਨੇ ਤਾਂ ਉਹਨਾਂ ਨੂੰ ਐਕਸਪੋਜ਼ਰ ਹੋਣਾ ਚਾਹੀਦਾ ਸਿੱਖੀ ਵੈਲਿਊਜ਼ ਦਾ, ਸਿੱਖ ਇਤਿਹਾਸ ਦਾ ਤੇ ਗੁਰਬਾਣੀ ਦਾ। ਉਹਦੇ ਵਾਸਤੇ ਆਈ ਥਿੰਕ ਡੈਡੀਕੇਟਿਡ ਅਪਰੋਚ ਚਾਹੀਦੀ ਹੈ, ਕਿਉਂਕਿ ਜਦੋਂ ਸਭ ਤੋਂ ਪਹਿਲੇ ਆਉਂਦੇ ਨੇ ਤਕਰੀਬਨ 8-10 ਸਾਲ ਤੋਂ ਪੰਜਾਬੀ ਨਹੀਂ ਬੋਲ ਪਾਉਂਦੇ ਔਰ ਉਹਨਾਂ ਕੋਲ ਹਿੰਦੀ। ਸੋ ਉਸ ਤਰ੍ਹਾਂ ਦੀ ਸਾਡੀ ਉਹਨਾਂ ਦੇ ਨਾਲ ਗੱਲ ਕਰਨ ਦਾ ਵਾਸਤੇ ਸਾਨੂੰ ਟ੍ਰੇਨਡ ਪ੍ਰਚਾਰਕ ਚਾਹੀਦੇ ਨੇ ਜੋ ਡੈਡੀਕੇਟਿਡ ਉਹਨਾਂ ਵੱਲ ਜਾਣ। ਜਿਸ ਤਰ੍ਹਾਂ ਮੈਂ ਦੱਸਿਆ ਕਿ ਆਊਟਫਲੋ ਹੋ ਰਿਹਾ ਹੈ ਪੰਜਾਬ ਦਾ, ਇਧਰੋਂ ਇਨਫਲੋ ਆ ਰਿਹਾ, ਤੇ ਸਾਨੂੰ ਐਵਨਿਊਜ਼ ਤੇ ਖੋਲਣੇ ਹੀ ਪੈਣੇ ਨੇ ਸਿੱਖਾਂ ਦੀ ਪਾਪੂਲੇਸ਼ਨ ਦਾ ਵਧਾਉਣ ਵਾਸਤੇ। ਔਰ ਸਾਨੂੰ ਇਸਮੇ ਨਾਨ ਸਿੱਖਸ ਜਿਹੜੇ ਨੇ ਉਹਨਾਂ ਦੇ ਵੱਲ ਦੇਖਣਾ ਹੀ ਪੈਣਾ, ਉਹਨਾਂ ਨੂੰ ਸਿੱਖੀ ਦੇ ਫੋਲਡ ਵਿੱਚ ਲਿਆਣਾ ਹੀ ਪਏਗਾ। ਇਹ ਸਾਡਾ ਫਰਜ਼ ਵੀ ਹੈ, ਇਹ ਸਾਡਾ ਗੁਰੂ ਨਾਨਕ ਵੱਲੋਂ ਦਿੱਤਾ ਫਰਜ਼ ਵੀ ਹੈ, ਤੇ ਅੱਜ ਦੀ ਤਰੀਕ ਵਿੱਚ ਡੈਮੋਗ੍ਰਾਫਿਕ ਰਿਕੁਆਇਰਮੈਂਟ ਵੀ ਹੈ। ਦੂਸਰਾ, ਇਹ ਜਦੋਂ ਇਸ ਗੱਲ ਇਹਦੀ ਗੱਲ ਹੁੰਦੀ ਹੈ ਨਾ ਇਸ ਟੌਪਿਕ ਦੇ ਉੱਤੇ, ਸਾਡਾ ਇੱਕਦਮ ਧਿਆਨ ਆ ਜਾਂਦਾ ਕ੍ਰਿਸਚਨ ਕਨਵਰਜਨ। ਦੇਖੋ ਇਹ ਬੜਾ ਸੀਰੀਅਸ ਮੁੱਦਾ ਹੈ। ਇਹ ਨਹੀਂ ਮੈਂ ਕਹਿੰਦਾ ਇਹ ਮੁੱਦਾ ਨਹੀਂ ਹੈਗਾ, ਪਰ ਇਹਦੇ ਮੇਜਰ ਫੈਕਟਰਸ ਕਿਤੇ ਹੋਰ ਲਾਈ ਕਰਦੇ ਨੇ। ਇਹ ਜਿਹੜਾ ਹੈਗਾ ਇਹਨੂੰ ਜਾਣ ਕੇ ਡਿਵਰਜਨਰੀ ਟੌਪਿਕ ਇਹਨੂੰ ਬਣਾਇਆ ਗਿਆ। ਆਬਵੀਅਸਲੀ ਇਟ ਇਜ਼ देयर। ਪਰ ਜਦੋਂ ਅਸੀਂ ਕ੍ਰਿਸਚਨ ਕਨਵਰਜਨ ਦੀ ਗੱਲ ਕਰਦੇ ਹਾਂ, ਮੈਂ ਬਾਰ-ਬਾਰ ਕਹਿ ਰਿਹਾ ਇਹਨੂੰ ਸਾਨੂੰ ਡੇਰਾ ਮਾਡਲ ਦੇ ਵਿੱਚ ਹੀ ਦੇਖਣਾ ਚਾਹੀਦਾ। ਜਿਹੜੀ ਕਨਵਰਜਨ ਹੋ ਰਹੀ ਹੈ ਇਟਸ ਅ ਸੀਰੀਅਸ ਕੰਸਰਨ, ਪਰ ਦੂਸਰਾ ਇਹਦੀ ਜਿਹੜੀ ਰਿਪੋਰਟਿੰਗ ਹੋ ਰਹੀ ਹੈ ਭਾਰਤੀ ਮੀਡੀਆ ਦੇ ਅੰਦਰ, ਉਹਦੇ ਤੋਂ ਸਾਨੂੰ ਬਿਲਕੁਲ ਸੁਚੇਤ ਹੋਣਾ ਪੈਣਾ। ਬਹੁਤ ਝੂਠੀ ਮਿਸਲੀਡਿੰਗ ਰਿਪੋਰਟਿੰਗ ਹੋ ਰਹੀ ਹੈ। ਔਰ ਮੈਂ ਦੇਖ ਰਿਹਾ ਕਿ ਸਾਡੇ ਜਿਹੜੇ ਸਪੈਸ਼ਲੀ ਸਿੱਖ ਗਰੁੱਪਸ ਨੇ, ਚਾਹੇ WhatsApp ਗਰੁੱਪ ਹੋਣ, ਟੈਲੀਗ੍ਰਾਮ ਹੋਣ ਜਾਂ Facebook ਮੈਸੇਜ ਗਰੁੱਪਸ ਹੋਣ, ਉਹਨਾਂ ਉੱਤੇ ਇਹੀ ਰਿਪੋਰਟਿੰਗ ਪਰ ਪਾਈ ਜਾ ਰਹੀ ਹੈ, ਜਿਹੜੀ ਇਹ ਪਲਾਂਟਡ ਰਿਪੋਰਟਿੰਗ ਹੈਗੀ ਹੈ। ਮੈਂ ਕੁਝ ਐਗਜ਼ਾਮਪਲ ਦਿੱਤੀਆਂ ਨੇ ਕਿਉਂਕਿ ਇਹ ਦੋਨੋਂ ਰਿਪੋਰਟ ਸਾਡੇ ਗਰੁੱਪਸ ਵਿੱਚ ਬਹੁਤ ਪ੍ਰਚਾਰੀ ਗਈ। ਇੱਕ ਰਿਪੋਰਟ ਹੈ ਜੀ, ਉਹ ਹਿੰਦੂ ਪੋਸਟ, ਯਾਨੀ ਕਿ ਕੱਟੜ ਹਿੰਦੂਤਵਾ ਦੀ ਜਿਹੜੀ ਹੈ ਉਹ ਕਰ ਰਹੀ ਹੈ ਆਪਣੇ ਵੱਲੋਂ ਬਗੈਰ ਕੋਈ ਡਾਟਾ ਨਾ ਕੁਝ। 10% ਆਫ ਪੰਜਾਬ ਇਜ਼ ਨਾਓ ਕ੍ਰਿਸਚਨ। ਜਾਣ ਕੇ ਇਹਨਾਂ ਦਾ ਮਕਸਦ ਕੀ ਹੈ ਰਿਪੋਰਟਿੰਗ ਦਾ? ਇੱਕ ਪਾਸੇ ਸਿੱਖਾਂ ਨੂੰ ਇਨਸਟੀਗੇਟ ਕਰੋ, ਦੂਸਰੇ ਪਾਸੇ ਜਿਹੜੀ ਪੰਜਾਬ ਦੀ ਦਲਿਤ ਪਾਪੂਲੇਸ਼ਨ ਉਹਨਾਂ ਦੇ ਮੂੰਹ ਦੇ ਵਿੱਚ ਲਫ਼ਜ਼ ਪਾਓ ਕਿ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ। ਮੈਂ ਜਿੱਥੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਮੈਂ ਉੱਥੇ ਡਿਨਾਈ ਨਹੀਂ ਕਰ ਰਿਹਾ, ਮੈਂ ਅੱਜ ਦੇ ਮੇਰਾ ਮੁੱਦਾ ਉਹ ਨਹੀਂ ਹੈਗਾ। ਪਰ ਅਗਰ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਇਹ ਮੁੱਦਾ ਹੁੰਦਾ ਕ੍ਰਿਸਚਨ ਕਨਵਰਜਨ ਦਾ, ਤੇ ਸਾਰਾ ਯੂਪੀ, ਸਾਰਾ ਬਿਹਾਰ, ਸਾਰਾ ਰਾਜਸਥਾਨ ਸਭ ਤੋਂ ਪਹਿਲੇ ਕ੍ਰਿਸਚਨ ਹੁੰਦਾ, ਜਿੱਥੇ ਰੋਜ਼ ਉਹਨਾਂ ਨੂੰ ਜੁੱਤੀਆਂ ਮਾਰੀਆਂ ਜਾਂਦੀਆਂ, ਬਹੁਤ ਹੀ ਬੁਰੇ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ। ਰੋਜ਼ ਅਸੀਂ ਸੁਣਦੇ ਹਾਂ ਮੰਦਰਾਂ ਚੋਂ ਧੱਕੇ ਮਾਰ ਕੇ ਕੱਢੇ ਜਾਂਦੇ ਨੇ, ਘੋੜੀਆਂ ਤੋਂ ਥੱਲੇ ਲਾਇਆ ਜਾਂਦਾ, ਮੁੱਛ ਰੱਖਣ ਤੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਉੱਥੇ ਤੇ ਗੱਲ ਹੋ ਨਹੀਂ ਰਹੀ। ਇੱਥੇ ਜਿੱਥੇ ਕਿ ਵੀ ਪੰਜਾਬ ਦਾ ਕ੍ਰਾਈਮ ਰੇਟ ਵਨ ਆਫ ਦਾ ਲੋਐਸਟ ਹੈ ਭਾਰਤ ਦੇ ਅੰਦਰ, ਉੱਥੇ ਤੇ ਇਹਨਾਂ ਦੇ ਜੋ ਹੈ ਇਹ ਖਬਰਾਂ ਛਾਪੀਆਂ ਜਾ ਰਹੀਆਂ ਨੇ। ਵੀਰ ਜੀ ਆਪ ਜੀ ਦਾ ਸਮਾਂ ਸਮਾਪਤ ਹੈ। ਆਪ ਜੀ ਅੱਗੇ ਬੇਨਤੀ ਕੀਤੀ ਜਾਂਦੀ ਕਿ ਇੱਕ ਅੱਧੇ ਮਿੰਟ ਦੇ ਵਿੱਚ ਸਮਾਪਤੀ ਕਰ ਲਓ। ਧੰਨਵਾਦ। ਸੋ ਦੂਸਰਾ ਮੈਂ ਜਿਹੜਾ ਦੱਸ ਰਿਹਾ, ਜਿਵੇਂ ਇਹ ਪੰਜਾਬ ਸਿੱਖਸ ਹੈਵ ਅ ਨਿਊ ਵਾਰ ਐਟ ਦ, ਤੁਹਾਡੇ ਮੂੰਹ ਚ ਲਫ਼ਜ਼ ਪਾਏ ਰਹੇ ਨੇ ਕਿ ਤੁਹਾਡੀ ਜੰਗ ਸ਼ੁਰੂ ਹੋ ਗਈ ਹੈ ਕ੍ਰਿਸਚਨਸ ਦੇ ਨਾਲ। ਔਰ ਇਹ ਰਾਈਟਰ ਲਿਖਣ ਵਾਲਾ ਕੌਣ ਹੈ? ਰਾਜੀਵ ਤੁਲੀ, ਜੋ ਦਿੱਲੀ RSS ਦਾ ਮੈਂਬਰ ਹੈਗਾ। ਸੋ ਸਾਨੂੰ ਇਹੋ ਜਿਹੀ ਰਿਪੋਰਟਿੰਗ ਤੋਂ ਬਚਣਾ।
ਤੇ ਇਹ ਅਸੀਂ ਜੋ ਮੁੱਦੇ ਸਮਝੀਏ ਉਸ ਮੁੱਦੇ ਦੇ ਉੱਤੇ ਫਿਰ ਆਪਾਂ ਕੰਮ ਕਰੀਏ। ਇਹ ਬੜਾ ਡੀਪ ਮੁੱਦਾ ਔਰ ਇਹਦੇ ਕਈ ਪਹਿਲੂ ਨੇ, ਉਹ ਸਾਰੇ ਪਹਿਲੂਆਂ ਦੇ ਉੱਤੇ ਕੰਮ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨੀ ਮਿਹਨਤ ਕਰਕੇ ਐਗਜ਼ੈਕਟ ਨੰਬਰਸ ਲਿਆ ਕੇ ਤੇ ਸੰਗਤਾਂ ਨੂੰ ਚੱਲਣਾ ਪਾਇਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਐਕਸਲੈਂਟ ਜੌਬ। ਤੁਸੀਂ ਬੜੇ ਪਿਆਰ ਦੇ ਨਾਲ ਇਹ ਦੱਸ ਗਏ ਹੋ ਕਿ ਸਾਡੇ 5-4 ਐਂਗਲ ਹੈ ਤੇ ਉਹਨਾਂ ਦੇ ਤੁਸੀਂ, ਆਪ ਜੀ ਦਾ ਬਹੁਤ ਧੰਨਵਾਦ ਕਿ ਤੁਸੀਂ ਉਹਨਾਂ ਦਾ ਸੋਲੂਸ਼ਨ ਪ੍ਰਪੋਜ਼ ਕਰਕੇ। ਬਾਕੀ ਸਾਰੇ ਸੱਜਣਾਂ ਅੱਗੇ ਇਹੋ ਬੇਨਤੀ ਹੈ ਕਿ ਮੁੱਦਾ ਤੁਸੀਂ ਸਟੇਟ ਕਰੋ ਕਿ ਤੁਹਾਡੇ ਖਿਆਲ 'ਚ ਕੀ ਕੀ ਕਾਰਨ ਹੈ, ਲੇਕਿਨ ਮੇਨ ਟਾਈਮ ਆਪਾਂ ਤੁਹਾਡੇ ਕੋਲੋਂ ਹੱਲ ਸੁਣਨਾ ਚਾਹੁੰਦੇ ਹਾਂ ਵੀ ਇਹਦਾ ਹੱਲ ਕੀ ਹੈ। ਫੋਕਸ ਰਹਿਣਾ, ਘੱਟ ਤੇ ਘੱਟ ਸਮੇਂ ਵਿੱਚ ਆਪਣੀ ਗੱਲ ਕਰਨੀ। ਇਸ ਵੇਲੇ ਸਾਡੇ ਪਹਿਲੇ ਸਪੀਕਰ ਮੇਰੇ ਵੀਰ ਜੀ ਸਰਦਾਰ ਯਾਦਵਿੰਦਰ ਸਿੰਘ ਜੀ। ਸਰਦਾਰ ਯਾਦਵਿੰਦਰ ਸਿੰਘ ਜੀ। ਵੀਰ ਜੀ ਹੈਗੇ ਹੋ? हेलो। हाँ जी, यादविंदर सिंह जी। हाँ जी, सत श्री अकाल जी। मेरी वॉइस सत श्री- क्लियर आ रही है जी? हाँ जी, सुन रही है। बहुत धन्यवाद। हाँ जी, बहुत बहुत धन्यवाद जी। हाँ जी, मैं अपना ਜਿਹੜਾ ਲਾਸਟ ਆਪਣਾ ਸਨ ਗੁਰਪ੍ਰੀਤ ਸਿੰਘ ਜੀ, ਇਹਨਾਂ ਦਾ ਮੈਂ ਦੇਖਿਆ ਤੇ ਬਹੁਤ ਵਧੀਆ ਇਹਨਾਂ ਦੀ ਪ੍ਰੈਜੈਂਟੇਸ਼ਨ ਸੀ। ਤੇ ਬਟ ਮੈਂ ਇੱਕ ਚੀਜ਼, ਮੈਨੂੰ ਥੋੜਾ ਜਿਹਾ ਡਾਊਟ ਹੈ ਕਿ ਜਿਹੜੇ ਅਸੀਂ ਦਿਖਾ ਰਹੇ ਹਾਂ ਕਿ ਅਸੀਂ 3% ਮਤਲਬ ਕਿ ਸਾਡੀ ਲੋਸ ਹੋਈ ਹੈ ਜਾਂ 2.25% ਜੋ ਵੀ ਲੋਸ ਹੋਏ ਆ ਸੀ, ਮਤਲਬ ਕਿ ਇੰਕਰੀਜ਼ ਨਹੀਂ ਡਿਕਰੀਜ਼ ਹੋਈ ਹੈ। ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਇਸ ਤੋਂ ਜ਼ਿਆਦਾ ਹੈ, ਕਿਉਂਕਿ ਅਗਰ ਦੇਖਿਆ ਜਾਏ ਤੇ ਮਤਲਬ ਕਿ ਇੱਥੇ ਘਰਾਂ ਦੇ ਘਰ ਜਿਹੜੇ ਨੇ ਉਹ ਖਾਲੀ ਹੋ ਗਏ ਨੇ। ਪਹਿਲਾਂ ਉਹਨਾਂ ਦੇ ਬੱਚੇ ਜਾ ਰਹੇ ਨੇ, ਫਿਰ ਅੱਗੇ ਉਹਨਾਂ ਦੇ ਪੇਰੈਂਟਸ ਜਾ ਰਹੇ ਨੇ, ਫਿਰ ਉਹਨਾਂ ਦੇ ਗ੍ਰੈਂਡ ਪੇਰੈਂਟਸ ਜਾ ਰਹੇ ਨੇ। ਤੇ ਉਹ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਬਹੁਤ ਜ਼ਿਆਦਾ ਹੋ ਰਹੇ ਨੇ। ਹਾਂ, ਉਹ ਪਰਮਾਨੈਂਟ ਨਹੀਂ ਅਜੇ ਜਾ ਰਹੇ, ਬਟ ਇੱਥੋਂ ਬਹੁਤ ਜ਼ਿਆਦਾ ਸ਼ਿਫਟ ਹੋ ਰਹੇ ਨੇ। ਤੇ ਮੇਨ ਇੱਥੇ ਜਿਹੜਾ ਰੀਜ਼ਨ ਹੈ ਉਹਦਾ ਇਹ ਹੈ ਕਿ ਇੱਥੇ ਇਹਨਾਂ ਨੂੰ ਸਭ ਨੂੰ ਇਹ ਲੱਗਦਾ ਹੈ ਕਿ ਇੱਥੇ ਫਿਊਚਰ ਨਹੀਂ ਹੈਗਾ। ਬਟ ਮੈਨੂੰ ਇਹ ਲੱਗਦਾ ਹੈ ਕਿ ਕੋਈ ਇੱਥੇ ਐਫਰਟਸ ਨਹੀਂ ਕਰਨਾ ਚਾਹੁੰਦਾ, ਕਿ ਉੱਥੋਂ ਦੀ ਜਿਹੜੀ ਲਾਈਫ ਦਿਖਾਈ ਜਾਂਦੀ ਹੈ ਜਾਂ ਉੱਥੇ ਜੋ ਦਿਖਾਇਆ ਜਾਂਦਾ ਉੱਥੇ ਜ਼ਿਆਦਾ ਐਫਰਟਸ ਕਰਦੇ ਨੇ ਇੱਥੋਂ ਜਾ ਕੇ, ਬਟ ਇੱਥੇ ਉਹ ਐਫਰਟਸ ਨਹੀਂ ਕਰਨਾ ਚਾਹੁੰਦੇ। ਆਪਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਇੱਥੇ ਨਾ ਮੋਸਟਲੀ ਹਰ ਬੰਦੇ ਦਾ ਮਾਈਂਡ ਵਾਸ਼ ਹੋ ਚੁੱਕਿਆ। ਕੋਈ ਵੀ ਬੱਚਾ +2 ਤੋਂ ਅੱਗੇ ਵਧਣਾ ਹੀ ਨਹੀਂ ਚਾਹੁੰਦਾ। ਉਹ +2 ਉਸ ਤੋਂ ਬਾਅਦ ਆਈਲੈਟਸ ਤੋਂ ਬਾਅਦ ਬਾਹਰ ਜਾਣਾ। ਉਹਦਾ ਸੈਕੰਡ ਏਮ ਹੈ ਹੀ ਨਹੀਂ। ਮਤਲਬ ਕਿ ਕੋਈ ਮਤਲਬ ਕਿ ਆਈ ਥਿੰਕ ਪਹਿਲਾਂ ਵੀ ਪਤਾ ਨਹੀਂ ਇਸੇ GSC ਦੇ ਗਰੁੱਪ 'ਚ ਡਿਸਕਸ਼ਨ ਹੋਇਆ, ਕਿੱਥੇ ਹੋਇਆ, ਕਿ ਅਸੀਂ +2 ਤੋਂ ਅੱਗੇ ਵਧਣਾ ਹੀ ਨਹੀਂ ਚਾਹੁੰਦੇ। ਅਸੀਂ ਹਾਇਰ ਪੋਸਟ ਲਈ ਰੈਡੀ ਨਹੀਂ ਹੋਣਾ ਚਾਹੁੰਦੇ। ਕੋਈ ਸਾਡੀ ਟਾਰਗੇਟ ਕੀ ਰਹਿ ਗਿਆ? ਆਈਲੈਟਸ ਔਰ ਬਾਹਰ ਸਟੱਡੀ ਕਰਨੀ ਹੈ, ਉਸ ਤੋਂ ਬਾਅਦ ਉੱਥੇ ਜਾ ਕੇ ਸੈਟਲ ਹੋ ਜਾਣਾ ਹੈ ਬਸ। ਹੋਰ ਕੋਈ ਸਾਡਾ ਨੈਕਸਟ ਕੋਈ ਸਾਡਾ ਉਹ ਨਹੀਂ ਹੈਗਾ ਕਿ ਅਸੀਂ ਅੱਗੇ ਇੰਜੀਨੀਅਰਿੰਗ ਕਰਨੀ ਹੈ ਜਾਂ ਇੱਥੇ ਗੌਰਮੈਂਟਸ ਜੋਬ ਲੈਣੀਆਂ ਨੇ ਜਾਂ ਇੱਥੋਂ ਦੀਆਂ ਜਿਹੜੀਆਂ ਪਬਲਿਕਸ ਜੋਬ ਨੇ ਉਹਨਾਂ ਦੇ ਵਿੱਚ ਕੰਮ ਕਰਨਾ ਹੈ ਜਾਂ ਆਪਾਂ ਇੱਥੇ ਕੋਈ ਬਿਜ਼ਨਸ ਸੈਟਅਪ ਕਰਨਾ। ਇਦਾਂ ਦਾ ਕਿਸੇ ਦਾ ਕੋਈ ਵੀ ਏਮ ਨਹੀਂ ਹੈਗਾ। ਪਲੱਸ ਇਸ ਦੇ ਨਾਲ ਕੀ ਹੈ ਕਿ ਅਗਰ ਉਹ ਇੱਥੋਂ ਆਈਲੈਟਸ ਕਰਕੇ ਜਾ ਰਹੇ ਨੇ, ਉਹ ਨਾਲ ਦੀ ਨਾਲ ਫਿਰ ਕੀ ਕਰਦੇ ਆ, 10 ਸਾਲ ਬਾਅਦ 15 ਸਾਲ ਬਾਅਦ ਜਿਹੜੀ ਉਹਨਾਂ ਦੀ ਇੱਥੇ ਲੈਂਡ ਹੈ, ਜਿਹੜੇ ਉਹਨਾਂ ਦੇ ਘਰ ਹੈ, ਉਹ ਵੀ ਵੇਚ ਦਿੰਦੇ ਆ। ਹਾਂਜੀ, ਤੇ ਉਹਦੇ ਨਾਲ ਕੀ ਹੋ ਰਿਹਾ? ਉਹ ਹੋਰ ਜ਼ਿਆਦਾ ਲੋਸ ਹੋ ਰਿਹਾ। ਉਹ ਪਰਮਾਨੈਂਟਲੀ ਇੱਥੋਂ ਚਲੇ ਜਾਂਦੇ ਆ। ਤੇ ਆਪਾਂ ਨੂੰ ਇਹ ਚੀਜ਼ ਦੇ ਉੱਤੇ ਹੀ ਵਰਕ ਕਰਨਾ ਚਾਹੀਦਾ ਹੈ ਕਿ ਜਿਹੜਾ ਇਹ ਆਪਾਂ ਇੱਕ ਲਹਿਰ ਚੱਲ ਰਹੀ ਹੈ, ਇਹ ਬਹੁਤ ਵੱਡੀ ਲਹਿਰ ਹੈ, ਛੋਟੀ ਲਹਿਰ ਨਹੀਂ ਹੈਗੀ। ਜਿਹੜੀ ਇੱਕ ਲਹਿਰ ਚੱਲ ਰਹੀ ਹੈ ਕਿ ਅਸੀਂ +2 ਕਰਨੀ ਹੈ, +2 ਕਰਨ ਤੋਂ ਬਾਅਦ ਜਿਹਦੇ ਕੋਲ ਵੀ ਥੋੜਾ ਜਿਹਾ ਵੀ ਇਨਕਮ ਦਾ ਰਿਸੋਰਸ ਹੈਗਾ ਉਹ ਵੀ ਜਾ ਰਿਹਾ ਹੈ, ਜਿਹਦੇ ਕੋਲ ਨਹੀਂ ਹੈਗਾ ਉਹ ਵੀ ਜਾ ਰਿਹਾ, ਤੇ ਜਿਨ੍ਹਾਂ ਕੋਲ ਇੱਥੇ ਵਧੀਆ ਇਨਕਮ ਦਾ ਰਿਸੋਰਸ ਹੈ ਉਹ ਵੀ ਜਾ ਰਹੇ ਨੇ। ਤੇ ਹਰ ਬੰਦਾ ਜਾ ਰਿਹਾ। ਮੈਂ ਸੋਲੂਸ਼ਨ ਇਸ ਦੇ ਵਿੱਚ ਮਤਲਬ ਕਿ ਹਜੇ ਨਹੀਂ, ਮੈਨੂੰ ਕੁਛ ਨਹੀਂ ਸਮਝ ਆਇਆ ਕਿ ਮੈਂ ਇਸ ਦੇ ਵਿੱਚ ਕੀ ਸੋਲੂਸ਼ਨ ਦਵਾਂ। ਬਟ ਮੇਨ ਆਪਣਾ ਇਹ ਇਸ਼ੂ ਬਹੁਤ ਵੱਡਾ ਹੈ ਤੇ ਆਪਾਂ ਨੂੰ ਇਹ ਤੇ ਗੱਲ ਕਰਨੀ ਚਾਹੀਦੀ ਹੈ। ਹਾਂ, ਇੱਥੇ ਇੱਕ ਆਰਗੇਨਾਈਜੇਸ਼ਨ ਹੈ ਜਿਨੇ ਇੱਕ ਸੋਸ਼ਲ ਮੀਡੀਆ ਤੇ ਟੈਗ ਚਲਾਇਆ ਹੋਇਆ ਹੈ, PR ਪੰਜਾਬ, ਤੇ ਉਹ ਮਤਲਬ ਕਿ ਇਸ ਆਲਰੇਡੀ ਇਸ ਮੁੱਦੇ ਦੇ ਉੱਤੇ ਵਰਕ ਕਰ ਰਹੇ ਨੇ। ਤੇ ਉਹ ਕਿੰਨਾ ਕੰਮ ਕਰ ਰਹੇ ਨੇ ਆਈ ਡੋਂਟ ਨੋ। ਯਾਦਵਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਥੋੜੇ ਜਿਹੇ ਸਮੇਂ ਦੇ ਵਿੱਚ ਨਾ ਐਪਰੀਸ਼ੀਏਟ ਕਿ ਤੁਸੀਂ ਪ੍ਰਸਾਈਜ਼ ਰਹੇ ਹੋ, ਕਿ ਤੁਸੀਂ ਦੱਸ ਗਏ ਹੋ ਕਿ ਸਾਡਾ ਇੱਕ ਪ੍ਰੋਬਲਮ, ਵਨ ਆਫ ਦਾ ਪ੍ਰੋਬਲਮਸ ਇਸ ਜਿਹੜੀ ਸਾਡੀ ਮੈਂਟਲ ਸੈਟਅਪ ਹੈ, ਉਹ ਪੰਜਾਬ ਦੇ ਪਾਪੂਲੇਸ਼ਨ ਦੀ ਇੱਕੋ ਹੀ ਹੈ ਕਿ ਅਸੀਂ 10+2 ਕਰੀਏ ਤੇ ਬਾਹਰ ਜਾਈਏ। ਦੈਟਸ ਇਟ।
ਉਹਨਾਂ ਨੂੰ ਹੋਰ ਕੁਛ ਸੁਝਦਾ ਹੀ ਨਹੀਂ। ਉਹਨਾਂ ਨੂੰ ਇਹ ਦਿਸਦਾ ਨਹੀਂ ਕਿ ਪੰਜਾਬ ਦੇ ਵਿੱਚ ਵੀ ਓਪਰਚੁਨਿਟੀਜ਼ ਹੈਗੀਆਂ। ਐਂਡ ਈਵਨ ਦੋ ਤੁਸੀਂ ਨਹੀਂ ਮੈਂਸ਼ਨ ਕੀਤਾ, ਅੱਜ ਪੰਜਾਬ ਦੇ ਜਿੰਨੇ ਵੀ ਵੱਡੇ ਅਫਸਰ ਹੈ ਉਹ ਮੈਂ ਪੰਜਾਬ ਮੈਂ ਹਾਂਜੀ ਪੰਜਾਬ ਮੈਂ ਤੋਂ ਥੋੜੀ ਬਾਹਰੋਂ ਆ ਰਹੇ। ਹਾਂਜੀ 12 ਮੈਂ ਇੱਕ ਸੋਲੂਸ਼ਨ ਇਹ ਚ ਦੇ ਸਕਦਾ ਕਿ ਠੀਕ ਹੈ ਤੁਸੀਂ +2 ਕਰਕੇ ਚਲੇ ਜਾਓ ਬਾਹਰ, ਤੁਸੀਂ ਜਾਓ ਉੱਥੇ ਕਮਾਓ ਜੋ ਵੀ ਹੈਗਾ, ਬਟ ਤੁਸੀਂ ਇੱਥੇ ਆਪਣੀ ਜਿਹੜੀ ਤੁਹਾਡੀ ਜਾਇਦਾਦ ਹੈ, ਜਿਹੜੀ ਜ਼ਮੀਨ ਹੈ, ਉਹਨੂੰ ਨਾ ਵੇਚੋ, ਬਲਕਿ ਤੁਸੀਂ ਦੁਬਾਰਾ ਪੰਜਾਬ ਦੇ ਵਿੱਚ ਆਓ, ਉੱਥੋਂ ਇੰਨਾ ਮਤਲਬ ਜੋ ਵੀ ਤੁਹਾਡੇ ਉੱਥੇ ਪੈਸਾ ਹੈ ਉਹਨੂੰ ਇੱਥੇ ਆਣ ਕੇ ਉਹਦਾ ਬਿਜ਼ਨਸ ਸੈਟਅਪ ਕਰੋ। ਜਿਹੜੇ ਇੱਥੇ ਬੱਚੇ ਨੇ ਉਹਨਾਂ ਨੂੰ ਅਸੀਂ ਰੋਜ਼ਗਾਰ ਦਈਏ। ਮਤਲਬ ਅਸੀਂ ਇੱਥੇ ਬਿਜ਼ਨਸ ਸੈਟਅਪ ਕਰ ਸਕਦੇ ਹਾਂ। ਪੰਜਾਬ ਦੇ ਵਿੱਚ ਬਹੁਤ ਵਧੀਆ ਰਿਸੋਰਸ ਨੇ ਬਿਜ਼ਨਸ ਦੇ, ਅਸੀਂ ਇੱਥੇ ਵੀ ਬਿਜ਼ਨਸ ਸੈਟਅਪ ਕਰ ਸਕਦੇ ਹਾਂ। ਤੇ ਬਟ ਇੱਥੇ ਕੀ ਹੋ ਰਿਹਾ ਕਿ ਉਲਟਾ ਹੋ ਰਿਹਾ, ਉਹ ਇੱਥੋਂ ਜ਼ਮੀਨਾਂ ਵੇਚ ਕੇ ਉੱਥੇ ਜਾ ਕੇ ਬਿਜ਼ਨਸ ਸੈਟਅਪ ਕਰ ਰਹੇ ਨੇ। ਅਗਰ ਅਸੀਂ ਏਦਾਂ ਕੁਛ ਸੋਲੂਸ਼ਨ ਕੱਢ ਦਈਏ ਕਿ ਉਹ ਬੱਚੇ ਉੱਥੋਂ ਕਮਾ ਕੇ ਜਦੋਂ ਉਹਨਾਂ ਨੂੰ ਲੱਗੇ ਕਿ ਅਸੀਂ ਹੋ ਗਿਆ, ਆਪਾਂ ਹੁਣ ਦੁਬਾਰਾ ਪੰਜਾਬ 'ਚ ਜਾਈਏ, ਜਿਹੜੀ ਸਾਡੀ ਜ਼ਮੀਨ ਹੈ ਜਾਂ ਜੋ ਵੀ ਹੈਗਾ ਆਪਾਂ ਉੱਥੇ ਜਾ ਕੇ ਕੋਈ ਨਵਾਂ ਸੈਟਅਪ ਕਰੀਏ, ਤਾਂ ਕਿ ਅਸੀਂ ਆਪਣੇ ਨਾਲੇ ਤਾਂ ਆਪਣੇ ਦੇਸ਼ 'ਚ ਵਾਪਿਸ ਆ ਜਾਵਾਂਗੇ, ਨਾਲੇ ਇੱਥੇ ਅਸੀਂ ਆਣ ਕੇ ਦੂਸਰੇ ਬੰਦਿਆਂ ਨੂੰ ਵੀ ਬਿਜ਼ਨਸ ਦੇ ਸਕੀਏ, ਰਿਸੋਰਸ ਦੇ ਸਕੀਏ ਇਨਕਮ ਦਾ। ਥੈਂਕ ਯੂ ਜੀ। Yadvinder Singh ji, excellent point. I thank you for sharing a beautiful solution. ਸਾਡੇ ਕੋਲ ਅਗਲੇ ਸਪੀਕਰ ਹੈਗੇ ਹੈ ਡਾਕਟਰ JS ਬੇਦੀ ਸਾਹਿਬ। ਬੇਦੀ ਸਾਹਿਬ, ਆਪ ਜੀ ਦਾ ਸਮਾਂ। ਡਾਕਟਰ JS ਬੇਦੀ, ਅਨਮਿਊਟ ਕਰ ਲਓ। ਡਾਕਟਰ JS ਬੇਦੀ, ਮੈਂ ਤੁਹਾਨੂੰ ਮੇਰੇ ਖਿਆਲ ਵੀਰ ਜੀ ਪਹਿਲੇ ਤੇ ਸੀਗੇ ਪਰ ਹੁਣ ਦਿਸ ਨਹੀਂ ਰਹੇ। ਤੁਸੀਂ ਨੈਕਸਟ ਸਪੀਕਰ ਲੈ ਲਓ, ਫਿਰ ਜਦੋਂ ਆ ਜਾਂਦੇ ਨੇ ਫਿਰ ਉਹਨਾਂ ਹਾਂ ਕਰੈਕਟ, ਓਕੇ। ਤੇ ਨੈਕਸਟ ਸਪੀਕਰ ਹੈ ਬੀਬੀ ਮਨਪ੍ਰੀਤ ਕੌਰ ਜੀ। ਬੀਬੀ ਮਨਪ੍ਰੀਤ ਕੌਰ ਜੀ। ਬੀਬੀ ਮਨਪ੍ਰੀਤ ਕੌਰ ਜੀ ਹੈਗੇ ਆ? ਹਾਂਜੀ ਜੀ, ਹਾਂਜੀ ਹਾਂਜੀ। ਹਾਂਜੀ ਪਲੀਜ਼। ਸੋ ਸਾਰਿਆਂ ਨੂੰ ਮੇਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਕੌਮ ਦੇ ਚਿੰਤਕ ਵਿਦਵਾਨ ਅੱਜ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਅੱਜ ਜੁੜ ਬੈਠੇ ਨੇ। ਸੋ ਵੀਰ ਗੁਰਪ੍ਰੀਤ ਸਿੰਘ ਜੀ ਨੇ, ਵੀਰ ਯਾਦਵਿੰਦਰ ਸਿੰਘ ਜੀ ਨੇ ਆਪਣੇ ਸੋਲੂਸ਼ਨ ਦਿੱਤੇ ਨੇ। ਮੈਂ ਵੀਰ ਗੁਰਪ੍ਰੀਤ ਸਿੰਘ ਜੀ ਨੇ ਜੋ ਕੜੀ ਮਿਹਨਤ ਕੀਤੀ ਹੈ, ਮਤਲਬ ਕਿ ਉਹਨਾਂ ਦੇ ਪ੍ਰੈਜ਼ੈਂਟੇਸ਼ਨ ਮੈਨੂੰ ਪਿਛਲੀ ਵਾਰ ਵੀ ਬਹੁਤ ਪਸੰਦ ਆਈ ਸੀ, ਔਰ ਅੱਜ ਵੀ ਉਹਨਾਂ ਨੇ ਜਿਸ ਪੰਥਕ ਦਰਦ ਦੇ ਵਿੱਚੋਂ ਜੋ ਸਾਡੇ ਸਾਹਮਣੇ ਜੋ ਫੈਕਟਸ ਰੱਖੇ ਨੇ, ਉਹ ਕਾਫੀ ਸਾਡੇ ਅੱਜ ਉਹਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ। ਸੋ ਬਹੁਤ ਸਾਰੇ ਅੱਜ ਪੁਆਇੰਟਸ ਨੇ। ਸੋ ਪਹਿਲਾ ਪੁਆਇੰਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਵਿੱਚ ਅਸੀਂ ਮਾਈਨੋਰਿਟੀ ਵਿੱਚ ਰਹਿ ਗਏ ਹਾਂ, ਕਿਉਂਕਿ ਸਾਡਾ ਇੱਥੋਂ ਪਲਾਇਨ ਹੋ ਚੁੱਕਿਆ ਹੈ। ਅੱਜ ਮੇਨ ਜੋ ਯੂਥ ਹੈ, ਜੋ ਕਿ ਤਾਕਤ ਹੁੰਦਾ ਹੈ ਇੱਕ ਸਮਾਜ ਦੀ, ਅੱਜ ਉਹ ਇੱਥੋਂ ਜਾ ਰਿਹਾ ਹੈ ਨਾ। ਉਹ ਇਸ ਕਰਕੇ ਜਾ ਰਿਹਾ ਹੈ ਕਿਉਂਕਿ ਉੱਥੇ ਉਸਨੂੰ ਜ਼ਿਆਦਾ ਅਪਰਚੁਨਿਟੀਜ਼, ਜ਼ਿਆਦਾ ਫੈਸਿਲਿਟੀਜ਼, ਜ਼ਿਆਦਾ ਰਾਈਟਸ ਮਿਲ ਰਹੇ ਹਨ ਨਾ। ਹੁਣ ਮੈਂ ਥੋੜਾ ਜਿਹਾ ਆਪਣੇ ਇਤਿਹਾਸ ਬਾਰੇ ਜਾਵਾਂਗੀ। ਜੇ ਮੈਂ ਪਹਿਲੇ ਪਾਤਸ਼ਾਹ ਦੀ ਗੱਲ ਕਰਾਂ, ਪਾਤਸ਼ਾਹ ਨੇ ਸਭ ਤੋਂ ਪਹਿਲੇ ਕੀ ਕੀਤਾ ਸੀ? ਲੋਕਾਈ ਨੂੰ ਗਿਆਨ ਦੇ ਨਾਲ ਜੋੜਿਆ ਸੀ, ਉਹਨਾਂ ਦੇ ਵਿੱਚੋਂ ਭਰਮ ਕੱਢੇ ਸੀ। ਹੁਣ ਮੈਂ ਦੂਸਰੇ ਪਾਤਸ਼ਾਹ ਨੇ ਕੀ ਕੰਮ ਕੀਤਾ ਸੀ? ਉਹਨਾਂ ਨੇ ਕੀ ਕੀਤਾ ਸੀ? ਉਹਨਾਂ ਨੇ ਲਗਾਏ ਸੀ ਮਲ ਅਖਾੜੇ, ਉਹਨਾਂ ਨੇ ਕੀਤੀ ਸੀ ਗੁਰਮੁਖੀ, ਹਨਾ। ਸੋ ਮਲ ਅਖਾੜੇ ਦਾ ਮਤਲਬ ਸੀ ਉਹਨਾਂ ਨੇ ਬੱਚਿਆਂ ਨੂੰ, ਕੌਮ ਦੇ ਭਵਿੱਖ ਨੂੰ, ਮਨੁੱਖਤਾ ਦੇ ਭਵਿੱਖ ਨੂੰ ਜਿਹੜਾ ਸੀ ਉਹ ਸਾਂਭਿਆ ਸੀ, ਹਨਾ। ਤੀਸਰੇ ਪਾਤਸ਼ਾਹ ਨੇ ਕੀ ਕੀਤਾ ਸੀ? ਫਿਰ ਦੁਬਾਰਾ ਗਿਆਨ ਦੀ ਆਂਧੀ ਲੈ ਕੇ ਆਏ, ਲੋਕਾਂ ਨੂੰ ਚੁੱਪ ਭਰਮ ਕੱਢਿਆ। ਹੁਣ ਚੌਥੇ ਪਾਤਸ਼ਾਹ ਨੇ ਆ ਕੇ ਅੰਮ੍ਰਿਤਸਰ ਨਗਰ ਵਸਾਇਆ ਸੀ। ਉੱਥੇ ਉਹਨਾਂ ਨੇ 52 ਕਿੱਤੇ ਦੇ ਲੋਕ, 52 ਕਿੱਤੇ ਦਿੱਤੇ ਸੀ, ਹਨਾ। ਇੱਕ ਬੋਲਿਆ ਇੱਕ ਕਾਰਪੋਰੇਟ ਵਰਡ ਸੈਟਲ ਕੀਤਾ ਸੀ ਅੱਜ ਦੇ ਜ਼ਮਾਨੇ ਦਾ, ਔਰ ਲੋਕਾਂ ਨੂੰ ਬੋਲਿਆ ਸੀ ਆਓ ਇੱਥੇ, ਹਨਾ। ਪਰ ਹੁਣ ਜੇ ਅਸੀਂ ਆਪਣੇ ਵੱਲ ਦੇਖੀਏ ਜੀ, ਅਸੀਂ ਕੀ ਕਰ ਰਹੇ ਹਾਂ, ਹਨਾ। ਜਦੋਂ ਅਸੀਂ ਅੱਜ ਗੁਰਮਤ ਕੈਂਪਸ ਦੀ ਅਸੀਂ ਜਦੋਂ ਗੱਲ ਕਰੀਏ, ਹਨਾ, ਇਸ ਗੁਰਮਤ ਕੈਂਪਸ ਦੇ ਵਿੱਚ ਅਸੀਂ ਬੱਚਿਆਂ ਦੇ ਉੱਤੇ ਅਸੀਂ ਉਹਨਾਂ ਦੇ ਵਿੱਚ ਇੱਕ ਬੀਜ ਬੋਂਦੇ ਹਾਂ। ਪਰ ਪੇਰੈਂਟਸ ਕੀ ਕਰ ਰਹੇ ਨੇ ਕਿ ਉਹ ਉਸ ਕੈਂਪ ਤੋਂ ਬਾਅਦ ਜਿਹੜਾ ਬੀਜ ਬੀਜਿਆ ਉਹਦੀ ਸੰਭਾਲ ਕਰਦੇ ਨੇ, ਕਿ ਜਿਸ ਬਗੀਚੇ ਦੇ ਵਿੱਚ
ਅਸੀਂ ਆਪਣੇ ਘਰ ਦੇ ਬਗੀਚੇ ਨੂੰ ਪਾਣੀ ਪਾਉਣ ਵਾਸਤੇ ਕਿਸੇ ਦੂਸਰੇ ਦਾ ਇੰਤਜ਼ਾਰ ਕਰਦੇ ਹਾਂ। ਜਦੋਂ ਅਸੀਂ ਰੋਟੀ ਖਾ ਲੈਂਦੇ ਆ ਨਾ, ਰੋਟੀ ਖਾਣ ਤਿਕਨ ਕੰਮ ਨਹੀਂ ਖਤਮ ਹੁੰਦਾ, ਰੋਟੀ ਖਾਣ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਹੈ। ਐਗਜ਼ੈਕਟਲੀ ਇਸੇ ਤਰ੍ਹਾਂ ਇੱਕ ਕੈਂਪ ਜਦੋਂ ਖਤਮ ਹੁੰਦਾ ਹੈ ਤਾਂ ਉਦੋਂ ਸਾਡੀ ਪੇਰੈਂਟਸ ਦੀ ਡਿਊਟੀ ਹੈ ਕਿ ਅਸੀਂ ਉਸ ਪਨੀਰੀ ਨੂੰ, ਹੁਣ ਉਸ ਨੂੰ ਗੁਰਮਤ ਦੀ ਅਸੀਂ ਪਾਣੀ ਦਿੰਦੇ ਰਹੀਏ। ਪਰ ਅਸੀਂ ਤਾਂ ਸਿਰਫ ਬਾਣੀ ਦੀਆਂ ਗੱਲਾਂ ਕਰਦੇ ਹਾਂ, ਬਾਣੀ ਨੂੰ ਮੰਨਣ ਨੂੰ ਤੇ ਅਸੀਂ ਖੁਦ ਪੇਰੈਂਟਸ ਜਿਹੜੇ ਹਾਂ ਨਾ ਉਹ ਤਿਆਰ ਨਹੀਂ ਹਾਂ। ਹੁਣ ਜਦੋਂ ਅਸੀਂ ਗੱਲ ਕਰੀਏ, ਪਿੱਛੇ ਵੀਰ ਜੀ ਨੇ ਵੀ ਗੱਲ ਕੀਤੀ ਕਿ ਇੱਕ ਤਾਂ ਸਾਡੀ ਪੋਪੂਲੇਸ਼ਨ ਸੈਂਸੈਕਸ ਰੇਟ ਵੀ ਘਟ ਗਿਆ। ਹੁਣ ਗੁਰਮੁਖੀ ਦੀ ਗੱਲ ਕਰੀਏ, ਹੁਣ ਇੱਕ ਬਿਹਾਰੀ ਆਂਦਾ ਹੈ ਘਰ, ਹਨਾ, ਕਿਉਂਕਿ ਉਹਨਾਂ ਦੀ ਅੱਜ ਜੋ ਉਹਨਾਂ ਨੇ ਦੱਸਿਆ ਕਿ 3% ਅਗਰ ਅਸੀਂ ਜਾ ਰਹੇ ਹਾਂ ਤੇ 5% ਉਹਨਾਂ ਨੂੰ ਜਿਹੜਾ ਵਸਾਇਆ ਜਾ ਰਿਹਾ ਹੈ। ਹੁਣ ਉਹ ਇੱਕ ਘਰ ਬਿਹਾਰੀ ਆਂਦਾ ਹੈ, ਉਹ ਬਿਹਾਰੀ ਪੂਰੇ ਟੱਬਰ ਨੂੰ ਇੱਥੋਂ ਦੋਠੋ ਸਿਖਾ ਦਿੰਦਾ ਹੈ, ਲੇਕਿਨ ਪੂਰਾ ਟੱਬਰ ਮਿਲ ਕੇ ਉਸ ਬਿਹਾਰੀ ਨੂੰ ਗੁਰਮੁਖੀ ਪੰਜਾਬੀ ਦੇ 2-4 ਅਕਸ਼ਰ ਵੀ ਨਹੀਂ ਸਿਖਾ ਪਾਉਂਦਾ। ਇਹ ਹੈ ਤੁਸੀਂ ਤਾਂ ਅਸੀਂ ਦੇਖੋ, ਸਭ ਤੋਂ ਪਹਿਲੇ ਸਾਨੂੰ ਸਮਝਣ ਦੀ ਜ਼ਰੂਰਤ ਹੈ ਬੇਸਿਕ ਚੀਜ਼। ਇੱਕ ਹੁੰਦੀ ਹੈ ਮੇਰੀ ਇੰਡੀਵਿਜੂਅਲ ਦੀ, ਹਨਾ, ਮੇਰੀ ਸ਼ਖਸੀ ਜ਼ਿੰਮੇਵਾਰੀ, ਇੱਕ ਹੁੰਦੀ ਹੈ ਪੰਥਕ ਜ਼ਿੰਮੇਵਾਰੀ। ਅਸੀਂ ਹਰ ਵਾਰੀ ਕੀ ਚਾਹੁੰਦੇ ਹਾਂ ਕਿ ਸਾਨੂੰ ਆਦਤ ਪੈ ਗਈ, ਸਾਨੂੰ ਹਰ ਵਾਰੀ ਪੱਕਿਆ ਪਕਾਇਆ, ਅਸੀਂ ਹਰ ਵਾਰੀ ਆਪਣਾ ਨਾ ਮੂੰਹ SGPC ਵੱਲ, ਆਪਣੀ ਲੀਡਰਸ਼ਿਪ ਵੱਲ, ਅਸੀਂ ਉਹਨਾਂ ਦੇ ਵੱਲ ਹੀ ਬਾਰ-ਬਾਰ ਮੂੰਹ ਤੱਕ ਰਹੇ ਹਾਂ। ਆਪਣੇ ਐਫਰਟਸ ਅਸੀਂ ਲਗਾਉਣ ਦੇ ਵਿੱਚ ਇੱਕਦਮ ਅਸੀਂ ਚੁੱਕ ਜਾਂਦੇ ਹਾਂ। ਠੀਕ ਹੈ, ਹੁਣ ਜੇ ਅਸੀਂ ਗੱਲ ਕਰੀਏ ਭਰਮ ਅਸੀਂ ਆਪਣੇ ਵਿੱਚੋਂ ਨਹੀਂ ਕੱਢਨੇ, ਹਨਾ। ਹੁਣ ਪਿੱਛੇ ਜੇ ਵੀਰ ਜੀ ਨੇ ਜਿਹੜੀ ਗੱਲ ਕੀਤੀ ਕਿ ਅਸੀਂ ਮਾਈਨੋਰਿਟੀ ਵਿੱਚ ਪਹੁੰਚ ਰਹੇ ਹਾਂ, ਤੁਸੀਂ ਇਹ ਸੋਚੋ ਕਿ ਅੱਜ ਸਾਡੀਆਂ ਸਿੱਖ ਲੜਕੀਆਂ ਬਿਹਾਰੀ ਬੱਚਿਆਂ ਦੇ ਨਾਲ ਵਿਆਹ ਕਰ ਰਹੀਆਂ ਤੇ ਜਿਹੜੇ ਸਾਡੇ ਲੜਕੇ ਨੇ ਉਹ ਬਿਹਾਰੀ, ਮਤਲਬ ਕਿ ਇਹ ਜਿਹੜੇ ਜਿਹਨਾਂ ਨੂੰ ਅਸੀਂ ਪਰਦੇਸੀ ਕਹਿ ਰਹੇ ਹਾਂ, ਅਸੀਂ ਉਹਨਾਂ ਨੂੰ ਘਰ ਲੈ ਕੇ ਆ ਰਹੇ ਹਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ DNA ਦੀ ਗੱਲ ਕਰਦੇ ਹਾਂ। ਸੋ ਇਹਨਾਂ ਨੂੰ ਅੱਜ ਇਹ ਸਭ ਚੀਜ਼ਾਂ ਨੂੰ ਸਾਨੂੰ ਕਿਸੇ ਨੇ ਨਹੀਂ, ਸਾਨੂੰ ਖੁਦ ਨੂੰ ਇਹਦੇ ਵਾਸਤੇ ਅਵੇਅਰ ਹੋਣ ਦੀ ਜ਼ਰੂਰਤ ਹੈ। ਹੁਣ ਪਿੱਛੇ ਜਿਹੜਾ ਇੱਕ ਅੱਜ ਮੁੱਦਾ ਅੱਜ ਕੌਮ ਵਿੱਚ ਪੱਖਿਆ ਪਿਆ ਸਰਹੰਦ ਦੇ ਇੰਜੀਨੀਅਰਿੰਗ ਕਾਲਜ ਦਾ, ਹਨਾ। ਉਸ ਸਰਹੰਦ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ 15% ਜਿਹੜੇ ਨੇ ਉਹ ਸਿੱਖ ਬੱਚੇ ਨੇ, ਜਿਹਦੇ ਵਿੱਚ ਉਹਨਾਂ ਨੇ ਰੱਖਿਆ ਸੀ ਕਿ 50% ਰਿਜ਼ਰਵ ਸਿੱਖਾਂ ਵਾਸਤੇ, ਹਨਾ। ਅੱਜ ਉੱਥੇ 85% ਜਿਹੜੇ ਨੇ ਉਹ ਗੈਰ ਸਿੱਖ ਬੱਚੇ ਨੇ, ਕਿਉਂਕਿ ਉਹਨਾਂ ਨੇ ਉਸ ਇੰਸਟੀਚਿਊਟ ਨੂੰ ਚਲਾਉਣਾ ਹੈ। ਹੁਣ ਗੱਲ ਇਹ ਹੈ ਕਿ ਪਹਿਲੀ ਗੱਲ ਤੇ ਅੱਜ ਨਾ ਤੇ ਸਾਡੇ ਪੋਲੀਟੀਕਲ ਲੀਡਰ, ਨਾ ਹੀ ਸਾਡੇ ਰਿਲੀਜੀਅਸ ਲੀਡਰ ਜਿਹੜੇ ਨੇ ਉਹਨਾਂ ਵਿੱਚ ਕੋਈ ਐਸੀ ਸਮਰਪਣ ਦੀ ਭਾਵਨਾ ਹੈ। ਪਰ ਜੋ ਕੁਝ ਉਹਨਾਂ ਨੇ ਸਾਨੂੰ ਦਿੱਤਾ ਹੈ, ਐਟਲੀਸਟ ਉਸ ਐਸੈਟ ਨੂੰ ਤਾਂ ਅਸੀਂ ਯੂਜ਼ ਕਰ ਸਕੀਏ। ਜੇ ਸਾਡੇ ਉਸ ਕਾਲਜ ਦੇ ਵਿੱਚ ਸਿਰਫ 15% ਬੱਚੇ ਨੇ, 50% ਦੀ ਰਿਜ਼ਰਵੇਸ਼ਨ ਹੋਣ ਦੇ ਬਾਵਜੂਦ, ਤੇ ਇਸ ਦੇ ਵਿੱਚ ਕਿਹਦਾ ਕਸੂਰ ਹੈ? ਇਹ SGPC ਦਾ ਕਸੂਰ ਹੈ ਜਾਂ ਪੰਜਾਬ ਸਰਕਾਰ ਦਾ ਕਸੂਰ ਹੈ? ਕੌਣ ਜ਼ਿੰਮੇਵਾਰ ਹੈ? ਅਸੀਂ ਖੁਦ, ਅਸੀਂ ਆਪਣੇ ਬੱਚਿਆਂ ਦੇ ਵਿੱਚ ਅਗਰ ਉਹ ਚੀਜ਼ ਨਹੀਂ ਬੀਜ ਪਾ ਰਹੇ, ਹਨਾ, ਕਿਉਂਕਿ ਹੁਣੇ ਵੀ ਬੋਲਿਆ ਨਾ ਕਿ ਸਾਡੇ ਅੰਦਰ +2 ਤੋਂ ਬਾਅਦ ਪੜ੍ਹਨ ਦੀ ਕੋਈ ਨਹੀਂ। ਸਾਡੇ ਅੱਜ ਹਰ ਘਰ ਦੇ ਵਿੱਚ ਇਹੀ ਗੱਲ ਹੁੰਦੀ ਹੈ, ਬੱਚਾ 4th 5ਵੀਂ ਚ ਪੜ੍ਹਦਾ, ਮੈਂ ਬਾਹਰ ਜਾਣਾ, ਕਿਹੜੀ ਕੰਟਰੀ ਦੇ ਵਿੱਚ ਮੈਨੂੰ अनम्यूट करो पर जी, अनम्यूट कर लो। You are still muted. Unmute करो पर जी। ਹੁਣ ਦੇਖੋ ਵੀਰ ਜੀ, हाँ हूँ ठीक है। ਓਕੇ, ਹਾਂਜੀ। ਸੋ ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਉਦਮ ਵਾਲੀ ਜਿਹੜੀ ਹੈ ਨਾ, ਇੱਕ ਜੋ ਬਿਰਤੀ ਜਿਹਨੂੰ ਅਸੀਂ ਬੋਲਦੇ ਹਾਂ, ਉਹ ਹੀ ਬੀਜ ਸਾਡੇ ਵਿੱਚੋਂ ਡੇ ਬਾਈ ਡੇ ਡਿਲੀਟ ਹੁੰਦਾ ਜਾ ਰਿਹਾ। ਅਸੀਂ ਖਾਲੀ ਹਰ ਇੱਕ ਗੱਲ ਤੇ ਦੂਸਰੇ ਦਾ ਮੂੰਹ ਤੱਕ ਕੇ ਬੈਠ ਰਹੇ ਹਾਂ। ਐਂਡ ਜਦੋਂ ਅਸੀਂ ਅੱਜ ਆਪਣੀ ਲੀਡਰਸ਼ਿਪ ਦੀ ਵੀ ਗੱਲ ਕਰੀਏ, ਤੇ ਜਿਹੜੀ ਸਾਡੀ ਅੱਜ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੋਏ ਤੇ ਚਾਹੇ ਰਿਲੀਜੀਅਸ ਲੀਡਰਸ਼ਿਪ ਹੋਏ, ਅਸੀਂ ਉਸ ਦੇ ਵਿੱਚ ਵੀ ਅਸੀਂ ਕਿੱਥੇ ਜ਼ਿੰਮੇਵਾਰ ਆ? ਅਸੀਂ ਵਧੀਆ ਲੀਡਰ ਨਹੀਂ ਚਲਾ ਪਾ ਰਹੇ ਕਿਉਂਕਿ ਅਸੀਂ ਜਿਹੜਾ ਨਾ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਮਝਿਆ ਹੀ ਨਹੀਂ। ਅਸੀਂ ਮਨਮੁਖ ਹੋਏ ਬੰਦੇ। ਸਾਡੇ ਦੇਖ ਲਓ ਤੁਸੀਂ, ਹਰ ਥੋੜੇ ਦਿਨ ਬਾਅਦ ਤੁਹਾਨੂੰ ਇੱਕ ਨਵਾਂ, ਕਦੀ ਅੰਮ੍ਰਿਤਪਾਲ,
ਕਦੀ ਵਿੱਕੀ ਥਾਮਸ, ਵੀ ਸਾਨੂੰ ਲੋਕਾਂ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਅਸੀਂ ਆਪਣੀ ਲੀਡਰਸ਼ਿਪ ਜੋ ਸਾਨੂੰ ਖੁਦ ਨੂੰ ਪੈਦਾ ਕਰਨੀ ਹੈ, ਸਾਨੂੰ ਖੁਦ ਨੂੰ ਚੁਣਨੀ ਹੈ, ਕਿਸ ਨੂੰ ਅੱਗੇ ਲੈ ਕੇ ਆਣਾ ਹੈ। ਅਸੀਂ ਨਾ ਮਨਮੁਖ ਹੋਏ ਅੰਧੇ ਕਾ ਅੰਧਾ, ਅਸੀਂ ਬਲਾਈਂਡ ਫਾਲੋਅਰਸ ਬਣ ਗਏ ਹਾਂ। ਅਸੀਂ ਉਹ ਨਹੀਂ ਹੁੰਦਾ ਜਿੱਥੇ ਗਿਣਤੀ ਜ਼ਿਆਦਾ ਹੈ, ਅਸੀਂ ਉਸ ਨੂੰ ਭੈਣ ਜੀ ਬੇਨਤੀ ਹਾਂਜੀ ਹੈ ਕਿ we already know the problems, ਤੁਸੀਂ ਸੋਲੂਸ਼ਨ ਵਾਲੇ ਪਾਸੇ ਨੂੰ ਤੁਰੋ। ਜੀ ਜੀ ਬਹੁਤ ਧੰਨਵਾਦ। ਸੋ ਸੋਲੂਸ਼ਨ ਦੇ ਵਾਸਤੇ ਇਹ ਹੈ ਕਿ ਜਿਨ੍ਹਾਂ ਚੀਜ਼ਾਂ ਦੇ ਉੱਤੇ ਅਸੀਂ ਖੁਦ ਨੂੰ ਸੈਲਫ ਐਫਰਟ ਲਗਾਉਣਾ ਹੈ ਨਾ। ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਮੈਨੂੰ ਆਪਣੀ ਚੂਕ ਦੇਖਣੀ ਹੈ ਕਿ ਮੈਨੂੰ ਆਪਣੇ ਘਰ ਨੂੰ ਕਿਵੇਂ ਸੰਭਾਲਣਾ ਹੈ। ਅੱਜ ਜਦੋਂ ਅਸੀਂ ਸੈਂਟਰਲ ਗਵਰਨਮੈਂਟ ਦੀ ਗੱਲ ਕਰੀਏ, RSS ਦੀ ਗੱਲ ਕਰੀਏ, ਇਹਨਾਂ ਨੇ ਪੰਜਾਬ ਨੂੰ ਮਤਰੇਆ ਬਣਾਇਆ ਹੋਇਆ ਹੈ, ਤੇ ਫਿਰ ਸਾਨੂੰ ਪ੍ਰੋਬਲਮ ਸਮਝ ਆ ਰਹੀਆਂ ਨੇ, ਤੇ ਅਸੀਂ ਸੋਲੂਸ਼ਨਸ ਤੇ ਕਿਉਂ ਨਾ ਅਸੀਂ ਆਪਣੇ ਆਪ, ਅਗਰ ਅਸੀਂ ਪੰਥਕ ਤੌਰ ਦੇ ਉੱਤੇ ਅਗਰ ਅਸੀਂ ਇੱਕ ਏਕਾ ਰੱਖੀਏ, ਹਨਾ, ਕਿਉਂਕਿ ਜਿਹੜੀ ਇੰਸਟੀਚਿਊਟ ਚਾਹੇ ਅਸੀਂ ਅੱਜ ਕਾਲਜ ਯੂਨੀਵਰਸਿਟੀਜ਼ ਜਿਹੜੀਆਂ ਅਸੀਂ ਬਣਾਈਆਂ ਨੇ, ਹਨਾ, ਉਹਨਾਂ ਦੇ ਵਿੱਚ ਐਟਲੀਸਟ ਗੁਰਬਾਣੀ ਦੇ ਜਿਹੜੇ ਸਾਡੇ ਸਿਧਾਂਤ ਨੇ, ਜੋ ਸਾਨੂੰ ਗੁਰਬਾਣੀ ਸਾਨੂੰ ਜਿਸ ਸ਼ਬਦ ਗੁਰੂ ਗਿਆਨ ਨੂੰ, ਜਿਸ ਨੂੰ ਸਾਨੂੰ ਲੈ ਕੇ ਆਪਣੇ ਆਪ ਨੂੰ ਇੱਕ ਸੰਸਾਰ ਵਿੱਚ ਇੱਕ ਆਈਡੀਅਲ ਬਣਾਉਣ ਦੀ ਗੱਲ ਕਰਦੀ ਹੈ ਨਾ, ਜਿੱਥੇ ਆਪ ਸਵਾਰਨ ਦੀ ਗੱਲ ਕਰਦੀ ਹੈ, ਅਸੀਂ ਉਸ ਦੇ ਉੱਤੇ ਸਭ ਤੋਂ ਪਹਿਲੇ ਚੁੱਕ ਚੁੱਕੇ ਹਾਂ। ਅਲਟੀਮੇਟ ਸਾਡੇ ਕੋਲ ਜੋ ਗੁਰਬਾਣੀ ਦਾ ਖਜ਼ਾਨਾ ਹੈ, ਜੋ ਬਾਣੀ ਦੀ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਉਸਨੂੰ ਮੰਨਣ ਲੱਗ ਜਾਈਏ, ਅਸੀਂ ਆਪਣੀ ਚੰਗੀ ਲੀਡਰਸ਼ਿਪ ਬਣਾਈਏ, ਸਭ ਤੋਂ ਪਹਿਲੇ ਘਰ ਆਪਣੇ ਬੱਚਿਆਂ ਨੂੰ, ਉਹ ਜਿਹੜੇ ਕੈਂਪ ਨੇ ਨਾ, ਉਹ ਕੈਂਪ 4 ਦਿਨ ਦੇ ਹੁੰਦੇ ਨੇ। ਉਸ ਕੈਂਪ ਨੂੰ ਖਤਮ ਹੋਣ ਤੋਂ ਬਾਅਦ ਮੈਨੂੰ ਆਪਣੇ ਬੱਚਿਆਂ ਦੇ ਅੰਦਰ ਉਦਮ ਵਾਲਾ ਧਿਆਨ ਦਿਆਂ ਤੂੰ ਪ੍ਰਭ ਮਿਲ ਵਾਲਾ ਜਿਹੜਾ ਹੈ ਨਾ, ਉਹ ਮੈਨੂੰ ਐਫਰਟ ਲਗਾਉਣਾ ਹੈ। ਔਰ ਜਿੰਨੀ ਵੀ ਸਾਡੇ ਕੋਲ ਅੱਜ ਪੰਥਕ ਤੌਰ ਤੇ ਜੋ ਐਸੈਟ ਮੌਜੂਦ ਨੇ, ਐਟਲੀਸਟ ਉਸ ਨੂੰ ਤੇ ਅਸੀਂ ਚਾਹੇ ਉਹ ਹਸਪੀਟਲਸ ਨੇ, ਚਾਹੇ ਉਹ ਸਾਡੇ ਵਾਸਤੇ ਕਾਲਜ ਐਂਡ ਯੂਨੀਵਰਸਿਟੀਜ਼ ਨੇ, ਸਾਡੇ ਬੱਚਿਆਂ ਨੂੰ ਉਸ ਤੇ ਉਸ ਦਾ ਫਾਇਦਾ ਉਠਾਉਣ ਵਾਸਤੇ ਤਾਂ ਕਰੀਏ। ਬਾਹਰ ਦੌੜ ਕੇ ਅਸੀਂ ਜਾ ਰਹੇ ਹਾਂ, ਜੋ ਸਾਡੇ ਕੋਲ ਯੂਨੀਵਰਸਿਟੀਜ਼ ਨੇ ਉਹਨਾਂ ਤੋਂ ਅਸੀਂ ਫਾਇਦਾ ਚੁੱਕੀਏ, ਆਪਣੇ ਬੱਚਿਆਂ ਨੂੰ ਐਟਲੀਸਟ ਉੱਥੋਂ ਤੱਕ ਕਰਜ਼ਿਆਂ ਦੇ ਨੀਚੇ ਆ ਕੇ ਅਸੀਂ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ, ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਪਾ ਰਹੇ ਹਾਂ। ਤੇ ਜੋ ਸਾਡੇ ਕੋਲ ਮੌਜੂਦ ਹੈ, ਅਸੀਂ ਕਿਉਂ ਜਿਹੜਾ ਹੈ ਸੰਤੋਖੀ ਜੀਵਨ ਵਾਲਾ ਜੀਵਨ ਜਾਚ ਕਿਉਂ ਨਹੀਂ ਅਪਣਾ ਰਹੇ। ਸੋ ਇੱਥੇ ਹੀ ਮੈਂ ਆਪਣੇ ਸ਼ਬਦਾਂ ਨੂੰ ਸਮੇਟਦੀ ਹਾਂ, ਕਿਉਂਕਿ ਮੈਂ ਹਰ ਵਾਰੀ ਥੋੜਾ ਜ਼ਿਆਦਾ ਟਾਈਮ ਲੈ ਲੈਂਦੀ ਹਾਂ। ਸੋ ਗੁਲਬਰਗ ਸਿੰਘ ਬੱਸੀ ਵੀਰ ਜੀ, ਆਪ ਜੀ ਦਾ, ਤੇ ਮਨਦੀਪ ਕੌਰ ਭੈਣ ਜੀ, ਤੇ ਸਾਰੀ ਗਲੋਬਲ ਸਿੱਖ ਕਾਉਂਸਲ ਦਾ, ਤੇ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮਨਪ੍ਰੀਤ ਕੌਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀਆਂ ਡੂੰਘੀਆਂ ਗੱਲਾਂ ਕਰ ਗਏ ਹੋ, ਹਾਲਾਂਕਿ ਕਈ ਪਹਿਲੇ ਸੱਜਣਾ ਦੇ ਵੀ ਕੀਤੀਆਂ, ਪਰ ਤੁਹਾਡੇ ਐਂਗਲ ਟੋਟਲੀ ਬਹੁਤ ਹੀ ਸੋਹਣੇ ਔਰ ਬਹੁਤ ਹੀ ਡੂੰਘੇ ਸੀ। ਬੜੇ ਪਿਆਰ ਨਾਲ ਤੁਸੀਂ ਦੱਸ ਗਏ ਹੋ ਵੀ ਇੱਕ ਤੇ ਸਾਡਾ ਯੂਥ ਬਾਹਰ ਹੀ ਜਾ ਰਿਹਾ, ਉਹਨਾਂ ਨੂੰ ਵਿਦਿਨ ਪੰਜਾਬ ਦੀਆਂ ਆਪਰਚੁਨਿਟੀ ਬਾਰੇ ਧਿਆਨ ਹੀ ਨਹੀਂ, ਉਹ ਜਿਹੜੀਆਂ ਆਪਰਚੁਨਿਟੀਜ਼ ਹੈਗੀਆਂ ਉਹਨਾਂ ਨੂੰ ਅਵੇਲ ਵੀ ਨਹੀਂ ਕਰ ਰਿਹਾ। ਤੇ ਦੂਜੀ ਗੱਲ ਆਪ ਜੀ ਕਹ ਗਏ ਹੋ ਵੀ ਇਹ ਗੱਲ ਅਸੀਂ ਲੀਡਰ ਵੀ ਅਸੀਂ ਚੁਣਦੇ ਹਾਂ, ਉਹ ਨਹੀਂ ਆਪਣੇ ਆਪ ਨੂੰ ਚੁਣਦੇ। ਇਹ ਸਾਡਾ ਖਿਆਲ, ਇਹ ਸਾਡੀ ਰਿਸਪੌਂਸਿਬਿਲਿਟੀ ਹੈ ਕਿ ਚੰਗੇ ਲੀਡਰ ਚੁਣੀਏ। ਅਸੀਂ ਆਪਣੇ ਨੈਕਸਟ ਜਨਰੇਸ਼ਨ ਨੂੰ ਜੋ ਕੁਛ ਅਵੇਲੇਬਲ ਹੈਗਾ ਪੰਜਾਬ, ਉਹਦੇ ਤੋਂ ਪੰਜਾਬ ਵਿੱਚ ਜਾਣੂ ਕਰਵਾਈਏ, ਤੇ ਉਹਨਾਂ ਦੀ ਪ੍ਰੈਪਰੇਸ਼ਨ ਪੰਜਾਬ ਵਿੱਚ ਰਹਿਣੇ ਵਾਲੇ ਅੱਛੇ ਵੱਡੇ ਆਪਰਚੁਨਿਟੀ ਗੁੱਡ ਲਾਈਫ ਲਈ ਉਹਨਾਂ ਨੂੰ ਘਰੋਂ ਸਿੱਖਿਆ ਦਈਏ। ਇਹਦਾ ਭਾਵ ਹੈ ਕਿ ਅਸੀਂ ਆਪ ਵੀ ਗੁਰਬਾਣੀ ਦੇ ਗਿਆਨਵਾਨ ਹੋਈਏ, ਤਾਂ ਹੀ ਅਸੀਂ ਸਿੱਖਿਆ ਦੇ ਸਕਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਨੈਕਸਟ ਮੇਰੇ ਕੋਲ ਪਹਿਲਾਂ ਮੈਂ ਪਤਾ ਕਰ ਲਾਂ, ਬੇਦੀ ਸਾਹਿਬ ਆ ਗਏ ਕਿ ਹਾਲੇ ਨਹੀਂ? ਡਾਕਟਰ JS ਬੇਦੀ, ਨਹੀਂ ਵੀਰ ਜੀ, ਨਹੀਂ ਹਲਦੀ ਨਹੀਂ। ਹਾਂਜੀ, ਨੈਕਸਟ ਸਪੀਕਰ ਸਰਦਾਰ ਗੁਰਜੋਤ ਸਿੰਘ ਜੀ। ਸਰਦਾਰ ਗੁਰਜੋਤ ਸਿੰਘ ਜੀ, ਅਨਮਿਊਟ ਕਰ ਲਓ। ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਸਾਰੇ ਪੰਥ ਦਰ ਦੇ ਵੀਰਾਂ ਭੈਣਾਂ ਦਾ। ਬਹੁਤ ਸੋਹਣਾ ਵਿਸ਼ਾ ਲੈ ਕੇ ਆਪਾਂ ਸਾਰੇ ਅੱਜ ਇਕੱਠੇ ਹੋਏ ਹਾਂ ਜੀ।
ਸੋ ਸਾਡੇ ਤੋਂ ਪਹਿਲਾਂ ਬਹੁਤ ਸਾਰੇ ਵੀਰਾਂ ਭੈਣਾਂ ਨੇ ਆਪੋ ਆਪਣੇ ਸੁਝਾਅ ਦਿੱਤੇ ਨੇ ਜੀ, ਤੇ ਸਬਜੈਕਟ ਆਪਾਂ ਸਾਰਿਆਂ ਨੂੰ ਅੱਜ ਪਤਾ ਹੈ ਜੀ ਆਪਾਂ ਕਿਹੜੇ ਸਬਜੈਕਟ 'ਚ ਗੱਲ ਕਰ ਰਹੇ ਹਾਂ। ਸੋ ਮੈਂ ਨਾ ਕੁਝ ਪੁਆਇੰਟ ਜਿਹੜਾ ਆ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਜਦੋਂ ਆਪਾਂ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਵਿਚਰਦੇ ਹਾਂ, ਤੇ ਆਮ ਤੌਰ ਤੇ ਨਾ ਇਹ ਗੱਲ ਪ੍ਰਵਾਸ ਦੀ ਜਿਹੜੀ ਗੱਲ ਹੈ ਆਮ ਤੌਰ ਤੇ ਹਰ ਜਗ੍ਹਾ ਜਿਹੜੀ ਹੈ ਸੁਣਨ ਨੂੰ ਮਿਲਦੀ ਹੈ। ਪਿਛਲੇ ਦਿਨੀ ਦੇਵੀਗੜ੍ਹ ਇਲਾਕੇ ਦੇ ਵਿੱਚ ਅਸੀਂ ਇੱਕ ਕੈਂਪ ਲਾਇਆ ਤੇ 29 ਬੱਚੇ ਕਲਾਸ ਵਿੱਚ ਬੈਠੇ ਸੀ। ਮੈਂ ਬੱਚਿਆਂ ਨੂੰ ਪੁੱਛਿਆ ਵੀ ਬੇਟਾ +2 ਤੋਂ ਬਾਅਦ ਤੁਸੀਂ ਕੀ ਕਰਨਾ, ਤੁਸੀਂ ਸੱਚ ਜਾਣੇ ਹੋ? ਉਹਨਾਂ ਵਿੱਚੋਂ 14 ਬੱਚੇ ਕਹਿੰਦੇ ਨੇ ਜੀ ਅਸੀਂ ਆਈਲੈਟਸ ਕਰਕੇ ਬਾਹਰ ਚਲੇ ਜਾਣਾ। ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੇ ਵੀ ਆਪਾਂ ਇੱਥੇ ਕਿਉਂ ਨਹੀਂ IPS ਆਫੀਸਰ ਬਣਨਾ, ਆਪਾਂ ਇੱਥੇ ਐਡਵੋਕੇਟ ਦਾ ਕੋਰਸ ਕਿਉਂ ਨਹੀਂ ਕਰਦੇ, ਆਪਾਂ ਇੱਥੇ ਹੱਥੀਂ ਕੀਰਤ ਕਿਉਂ ਨਹੀਂ ਕਰਦੇ? ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ 3 ਉਪਦੇਸ਼ ਦਿੱਤੇ ਨੇ ਜੀ, ਕੀਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਮੈਨੂੰ ਲੱਗ ਰਿਹਾ ਜੀ ਉਹ ਇਹ ਆ ਰਹੀ ਹੈ ਵੀ ਅਸੀਂ ਨਾ ਹੱਥੀਂ ਕੀਰਤ ਕਰਨੀ ਛੱਡ ਦਿੱਤੀ ਹੈ। ਜਦੋਂ ਅਸੀਂ ਆਪਣੇ ਬਜ਼ੁਰਗਾਂ ਵੱਲੇ ਵੇਖਦੇ ਆ, ਉਹਨਾਂ ਨੇ ਦਿਹਾੜੀਆਂ ਕੀਤੀਆਂ, ਮਿਹਨਤਾਂ ਕੀਤੀਆਂ, ਬਹੁਤ ਜ਼ਿਆਦਾ ਸਟਰਗਲ ਕੀਤੀ, ਤਾਂ ਉਹਨਾਂ ਨੇ ਔਖੇ ਸੌਖੇ ਹੋ ਕੇ ਸਾਨੂੰ ਪਾਲਿਆ। ਦੂਜੀ ਜਿਹੜੀ ਪ੍ਰੋਬਲਮ ਆ ਰਹੀ ਹੈ ਸਾਡੇ ਪੰਜਾਬੀਆਂ ਦੇ ਵਿੱਚ ਉਹ ਆ ਰਹੀ ਹੈ ਜੀ ਕਿ ਅਸੀਂ ਜਿਹੜੀ ਦੂਜੀ ਪ੍ਰੋਬਲਮ ਸਾਡੇ ਵਿੱਚ ਘਰ ਕਰ ਰਹੀ ਹੈ, ਜ਼ਰੂਰਤਾਂ ਨੂੰ ਅਸੀਂ ਵਧਾ ਲਿਆ ਆਪਣੀਆਂ, ਜੋ ਮੈਂ ਨੋਟ ਕੀਤਾ ਜੀ। ਤੀਜੀ ਗੱਲ ਜਿਹੜੀ ਹੈ ਜੀ ਮੈਂ ਕਹਿਣਾ ਚਾਹੁੰਦਾ ਵਾਂ, ਜਦੋਂ ਨੌਜਵਾਨਾਂ ਦੇ ਨਾਲ ਗੱਲਬਾਤ ਕਰੀਏ ਉਹ ਕਹਿੰਦੇ ਨੇ ਜੀ ਇੱਥੇ ਜੋਬ ਨਹੀਂ ਹੈਗੀ, ਇੱਥੇ ਕੰਮ ਨਹੀਂ ਹੈਗਾ। ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ 3 ਸਟੂਡੈਂਟ ਮਿਲੇ ਜਿਹੜੇ ਕਹਿੰਦੇ ਵੀਰ ਜੀ ਅਸੀਂ 2-2 3-3 MA ਕੀਤੀਆਂ ਨੇ, ਨੈਟ ਵੀ ਪਾਸ ਆ, ਸਾਨੂੰ ਜੋਬ ਨਹੀਂ ਮਿਲਦੀ, ਕਹਿੰਦੇ ਪੰਜਾਬ ਛੱਡਣ ਨੂੰ ਜੀ ਨਹੀਂ ਕਰਦਾ ਪਰ ਮਜਬੂਰੀਆਂ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਜੀ ਸਾਨੂੰ ਨਾ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ ਵਿਦੇਸ਼ਾਂ ਵਿੱਚ ਬੈਠੇ ਵੀ ਸਾਨੂੰ ਇਹ ਚੀਜ਼ ਰੋਕਣੀ ਚਾਹੀਦੀ, ਪਰ ਅਸੀਂ ਬਦਲੇ ਵਿੱਚ ਦੇ ਕੀ ਰਹੇ ਹਾਂ ਨੌਜਵਾਨਾਂ ਨੂੰ। ਸਾਨੂੰ ਅਸੀਂ ਇਹ ਵੀ ਦੇਖੀਏ ਨਾ ਵੀ ਸਿਆਣੇ ਕਹਿੰਦੇ ਨੇ ਵੀ ਜਦੋਂ ਕੋਈ ਚੀਜ਼ ਵਧੀਆ ਪੇਸ਼ ਕਰਨੀ ਹੈ ਅਸਲ ਦੇ ਨਾਲ ਨਕਲ ਵੀ ਪੈਦਾ ਹੋ ਜਾਂਦੀ ਹੈ। ਮਤਲਬ ਵੀ ਜਦੋਂ ਕੋਈ ਚੀਜ਼ ਆਪਾਂ ਇੱਥੋਂ ਜਾ ਰਹੀ ਹੈ ਉਹਨੂੰ ਰੋਕਣਾ ਕਿੱਦਾਂ ਹੈ, ਆਪਾਂ ਉਹਦਾ ਸੋਲਿਊਸ਼ਨ ਕੀ ਹੈ। ਔਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਸਾਰੇ ਪੰਥ ਦਲ ਦੇ ਵੀਰਾਂ ਭੈਣਾਂ ਨੂੰ ਵੀ ਆਪਾਂ ਵੈਬੀਨਾਰ ਕਰ ਰਹੇ ਹਾਂ, ਬਹੁਤ ਹੀ ਚੰਗੀ ਗੱਲ ਹੈ, ਇਹ ਕਰਨਾ ਚਾਹੀਦਾ ਵੀ, ਔਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ। ਪਰ ਸਰਕਾਰਾਂ ਤੱਕ ਇਹ ਗੱਲ ਕਿਵੇਂ ਪਹੁੰਚਾਈ ਜਾਵੇ? ਸਰਕਾਰਾਂ ਨੂੰ ਕੌਣ ਕਹੇਗਾ ਵੀ ਨੌਜਵਾਨਾਂ ਨੂੰ ਰੋਜ਼ਗਾਰ ਦੇਵੋ, ਨੌਜਵਾਨ ਬੱਚੇ ਹਰਿਆਣਾ ਪੰਜਾਬ ਛੱਡ ਕੇ ਸਟੇਟ ਛੱਡ ਕੇ ਦੇਸ਼ ਛੱਡ ਕੇ ਬਾਹਰ ਨਾ ਜਾਣ। ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ ਜੀ। ਜਿੱਦਾਂ ਭੈਣ ਜੀ ਨੇ ਕਿਹਾ, ਮਨਪ੍ਰੀਤ ਕੌਰ ਨੇ ਵੀ ਗੁਰੂ ਸਾਹਿਬ ਨੇ ਮਾਲਕ ਖਾੜੇ ਲਗਵਾਏ, ਗੁਰੂ ਸਾਹਿਬ ਨੇ ਬਹੁਤ ਸੋਹਣੇ ਕੰਮ ਕੀਤੇ, ਉਹੀ ਨੀਤੀ ਸਾਨੂੰ ਮੈਨੂੰ ਲੱਗਦਾ ਜੀ ਦੁਬਾਰਾ ਅਪਣਾਉਣੀ ਪੈਣੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਜੀ ਇੱਥੇ ਜਿਹੜਾ ਪੇਰੈਂਟਸ ਦਾ ਮਾਈਂਡ ਹੈ ਉਹਨੂੰ ਵੀ ਚੇਂਜ ਕਰਨ ਦੀ ਜ਼ਰੂਰਤ ਹੈਗੀ ਹੈ। ਦੂਜੀ ਗੱਲ ਮੈਂ ਕੀਤੀ ਹੈ ਰੋਜ਼ਗਾਰ ਦੀ। ਤੀਜੀ ਗੱਲ, ਨੌਜਵਾਨ ਕਹਿੰਦਾ ਜਾਣ ਨੂੰ ਦਿਲ ਨਹੀਂ ਕਰਦਾ ਪਰ ਮਜਬੂਰੀਆਂ ਨੇ, ਘਰ ਦੀ ਗਰੀਬੀ ਹੈ, ਜੋਬ ਨਹੀਂ ਹੈਗੀ। ਸੋ ਇਹਨਾਂ ਚੀਜ਼ਾਂ ਵੱਲ ਸਾਨੂੰ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ। ਔਰ ਜਿਹੜੇ ਸਾਡੀ ਐਜੂਕੇਸ਼ਨ, ਜਿੱਦਾਂ ਕਿ ਵੀਰ ਜੀ ਨੇ ਬੜੀ ਸੋਹਣੀ ਗੱਲ ਕਹੀ ਹੈ ਵੀ ਅੱਗੇ ਅਸੀਂ ਸੋਚ ਨਹੀਂ ਰਹੇ। ਤੁਸੀਂ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਮੈਂ ਪਿਛਲੇ ਦਿਨੀ ਅਸੀਂ ਦੇਖਿਆ ਵੀ ਉੱਥੋਂ ਦੇ ਪ੍ਰੋਫੈਸਰਾਂ ਨਾਲ ਗੱਲ ਕਰੀਏ ਨਾ, ਉਹ ਵੀ ਕਹਿੰਦੇ ਨੇ, ਕਹਿੰਦੇ ਜੀ +2 ਤੋਂ ਬਾਅਦ ਬੱਚਾ ਕਹਿੰਦਾ ਆਈਲੈਟਸ ਕਰੋ ਤੇ ਵਿਦੇਸ਼ਾਂ ਨੂੰ ਤੁਰ ਜਾਣਾ। ਸੋ ਮੇਰੇ ਕਹਿਣ ਤੋਂ ਭਾਵ ਸ਼ਾਇਦ ਤੁਸੀਂ ਗੱਲ ਮੇਰੀ ਸਮਝ ਗਏ ਹੋਗੇ। ਮੈਂ ਇਹ ਚਾਹੁੰਦਾ ਜੀ ਬੱਚਿਆਂ ਨੂੰ ਅਸੀਂ ਦੇ ਕੀ ਰਹੇ ਹਾਂ, ਸਾਨੂੰ ਬੱਚਿਆਂ ਦੀ ਜਿਹੜੀ ਪ੍ਰੋਬਲਮਸ ਹੈ ਉਹਨਾਂ ਨੂੰ ਸੋਲਵ ਕਰਨਾ ਪਏਗਾ, ਬੱਚਿਆਂ ਨੂੰ ਰੋਜ਼ਗਾਰ ਦੇਣਾ ਪੈਣਾ ਆ। ਇੱਥੇ ਜਿੱਦਾਂ ਵੀਰ ਜੀ ਨੇ ਗੱਲ ਕੀਤੀ ਨਾ PR ਪੰਜਾਬ ਦੇ, ਉਹ ਮਨਦੀਪ ਕੌਰ ਟਾਂਗਰਾ ਨਾਂ ਦੀ ਇੱਕ ਭੈਣ ਹੈ ਜੀ ਅੰਮ੍ਰਿਤਸਰ ਇਲਾਕੇ ਦੇ ਵਿੱਚ, ਜਿਨ੍ਹਾਂ ਨੇ ਬਹੁਤ ਸੋਹਣੀ ਕੰਪਨੀ ਖੋਲੀ ਹੈ ਜੀ, ਔਰ ਲਗਭਗ 150 ਤੋਂ ਉੱਤੇ ਨੌਜਵਾਨ ਵੀਰ ਭੈਣਾਂ ਉੱਥੇ ਜੋਬ ਕਰ ਰਹੇ ਨੇ। ਸੋ ਇਦਾਂ ਦੇ ਉਪਰਾਲੇ ਜਿਹੜੇ ਆ ਸਾਨੂੰ NRI ਵੀਰਾਂ ਭੈਣਾਂ ਨੂੰ ਰਲ ਕੇ ਖੋਲਣੇ ਪੈਣਗੇ, ਕਰਨੇ ਪੈਣਗੇ, ਤਾਂ ਜੋ ਨੌਜਵਾਨ ਬੱਚਿਆਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾ ਸਕੇ ਤੇ ਉਹਨਾਂ ਨੂੰ ਰੋਕਿਆ ਜਾ ਸਕੇ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਜੀ ਭਈਆਂ ਦਾ ਤੇ ਕਸ਼ਮੀਰੀਆਂ ਦਾ ਜਿਹੜਾ ਆ ਵਾਸਾ ਪੰਜਾਬ ਦੇ ਵਿੱਚ ਵੱਧ ਰਿਹਾ ਹੈ। ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਨੂੰ ਜਿਹੜੀਆਂ ਇੱਥੇ ਜ਼ਮੀਨਾਂ, ਇਹਨਾਂ ਦੇ ਆਧਾਰ ਕਾਰਡ ਇੱਥੇ ਅਲਾਟ ਨਾ ਕੀਤੇ ਜਾਣ। ਤੇ ਦੂਜੀ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ, ਜਿਹੜੇ ਪੰਜਾਬ ਤੋਂ ਬਾਹਰ ਵਸਦੇ ਬੱਚੇ ਨੇ, ਜਿੱਦਾਂ ਅਸੀਂ ਪਿੱਛੇ ਜਦੋਂ ਬੰਗਾਲ ਟੂਰ ਕੱਢ ਕੇ ਆਏ ਹਾਂ, ਉਧਰ ਸ਼ਿਗਲੀਗਰ ਵਣਜਾਰੇ ਨੇ, ਉਧਰ ਪੰਜਾਬੀ ਭਾਸ਼ਾ ਦੀ ਬਹੁਤ ਜ਼ਰੂਰਤ ਹੈਗੀ ਹੈ। ਸੋ ਉਹ ਆਉਣਾ ਚਾਹੁੰਦੇ ਨੇ ਇਸ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ। ਉਹਨਾਂ ਲੋਕਾਂ ਨੂੰ ਇੱਥੇ ਲਿਆ ਕੇ ਜਿਹੜਾ ਆ ਵਸਾਇਆ ਜਾਵੇ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕੌਮ ਨੂੰ ਕਰਨਾ ਚਾਹੀਦਾ ਹੈ। ਸੋ ਇਦਾਂ ਦੇ ਜਿਹੜੇ ਉਪਰਾਲੇ ਜਦੋਂ ਅਸੀਂ ਕਰਾਂਗੇ, ਸ਼ਿਗਲੀਗਰ ਵਣਜਾਰੇ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਉਹ ਕੌਮ ਬਹੁਤ ਹੀ, ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਜੰਗਾਂ ਵੀ ਲੜੀਆਂ, ਬੜਾ ਕੁਝ ਕੀਤਾ ਉਹਨਾਂ ਨੇ। ਸੋ ਉਹਨਾਂ ਨੂੰ ਵੀ ਸੰਭਾਲਣ ਦੀ ਜਿਹੜੀ ਹੈ ਜ਼ਰੂਰਤ ਹੈਗੀ ਹੈ। ਸੋ ਮੈਂ ਇੰਨਾ ਹੀ ਕਹਾਂਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਗੁਰਜੋਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਹੀ ਪਿਆਰ ਨਾਲ
ਦੋ ਚਾਰ ਗੱਲਾਂ ਇੰਨੀਆਂ ਸੋਹਣੀਆਂ ਕਹਿ ਗਏ ਹੋ ਨਾ, ਔਰ ਉਹਨਾਂ ਤੇ ਧਿਆਨ ਦੇਣਾ। ਇੱਕ ਤੇ ਪੰਜਾਬ ਦੇ ਯੂਥ ਨੇ ਪੰਜਾਬ 'ਚ ਕੰਮ ਕਰਨਾ ਬੰਦ ਕਰਤਾ, ਹਾਲਾਂਕਿ ਉਹ ਜਦੋਂ ਬਾਹਰ ਜਾਂਦੇ ਤਾਂ ਕੰਮ ਹੀ ਕਰਦੇ ਆ। ਤੋ ਇਹ ਨਹੀਂ ਕਿ ਕੰਮ ਕਰਨ ਤੋਂ ਉਹ ਕੰਮ ਨਹੀਂ ਕਰਦੇ, ਲੇਕਿਨ ਪੰਜਾਬ 'ਚ ਨਹੀਂ ਸੋਚਦੇ, ਉਹ ਬਾਹਰ ਹੀ ਜਾਂਦੇ ਆ। ਤੇ ਬਾਕੀ ਆਪ ਜੀ ਨੇ ਇਹ ਵੀ ਕਿਹਾ ਕਿ ਸਾਨੂੰ ਗਵਰਨਮੈਂਟ ਨੂੰ ਅਵੇਅਰ ਕਰਨਾ ਕਿ ਬਈ ਸਾਡੇ ਜਿਹੜਾ ਪੰਜਾਬ ਦਾ ਯੂਥ ਨੂੰ ਉੱਥੇ ਅਪਰਚੁਨਿਟੀ ਮਿਲੇ। MA ਕਰਕੇ ਪੰਜਾਬ ਦਾ ਯੂਥ ਵਿਦਆਊਟ ਜੌਬਸ ਉੱਥੇ ਰਹਿ ਰਿਹਾ। ਵਾਈ ਆਰਟ ਵੀ ਗੈਟਿੰਗ ਪੰਜਾਬ ਯੂਥ ਗਵਰਨਮੈਂਟ ਜੌਬਸ ਵੈਨ ਬਾਹਰ ਤੋਂ ਆ ਕੇ ਲੋਕੀ ਪੰਜਾਬ ਦੇ ਵਿੱਚ ਸਾਰੀਆਂ ਹਾਈ ਪੋਸਟਾਂ ਤੇ ਲੱਗੇ ਹੋਏ ਆ। ਤੇ ਆਪ ਜੀ ਨੇ ਇੱਕ ਗੱਲ ਕਹੀ ਹੈ ਕਿ ਜਿਹੜੇ ਵੀ ਸਿੱਖ ਲੀਡਰ ਵਰਗੇ ਸਾਡੇ ਵੀਰ ਬਾਹਰ ਬੈਠੇ ਆ, ਉਹਨਾਂ ਨੂੰ ਪੰਜਾਬ 'ਚ ਲਿਆਂਦਾ ਜਾਵੇ। ਐਂਡ ਮੇਬੀ ਆਈ ਵੁੱਡ ਐਡ ਟੂ ਵਟ ਯੂ ਜਸਟ ਸੈਡ ਕਿ ਜੇ ਭਈਏ ਆ ਕੇ ਪੰਜਾਬ 'ਚ ਆਪਣੀ ਰੋਟੀ ਕਮਾ ਸਕਦੇ ਆ, ਤੇ ਮੇਰੇ ਸਿੱਖ ਲੀਡਰ ਵੀਰ ਵੀ ਅਸੀਂ ਜੇ ਉਹਨਾਂ ਨੂੰ ਲੈ ਆਈਏ ਤਾਂ ਉਹ ਵੀ ਆਪਣੀ ਰੋਟੀ ਕਮਾ ਸਕਣਗੇ। ਸਾਨੂੰ ਸ਼ਾਇਦ ਉਹਨਾਂ ਨੂੰ ਅਵੇਅਰਨੈਸ ਦੇਣ ਦੀ ਜ਼ਰੂਰਤ ਹੈ। ਆਪ ਜੀ ਦਾ ਬਹੁਤ ਧੰਨਵਾਦ। ਨੈਕਸਟ ਸਪੀਕਰ ਸਰਦਾਰ ਗੁਰਪ੍ਰੀਤ ਸਿੰਘ ਜੀ ਉੱਪੋ। ਸਰਦਾਰ ਗੁਰਪ੍ਰੀਤ ਸਿੰਘ ਜੀ ਉੱਪੋ। ਹੈਗੇ ਹੋ ਵੀਰ ਜੀ? ਨਹੀਂ ਵੀਰ ਜੀ, ਨੈਕਸਟ ਸਪੀਕਰ ਨਹੀਂ ਦਿਸ ਰਹੇ। ਨੈਕਸਟ ਸਪੀਕਰ ਡਾਕਟਰ ਸਰਬਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਬਹੁਤ ਸੋਹਣਾ ਅਸੀਂ ਲਿਆ ਵਾ ਕਿ ਪੰਜਾਬ ਦੇ ਸਿੱਖਾਂ ਦੀ ਘਟ ਰਹੀ ਪਰਸੈਂਟੇਜ ਜਿਹੜੀ ਹੈਗੀ ਆ, ਉਹਦੇ ਵਾਸਤੇ ਕੀ ਕਾਰਨ ਵੀ ਅਸੀਂ ਵੇਖਣੇ ਆ ਤੇ ਉਪਾਅ ਵੇਖਣ, ਕਿਉਂਕਿ ਕਾਰਨ ਲੱਭਾਂਗੇ ਤਾਂ ਇਹ ਉਪਾਅ ਜਿਹੜਾ ਹੈਗਾ ਵਾ ਉਹ ਅਸੀਂ ਲੱਭ ਸਕਦੇ ਹਾਂ। ਜੇ ਵੇਖਿਆ ਜਾਵੇ ਸਿੱਖਾਂ ਦੀ ਸਮੱਸਿਆ ਦੇ ਬਹੁਤ ਸਾਰੇ ਕਾਰਨ ਆ, ਜਿਨ੍ਹਾਂ 'ਚ ਧਾਰਮਿਕ ਵੀ ਆ ਜਾਂਦੇ ਆ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ, ਸਦਾਚਾਰਕ, ਪਰਿਵਾਰਕ ਤੇ ਆਰਥਿਕ। ਇਹ ਸਾਰੇ ਇਹਨਾਂ ਸਾਰਿਆਂ ਕਾਰਨਾਂ ਕਰਕੇ ਜਿਹੜਾ ਹੈਗਾ ਵਾ ਸਾਨੂੰ ਜਿਹੜੀਆਂ ਸਮੱਸਿਆ ਆ ਰਹੀਆਂ। ਔਰ ਅੱਜ ਦੇ ਸਿੱਖ ਜਿਹੜੇ ਹੈਗੇ ਆ, ਸਭ ਤੋਂ ਵੱਡੀ ਗੱਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਜਾ ਰਹੇ ਆ। ਔਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਜਾ ਰਹੇ ਆ ਤੇ ਸਮਝ ਲਓ ਸਿੱਖੀ ਤੋਂ ਦੂਰ ਜਾ ਰਹੇ ਆ। ਜੇਕਰ ਪੰਜਾਬ ਦੀ ਸਿੱਖਾਂ ਦੀ ਆਬਾਦੀ ਵਿੱਚ ਵਾਧਾ ਕਰਨਾ ਵਾ ਤੇ ਸਾਨੂੰ ਇਹ ਸਾਰੇ ਮਸਲੇ ਜਿਹੜੇ ਹੈਗੇ ਆ ਉਹ ਹੱਲ ਕਰਨੇ ਪੈਣੇ ਆ। ਔਰ ਸੱਚੇ ਧਰਮ ਦਾ ਗਿਆਨ ਆਪ ਲੈਣਾ ਵਾ ਤੇ ਦੂਸਰਾ ਨੇ ਵੀ ਸਾਂਝਾ ਕਰਨਾ ਵਾ। ਕਬੀਰ ਸਾਹਿਬ ਦਾ ਬੜਾ ਸੁੰਦਰ ਸ਼ਬਦ ਹੈ, ਕਬੀਰ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਸਭ ਤੋਂ ਵੱਡੀ ਚੀਜ਼ ਆ ਗਿਆਨ ਵਧਾਉਣਾ ਵਾ ਔਰ ਝੂਠ ਪਾਪ ਜਿਹੜਾ ਉਹ ਘਟਾਉਣਾ ਵਾ। ਇਹ ਸਿੱਖੀ ਦਾ ਆਧਾਰ ਜਿਹੜਾ ਸੱਚ ਤੇ ਆ ਔਰ ਸੱਚਾ ਧਰਮ ਹੈ। ਇਸ ਲਈ ਗੁਰਬਾਣੀ ਤੇ ਦੁਨਿਆਵੀ ਸਿੱਖਿਆ ਦੋਵਾਂ ਦਾ ਗਿਆਨ ਸਾਨੂੰ ਉੱਚੇ ਪੱਧਰ ਤੇ ਕਰਨਾ ਪੈਣਾ ਵਾ, ਤਾਂ ਇਹ ਦੋਵੇਂ ਚੀਜ਼ਾਂ ਪੈਰਲਲ ਚੱਲ ਸਕਦੀਆਂ। ਜੇ ਸਿੱਖਾਂ ਦੀ ਆਬਾਦੀ ਵਿੱਚ ਵਾਧਾ ਕਰਨਾ ਵਾ ਤੇ ਜ਼ਰੂਰੀ ਗੱਲ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਹੀ ਸਿੱਖਿਆ ਦੇਣ ਦਾ ਉਪਰਾਲਾ ਵੀ ਸਾਨੂੰ ਵੱਡੇ ਪੱਧਰ ਤੇ ਕਰਨਾ ਪੈਣਾ ਵਾ। ਕਿਉਂਕਿ ਜੇਕਰ ਧਰਮ ਬਾਰੇ ਸਹੀ ਗਿਆਨ ਨਹੀਂ ਤਾਂ ਉਹ ਸਿੱਖੀ ਵੱਲ ਤੇ ਟਿਕ ਹੀ ਨਹੀਂ ਸਕਦੇ, ਕਿਸੇ ਤਰ੍ਹਾਂ ਵੀ ਥਿੜਕ ਸਕਦੇ ਆ। ਇਸ ਕਰਕੇ ਇਹ ਗਿਆਨ ਜਿਹੜਾ ਹੈਗਾ ਵਾ, ਸੱਚ ਦਾ ਗਿਆਨ ਦੇਣਾ ਜਿਹੜਾ ਹੈਗਾ ਵਾ, ਉਹ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ। ਗੁਰਬਾਣੀ ਦੀ ਸਿੱਖਿਆ ਵੀ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਹਾ ਹੈ, ਘਰ ਘਰ ਅੰਦਰ ਧਰਮਸਾਲ ਜਿਹੜਾ ਹੈਗਾ ਵਾ, ਉਸ ਤਰ੍ਹਾਂ ਉੱਚੇ ਪੱਧਰ ਤੇ ਹੋਣੀ ਚਾਹੀਦੀ ਹੈ। ਗੁਰਬਾਣੀ ਨੇ ਮਨ ਦੇ ਵੀ ਸੁਧਾਰ ਕਰਨੇ ਆ ਔਰ ਤਨ ਦੇ ਵੀ ਸੁਧਾਰ ਕਰਨੇ, ਔਰ ਦੋਵੇਂ ਜਿਹੜੇ ਹੈਗੇ ਆ ਜਨਰਲ ਤੇ ਗੁਰਬਾਣੀ ਦੀ ਐਜੂਕੇਸ਼ਨ ਦੇ ਕੰਬੀਨੇਸ਼ਨ ਨਾਲ ਚਲਾਉਣਾ ਹੈਗਾ। ਔਰ ਇਸ ਕਰਕੇ ਗੁਰਬਾਣੀ ਦੀ ਸਿੱਖਿਆ ਬੇਸਿਕ ਲੈਵਲ ਤੇ ਸਾਨੂੰ ਬਹੁਤ ਉੱਚੇ ਪੱਧਰ ਤੇ ਕਰਨੀ ਪੈਣੀ ਆ। ਬਲਕਿ ਜਿਸ ਤਰ੍ਹਾਂ ਅਸੀਂ ਬਾਕੀ ਸਬਜੈਕਟਸ ਬੱਚਿਆਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਪੜ੍ਹਾਉਣੇ ਆ, ਸਾਨੂੰ ਗੁਰਬਾਣੀ ਵੀ ਉਸ ਤਰ੍ਹਾਂ ਪੜ੍ਹਾਉਣੀ ਆ। ਇਹ ਨਹੀਂ ਕਿ ਸਿਰਫ ਜਿਹੜਾ ਹੈਗਾ ਖਾਲੀ ਵਾਹਿਗੁਰੂ ਕਰਦੇ ਰਹੋ ਔਰ ਖਾਲੀ ਰੋਜ਼ ਪਾਠ ਕਰ ਲਿਆ ਤੇ ਕੰਮ ਮਤਲਬ ਹੋ ਗਿਆ। ਉਸ ਪਾਠ ਨੂੰ ਸਮਝਣਾ ਵੀ ਆ ਔਰ ਜੀਵਨ ਦਾ ਹਿੱਸਾ ਵੀ ਬਣਾਉਣਾ ਵਾ। ਔਰ ਜੇਕਰ ਅਸੀਂ ਸਰਕਾਰਾਂ ਜਾਂ ਹੋਰ ਪ੍ਰਬੰਧਕ ਕਰਮੀਆਂ ਤੇ ਨਿਰਭਰ ਕਰਨ ਦੇ ਲੱਗੇ ਰਹੇ ਤਾਂ ਸ਼ਾਇਦ ਮਸਲੇ ਹੱਲ ਨਾ ਹੋਣ। ਸਾਨੂੰ ਇਕੱਠੇ ਹੋ ਕੇ ਹੋਏ ਇਕੱਤਰ ਮੇਰੇ ਭਾਈ ਦੀ ਤਰ੍ਹਾਂ ਜਿਹੜੇ ਹੈਗੇ ਸਾਰੇ ਤਰੀਕੇ ਅਪਣਾਉਣੇ ਪੈਣੇ ਆ। ਸਥਾਨਕ ਪੱਧਰ ਤੇ ਸਿੱਖਿਆ ਦੇ ਕੇਂਦਰ ਸਥਾਪਿਤ ਕਰਨੇ ਪੈਣੇ ਆ ਔਰ ਗੁਰਬਾਣੀ ਤੇ ਦੁਨਿਆਵੀ ਦੀ ਸਿੱਖਿਆ ਵਾਸਤੇ ਖਾਸ ਤੌਰ ਤੇ ਜਨਰਲ ਤੌਰ ਤੇ ਸੈਮੀਨਾਰਸ, ਵਰਕਸ਼ਾਪ, ਜ਼ੂਮ ਮੀਟਿੰਗਾਂ ਜਿਹੜੀ ਕਿ ਕਿਸੇ ਵੀ ਦੁਨੀਆ ਦੇ ਕੋਨੇ ਤੋਂ ਕੀਤੀਆਂ ਜਾ ਸਕਦੀਆਂ, ਇਹਨਾਂ ਚੀਜ਼ਾਂ ਵਿੱਚ ਸਾਨੂੰ ਵਾਧਾ ਕਰਨਾ ਪੈਣਾ। ਜਿੱਥੋਂ ਤੱਕ ਰੁਜ਼ਗਾਰ ਦਾ ਸੰਬੰਧ ਹੈਗਾ, ਸਿੱਖਾਂ ਦਾ ਬਾਹਰ ਜਾਣ ਦਾ ਕਾਰਨ ਇਹ ਹੋਈ ਆ
ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਰੁਜ਼ਗਾਰ ਦੀ ਕਮੀ ਹੈ। ਸਥਾਨਕ ਸਰਕਾਰਾਂ ਰੁਜ਼ਗਾਰ ਵਾਸਤੇ ਸਹਾਇਤਾ ਨਹੀਂ ਕਰ ਰਹੀਆਂ। ਇਸ ਕਰਕੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਜਾਂ ਹੋਰ ਜਿਹੜੇ ਸਿੱਖ ਜਿਹੜੇ ਹੈਗੇ ਆ ਉਹ ਆਪਣੇ ਕੇਂਦਰ ਪੰਜਾਬ 'ਚ ਖੋਲ੍ਹ ਸਕਦੇ ਆ। ਖਾਸ ਤੌਰ ਤੇ ਜੇ ਕੰਪਿਊਟਰ ਦੀਆਂ ਕੰਪਨੀਆਂ ਖੋਲ੍ਹਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਜਿਹੜੇ ਹੈਗਾ ਵਾ ਘਰ ਬੈਠੇ ਹੀ ਲੋਕੀ ਕੰਮ ਕਰ ਸਕਦੇ ਆ ਔਰ ਜਿਹੜੇ ਕਿ ਆਸਾਨੀ ਨਾਲ ਖੋਲ੍ਹੇ ਜਾ ਸਕਦੇ ਆ ਔਰ ਉਹਨਾਂ ਵਿੱਚ ਪਬਲਿਕ ਜਾਂ ਯੂਨੀਅਨ ਦੀ ਇੰਟਰਫੇਰੈਂਸ ਜਿਹੜੀ ਹੈਗੀ ਘਟ ਜਾਂਦੀ ਹੈਗੀ ਆ। ਸਾਨੂੰ ਲੋੜ ਹੈਗੀ ਆ ਡਿਪਲੋਮਾ, ਡਿਗਰੀ ਕਾਲਜਿਸ, ਇੰਜੀਨੀਅਰਿੰਗ ਤੇ ਹੋਰ ਜਿੰਨੇ ਵੀ ਵੱਧ ਤੋਂ ਵੱਧ ਫੀਲਡ ਹੋ ਸਕਦੇ ਹੈਗਾ ਉਹਨਾਂ ਨੂੰ ਐਕਸਪਲੋਰ ਕੀਤਾ ਜਾਵੇ ਤਾਂ ਜੋ ਐਜੂਕੇਸ਼ਨ ਦਾ ਲੈਵਲ ਵੀ ਵਧੇ ਤੇ ਜੌਬ ਦੀ ਅਪਰਚੁਨਿਟੀ ਵੀ ਵਧੇ। ਦੂਸਰੀ ਗੱਲ ਹੈਗੀ ਆ ਦੂਸਰੇ ਧਰਮਾਂ ਵਿੱਚ ਜਾਣ ਤੋਂ ਵੀ ਰੋਕਣਾ, ਕਿਉਂਕਿ ਸਿੱਖ ਬੱਚੇ ਤੇ ਬੱਚੀਆਂ ਦੂਸਰੇ ਧਰਮਾਂ ਵਿੱਚ ਜਾ ਰਹੇ ਹਨ ਔਰ ਉਸ ਦਾ ਕਾਰਨ ਇਹ ਹੈ ਕਿ ਸਾਡੇ ਗੁਰਦੁਆਰਿਆਂ ਔਰ ਘਰਾਂ ਵਿੱਚ ਗੁਰਬਾਣੀ ਦੀ ਸਿੱਖਿਆ ਦੀ ਬਜਾਏ ਭਰਮਾਂ, ਵਹਿਮਾਂ, ਰਵਾਇਤਾਂ ਜਾਂ ਕਹਾਣੀਆਂ ਵਿੱਚ ਅਸੀਂ ਰੁੱਝੇ ਰਹਿੰਦੇ ਹਾਂ। ਭਾਈ ਗੁਰਦਾਸ ਦਾ ਸ਼ਬਦ ਵਾਰ ਹੈ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਕਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈਏ। ਇਸ ਕਰਕੇ ਸਾਨੂੰ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਤੇ ਨਿਰਭਰ ਨਹੀਂ ਕਰਨਾ, ਆਪਣੇ ਆਪ ਇੰਡੀਪੈਂਡੈਂਟ ਤੌਰ ਤੇ ਇਹ ਉਪਰਾਲੇ ਕਰਨੇ ਆ, ਆਪਣੇ ਇੰਡੀਪੈਂਡੈਂਟ ਸਿਖਲਾਈ ਕੇਂਦਰ ਖੋਲ੍ਹਣੇ ਪੈਣੇ ਆ, ਇੰਡੀਪੈਂਡੈਂਟ ਆਰਗੇਨਾਈਜੇਸ਼ਨ ਕਰਨੀਆਂ ਪੈਣੀਆਂ ਤਾਂ ਜੋ ਜਿਹੜਾ ਕਿ ਇਹਨਾਂ ਤੇ ਡਿਪੈਂਡੈਂਟ ਨਾ ਰਹੀਏ, ਆਪਣੇ ਆਪ ਦੇ ਤੌਰ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ। ਕਿਸੇ ਵੀ ਕੌਮ ਨੂੰ ਜਾਂ ਸੰਸਥਾ ਨੂੰ ਤੋੜਨ ਵਾਸਤੇ ਨਾ ਇਹ ਰਾਜਨੀਤਿਕ ਤੌਰ ਤੇ ਚਾਲਾਂ ਚੱਲੀਆਂ ਜਾਂਦੀਆਂ, ਜਿਸ ਤਰ੍ਹਾਂ ਕਿ ਸਾਮ ਡਿਪਲੋਮੈਸੀ ਜਿਹਦੇ ਵਿੱਚ ਆ ਜਾਂਦੀ ਰਾਜਨੀਤਿਕ ਚਾਲਾਂ ਜਾਂ ਅੰਦਰ ਵੜ ਕੇ ਖਰਾਬੀ ਕਰਨਾ। ਇਹ ਚੀਜ਼ਾਂ ਸਿੱਖਾਂ ਵਿੱਚ ਬਹੁਤ ਦੇਰ ਤੋਂ ਹੋ ਰਹੀਆਂ। ਦਾਮ ਖਰੀਦਣ ਤੇ ਲਾਲਚ ਦੇ ਕੰਮ ਵੀ ਤੁਸੀਂ ਆਮ ਵੇਖਦੇ ਕਿਸ ਤਰ੍ਹਾਂ ਸਾਡੇ ਪੋਲੀਟੀਸ਼ੀਅਨ ਖਰੀਦੇ ਜਾ ਰਹੇ ਆ। ਦੰਡ, ਸਜ਼ਾ, ਕਤਲ ਜਾਂ ਕਿਸੇ ਵੀ ਕੇਸ ਵਿੱਚ ਫਸਾਉਣਾ, ਇਹ ਵੀ ਤੁਸੀਂ ਵੇਖ ਸਕਦੇ ਕਿਸ ਤਰ੍ਹਾਂ ਕਈ ਸਿੱਖਾਂ ਦੇ ਜਿਹੜੇ ਹੈਗੇ ਹਾਲੇ ਵੀ ਕਈ ਸਾਲਾਂ ਤੋਂ ਬਿਨਾਂ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਪਏ ਹੈਗੇ ਆ। ਉਸ ਤੋਂ ਸਭ ਤੋਂ ਵੱਡੀ ਗੱਲ ਆ ਭੇਦ ਭਾਵ ਆਪਸੀ ਫੁੱਟਪਾਥ ਜਿਹੜੀ ਕਿ ਡੇਰਿਆਂ ਜਾਂ ਹੋਰ ਦੂਸਰਿਆਂ ਨੇ ਸਾਡੇ ਅੰਦਰ ਬੜੇ ਵੱਡੇ ਪੱਧਰ ਤੇ ਲੈ ਆਂਦੀ ਹੈਗੀ ਆ ਔਰ ਇਹਨਾਂ ਸਾਰਿਆਂ ਵਾਸਤੇ ਸਾਨੂੰ ਰੋਕਣ ਵਾਸਤੇ ਸਾਨੂੰ ਤਰੀਕੇ ਅਪਣਾਉਣੇ ਪੈਣੇ ਹਨ। ਦੂਸਰੀ ਗੱਲ ਹੈਗੀ ਆ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਬਹੁਤ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ, ਇਸ ਨੂੰ ਵੀ ਰੋਕਣਾ ਵਾ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਿਹੜਾ ਹੈਗਾ ਵਾ ਕਈ ਚੁਟਕਲੇ ਸੁਣਾ ਕੇ ਜਾਂ ਉਹਨਾਂ ਦਾ ਮੋਰਲ ਜਿਹੜਾ ਹੈਗਾ ਵਾ ਉਹ ਡਿੱਗਿਆ ਜਾਂਦਾ ਵਾ। ਇਸ ਨੂੰ ਵੀ ਠੱਲ ਪਾਉਣੀ ਆ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਵੀ ਬਹੁਤ ਹੋ ਰਹੀਆਂ। ਦੂਸਰੀ ਗੱਲ ਆ ਪੰਜਾਬ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਦਾ ਵਾਧਾ ਬੜੀ ਵੱਡੇ ਪੱਧਰ ਤੇ ਹੋ ਰਿਹਾ। ਇਸੇ ਵਾਸਤੇ ਸਾਡਾ ਖਾਣ ਪੀਣ ਦੇ ਕਾਰਨਾਂ ਵੀ ਆ ਜਾਂਦੀਆਂ, ਜ਼ਮੀਨਾਂ ਵਿੱਚ ਖਾਦਾਂ ਜਾਂ ਹੋਰ ਜਿਹੜੇ ਹੈਗੇ ਆ ਥਰਮਲ ਪਲਾਂਟ ਜਿਨ੍ਹਾਂ ਤੋਂ ਜਿਹੜਾ ਹੈਗਾ ਵਾ ਕੋਲ ਐਸ਼ ਜਾਂ ਹੋਰ ਯੂਰੇਨੀਅਮ ਮੈਟਲ ਜਾਂ ਹੋਰ ਕਈ ਚੀਜ਼ਾਂ ਆ ਰਹੀਆਂ ਹਨ ਜਾਂ ਕਈਆਂ ਥਾਵਾਂ ਤੇ ਜਿਹੜਾ ਹੈਗਾ ਵਾ ਪੋਇਜ਼ਨਸ ਐਲੀਮੈਂਟਸ ਜਿਹੜੇ ਹੈਗਾ ਜ਼ਿਆਦਾ ਹੈਗੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਸਾਡੇ ਸਿੱਖਾਂ ਦੇ ਬਿਮਾਰੀਆਂ ਦੇ ਵਿੱਚ ਕਾਰਨ ਦਾ ਬਣ ਗਏ ਆ। ਸਿੱਖਾਂ ਦਾ ਸਪਰਮ ਕਾਊਂਟ ਜਿਹੜਾ ਹੈਗਾ ਵਾ ਉਹ ਵੀ ਬਹੁਤ ਘਟ ਰਿਹਾ। ਇਹੋ ਹੀ ਕਾਰਨ ਹੈਗਾ ਵਾ ਕਿ ਪਰਿਵਾਰਕ ਗਿਣਤੀ ਜਿਹੜੀ ਹੈਗੀ ਆ ਉਸ ਵਿੱਚ ਕੋਸ਼ਿਸ਼ ਵੀ ਕੀਤੀ ਜਾਵੇ ਤਾਂ ਵੀ ਵਾਧੇ ਨਹੀਂ ਹੁੰਦੇ। ਪ੍ਰਦੂਸ਼ਣ ਤੇ ਖਾਣ ਵਾਲੀ ਚੀਜ਼ਾਂ ਵਿੱਚ ਮਿਲਾਵਟ ਜਿਹੜੀ ਹੈਗੀ ਉਹ ਸਾਨੂੰ ਰੋਕਣੀ ਪੈਣੀ ਆ। ਗਰੀਬ ਸਿੱਖ ਪਰਿਵਾਰਾਂ ਜਿਸ ਤਰ੍ਹਾਂ ਕਿ ਸਿੱਖਲੀ ਘਰ ਬਣ ਜਾ ਰਹੇ, ਇਹਨਾਂ ਨੂੰ ਮਾਇਕ ਤੇ ਡਾਕਟਰੀ ਤੇ ਐਜੂਕੇਸ਼ਨ ਸਹਾਇਤਾ ਜਿਹੜੀ ਹੈਗੀ ਆ ਉਹ ਸਾਨੂੰ ਦੇਣੀ ਪੈਣੀ ਹੈਗੀ ਆ ਔਰ ਸਾਨੂੰ ਇਹ ਕਰਨਾ ਪੈਣਾ ਕਿ ਸਿੱਖਾਂ ਨੂੰ ਆਪਣਾ ਡੈਥ ਰੇਟ ਘਟਾਉਣਾ ਵਾ ਔਰ ਬਰਥ ਰੇਟ ਵਧਾਉਣਾ ਵਾ ਤਾਂ ਜੋ ਇਸ ਨੂੰ ਬੈਲੈਂਸ ਕੀਤਾ ਜਾ ਸਕੇ। ਸਿੱਖੀ ਤੋਂ ਦੂਰ ਜਾ ਰਹੇ ਬੱਚੇ ਤੇ ਬੱਚਿਆਂ ਨੂੰ ਗੁਰਬਾਣੀ ਦੀ ਸਹੀ ਜਾਣਕਾਰੀ ਦੇ ਕੇ ਵਾਪਸ ਸਿੱਖੀ ਵਿੱਚ ਲਿਆਉਣ ਦੇ ਵੀ ਉਪਰਾਲੇ ਕਰਨੇ ਪੈਣੇ ਆ ਕਿਉਂਕਿ ਜਿਹੜੇ ਹੈਗੇ ਸਿੱਖਾਂ ਦਾ ਕਾਫੀ ਸਮਾਂ ਪਹਿਲਾਂ ਜਿਹੜਾ ਹੈਗਾ ਬੱਚਿਆਂ ਨੇ ਕੇਸ ਕਤਲ ਕਰਨੇ ਸ਼ੁਰੂ ਕਰਤੇ ਰਹੇ, ਹੁਣ ਤੇ ਸਿੱਖੀ ਤੋਂ ਬਿਲਕੁਲ ਦੂਰ ਜਾ ਰਹੇ ਆ। ਉਹ ਸਾਰੀ ਚੀਜ਼ ਵਾਪਸ ਕਰ ਲੈਣ ਪੈਣੀ ਆ। ਸਿੱਖ ਬੱਚਿਆਂ ਨਾਲ ਵਿਆਹ ਕਰਾਉਣ ਤੋਂ ਜੋ ਹੈਗਾ ਝਿਜਕਦੀਆਂ ਵਾ, ਉਹਦੇ ਜੋ ਕਾਰਨ ਬਣੇ ਆ ਉਹਨਾਂ ਨੂੰ ਰੋਕਣਾ ਪੈਣਾ ਵਾ। ਦਾਜ ਦਾ ਲਾਲਚ, ਵਿਆਹ ਵਿੱਚ ਜੇ ਬੱਚੀ ਆ ਗਈ ਉਹਨੂੰ ਤੰਗ ਕਰਨਾ, ਲੜਕਿਆਂ ਦਾ ਅਵਾਰਾਗਰਦੀ ਕਰਨਾ, ਇਹ ਸਾਰੇ ਕਾਰਨ ਹੈਗੇ ਜਿਹੜੇ ਹੈਗੇ ਆ ਬੱਚਿਆਂ ਦੇ ਕਰੈਕਟਰ ਵਿੱਚ ਫਰਕ ਪਾਉਂਦੇ ਆ। ਲੜਕੀਆਂ ਉੱਪਰ ਰੋਹ ਪਾਉਣ ਦੀ ਬਜਾਏ ਲੜਕਿਆਂ ਨੂੰ ਆਪ ਘਰ ਦੇ ਕੰਮ ਸਿੱਖਣ ਦੀ ਜਿਹੜੀ ਹੈਗੀ ਆ ਉਹ ਜਾਚ ਸਿਖਾਉਣੀ ਪੈਣੀ ਆ। ਦੂਸਰਾ, ਲੜਕਿਆਂ ਨੂੰ ਲੜਕੀਆਂ ਦੀ ਇੱਜ਼ਤ ਕਰਨੀ ਵੀ ਸਿਖਾਉਣੀ ਪੈਣੀ ਆ ਔਰ ਇਸ ਦੇ ਨਾਲ ਇੱਕ ਹੋਰ ਵੀ ਹੈਗਾ ਵਾ ਕਿ ਕਈ ਲਾਲਚੀ ਲੜਕੀਆਂ ਵੀ ਆਪਣੇ ਸਹੁਰਿਆਂ ਨੂੰ ਤੰਗ ਕਰਦੀਆਂ ਹਨ ਔਰ ਇਸ ਸੰਬੰਧੀ ਵੀ ਜਿਹੜੀ ਸਿੱਖਿਆ ਦੇਣ ਦੇ ਉਪਰਾਲੇ ਸਾਨੂੰ ਕਰਨੇ ਪੈਣੇ ਆ। ਦੂਸਰੀ ਗੱਲ ਹੈਗੀ ਆ ਗੈਰ ਸਿੱਖਾਂ ਦਾ ਪੰਜਾਬ ਵਿੱਚ ਜਿਸ ਤਰ੍ਹਾਂ ਪ੍ਰਵਾਸ ਰੋਕਣ ਦੀ ਵੀ ਗੱਲ ਹੋਈ ਆ। ਸਿੱਖ ਬੱਚੇ ਤੇ ਬੱਚਿਆਂ ਲਈ ਪੰਜਾਬ ਵਿੱਚ ਸਿੱਖਿਆ ਤੇ ਰੁਜ਼ਗਾਰ ਦੇ ਉਚੇਚੇ ਤਰੀਕੇ ਸਾਨੂੰ ਅਪਣਾਉਣੇ ਪੈਣੇ ਆ ਤਾਂ ਜੋ ਉਹਨਾਂ ਨੂੰ ਇੱਥੇ ਹੀ ਜਿਹੜਾ ਹੈਗਾ ਵਾ ਜੌਬ ਮਿਲ ਸਕੇ। ਖਾਸ ਤੌਰ ਤੇ ਜਿਹੜੇ ਹੈਗੇ ਅਸੀਂ ਏਜੰਟਾਂ ਨਾਲ ਜਿਹੜਾ ਹੈਗਾ ਵਾ ਉਹ ਬਹੁਤ ਬਰਬਾਦ ਹੋ ਰਿਹਾ। ਲੋਕ ਏਜੰਟਾਂ ਦੇ ਚੱਕਰ ਵਿੱਚ ਫਸ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਜਿਹੜੇ ਹੈਗਾ ਵਾ ਨਾ ਇੱਧਰ ਦੇ ਰਹਿੰਦੇ ਆ ਨਾ ਕਈ ਉੱਧਰ ਦੇ ਰਹਿੰਦੇ ਆ। ਉਹ ਵੀ ਜਿਹੜਾ ਹੈਗਾ ਵਾ ਲੋਕਾਂ ਨੂੰ ਐਜੂਕੇਟ ਕਰਨਾ ਪੈਣਾ
ਕਿ ਆਪ ਕਰ ਸਭ ਕੁਝ ਕੰਮ ਕਰਨ ਦੀ ਕੋਸ਼ਿਸ਼ ਕਰੋ, ਏਜੰਟਾਂ ਤੇ ਨਿਰਭਰ ਨਾ ਕਰੋ। ਬੱਚਿਆਂ ਦੇ ਮਨ ਵਿੱਚ ਜੋ ਵੜ ਚੁੱਕਾ ਵਾ ਕਿ ਵਿਦੇਸ਼ਾਂ ਵਿੱਚ ਜਿਸ ਤਰ੍ਹਾਂ ਫੜ ਲੱਗੇ ਆ ਔਰ ਜਾ ਕੇ ਤੋੜ ਲੈਣੇ ਆ ਵਾ, ਉਹਨਾਂ ਨੂੰ ਸਮਝਾਉਣਾ ਪੈਣਾ ਵਾ ਕਿ ਉੱਥੇ ਵੀ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ, ਮਿਹਨਤ ਕਰਨੀ ਪੈਂਦੀ ਆ। ਜੇ ਮਿਹਨਤ ਤੁਸੀਂ ਉੱਥੇ ਕਰ ਸਕਦੇ ਜੇ, ਉਹ ਮਿਹਨਤ ਤੁਸੀਂ ਪੰਜਾਬ ਵਿੱਚ ਵੀ ਕਰਕੇ ਜਿਹੜਾ ਹੈਗਾ ਵਾ ਇੱਕ ਚੰਗੇ ਪੱਧਰ ਤੇ ਜਿਹੜਾ ਹੈਗਾ ਆਪਣਾ ਜੀਵਨ ਬਤੀਤ ਕਰ ਸਕਦੇ ਆ। ਲੋਕਾਂ ਨੂੰ ਸਹੀ ਸਿੱਖਿਆ ਦੇਣ ਦੀ ਸਾਨੂੰ ਬਹੁਤ ਜ਼ਰੂਰਤ ਹੈ। ਜੇਕਰ ਦੂਸਰੇ ਪ੍ਰਾਂਤਾਂ ਵਿੱਚ ਵੀ ਲੋਕ ਆ ਗਏ ਆ, ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਸਿੱਖੀ ਦੀ ਸਹੀ ਸਿੱਖਿਆ ਦੇ ਸਕੀਏ, ਤਾਂ ਜੋ ਜਿਹੜਾ ਹੈਗਾ ਵਾ ਉਹ ਵੀ ਜਿਹੜਾ ਹੈਗਾ ਵਾ ਸਿੱਖੀ ਦੇ ਵਿੱਚ ਪ੍ਰਵੇਸ਼ ਕਰ ਸਕਣ। ਔਰ ਸਾਰੇ ਮਸਲੇ ਅਗਰ ਹੱਲ ਕਰਨੇ ਆ ਤੇ ਗੁਰਬਾਣੀ ਇਹੋ ਹੀ ਸਾਨੂੰ ਸਿੱਖਿਆ ਦਿੰਦੀ ਆ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਇਸ ਕਰਕੇ ਲਗਾਤਾਰ ਉਦਮ ਤੇ ਉਪਰਾਲਿਆਂ ਦੀ ਲੋੜ ਹੈ। ਉਦਮ ਕਰਿੰਦਿਆਂ ਜਿਉ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਨਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਇਸ ਕਰਕੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸ ਕਰਕੇ ਆਓ ਸਾਰੇ ਜਣੇ ਆਪਣੇ ਸੋਚ ਤੇ ਮਾਨਸਿਕਤਾ ਜਿਹੜੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਸੁਣਾਈਏ, ਤਾਂ ਜੋ ਇਹ ਸਾਰੇ ਮਸਲੇ ਅਸੀਂ ਹੱਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਰਬਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਥੋੜੇ ਸਮੇਂ ਵਿੱਚ ਬਹੁਤ ਏਰੀਆ ਕਵਰ ਕਰ ਦਿੱਤਾ, ਔਰ ਮੈਂ ਤਾਂ ਰੀਅਲੀ ਇਹਨੂੰ ਸਮਰਾਈਜ਼ ਕਰਨਾ ਹੀ ਬਹੁਤ ਔਖਾ। ਮੈਂ ਮਹਿੰਦੀ ਇਹ ਕਹਿ ਦਿੰਦਾ ਕਿ ਤੁਸੀਂ ਬੜੀ ਗੱਲ ਇਹ ਕਰ ਗਏ ਹੋ ਕਿ ਜੇ ਅਸੀਂ ਸਾਰੇ ਜਿਹੜੇ ਘਰੋਂ ਆਪ ਆਪਣ ਤੇ ਆਪਣਾ ਆਪੇ ਹੀ ਕਾਜ ਸਵਾਰੀਏ, ਜੇ ਅਸੀਂ ਸਾਰੇ ਜਿਹੜੇ ਰਲ ਕੇ ਇਸ ਪਾਸੇ ਲੱਗ ਜਾਈਏ ਕਿ ਗੁਰਬਾਣੀ ਆਪ ਸਿੱਖੀਏ, ਗੁਰਬਾਣੀ ਆਪਣੇ ਬੱਚਿਆਂ ਤੱਕ ਨਹੀਂ ਬਾਕੀ ਸਾਰੀ ਦੁਨੀਆ ਤੱਕ ਪਹੁੰਚਾਈਏ, ਜਿਹੜੇ ਪ੍ਰਵਾਸੀ ਵੀ ਆ ਉਹਨਾਂ ਤੱਕ ਵੀ ਗੁਰਬਾਣੀ ਪਹੁੰਚਾਈਏ, ਪੰਜਾਬ ਵਿੱਚ ਸਿੱਖਾਂ ਦੀ ਪ੍ਰਤੀਸ਼ਤ ਆਪੇ ਹੀ ਵਧਣੀ ਸ਼ੁਰੂ ਹੋ ਜਾਏਗੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਨੈਕਸਟ ਸਪੀਕਰ ਡਾਕਟਰ HS ਵਿਰਕ। ਡਾਕਟਰ ਵਿਰਕ ਸਾਹਿਬ ਜੀ। ਮੇਰੇ ਕੋਲ HS ਵਿਰਕ ਹੈ, ਮੈਂ ਸਮਝਦਾ ਕਿ ਡਾਕਟਰ ਵਿਰਕ ਹੈ ਕਿ ਇਫ ਆਈ ਐਮ ਰੋਂਗ ਪਲੀਜ਼ HS ਵਿਰਕ। ਮੈਂ ਸਮਝਦਾ ਉਹਨਾਂ ਨੇ ਜੁਆਇਨ ਕੀਤਾ ਸੀ ਪਰ ਹੁਣ ਨਹੀਂ ਹੈ। ਤੁਸੀਂ ਨੈਕਸਟ ਸਪੀਕਰ ਲਓ। ਹਾਂ, ਮੈਂ ਇਹ ਸਮਝਦਾ ਕਿ HS ਵਿਰਕ ਸਰਦਾਰ ਹਰਦੇਵ ਸਿੰਘ ਜੀ, ਡਾਕਟਰ ਹਰਦੇਵ ਸਿੰਘ ਜੀ ਵਿਰਕ ਸੀ। ਨੈਕਸਟ ਸਾਡੇ ਕੋਲ ਭੈਣ ਜੀ ਜਾਂ ਬੇਟਾ ਵੀਰਪਾਲ ਕੌਰ ਜੀ। ਵੀਰਪਾਲ ਕੌਰ ਜੀ ਹੈਗੇ ਨਾਲ? ਭਾਜੀ ਨਹੀਂ, ਉਹ ਵੀਰ ਜੀ ਉਹਨਾਂ ਦੀ ਜਗ੍ਹਾ ਤੁਸੀਂ ਬਲਜਿੰਦਰ ਸਿੰਘ ਜੀ ਨੂੰ ਦਿਓ, ਉਹਨਾਂ ਦਾ ਮੈਸੇਜ ਆਇਆ ਸੀ। ਬਲਜਿੰਦਰ ਸਿੰਘ ਜੀ ਬੈਠੇ, ਉਹਨਾਂ ਨੂੰ ਦਿਓ। ਹਾਂਜੀ ਹਾਂਜੀ ਸਰਦਾਰ। ਨੈਕਸਟ ਸਪੀਕਰ ਉਦੋਂ ਵੀ ਵਾਰੀ ਬਲਜਿੰਦਰ ਸਿੰਘ ਜੀ ਦੀ ਹੋਈ ਹੈ। ਸਰਦਾਰ ਬਲਵਿੰਦਰ ਸਿੰਘ ਜੀ। ਬਲਜਿੰਦਰ ਸਿੰਘ। ਬਲਜਿੰਦਰ ਸਿੰਘ। ਹਾਂ, ਬਲਜਿੰਦਰ ਸਿੰਘ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਵੀਰ ਜੀ। ਹਾਂਜੀ, ਅੱਜ ਦਾ ਸਾਡਾ ਵਿਸ਼ਾ ਹੈ ਨਾ ਉਹ ਬਹੁਤ ਗੰਭੀਰ ਹੈ। ਆਪ ਜੀ ਦੀ ਆਵਾਜ਼ ਆ ਰਹੀ ਹੈ, ਕੱਟ ਰਹੀ ਹੈ। ਹਾਂਜੀ ਹੈਲੋ ਜੀ। ਹਾਂਜੀ, ਆਵਾਜ਼ ਆ ਰਹੀ ਜੀ ਸਾਫ? ਹਾਂਜੀ। ਅੱਜ ਦਾ ਜਿਹੜਾ ਸਾਡਾ ਵਿਸ਼ਾ ਨਾ ਜੀ, ਸਮੇਂ ਨੂੰ ਬਹੁਤ ਧਿਆਨ 'ਚ ਰੱਖ ਕੇ ਬੇਨਤੀ ਕਰ ਦੇਣੀ ਹੈ ਕਿ ਸਭ ਤੋਂ ਪਹਿਲੀ ਗੱਲ ਸਮਝਣ ਵਾਲੀ ਜਿਹੜੀ ਗੱਲ ਹੈ ਨਾ ਜੀ, ਉਹ ਇਹ ਹੈ ਕਿ ਪੰਜਾਬ ਦੇ ਨਾਲ ਜੋ ਵਾਪਰ ਰਿਹਾ, ਅਸੀਂ ਉਹਦਾ ਚਿੰਤਨ ਜਿਹੜਾ ਜਿੰਨੀ ਗੰਭੀਰਤਾ ਨਾਲ ਹੋਣਾ ਚਾਹੀਦਾ ਸੀ ਸਮੇਂ ਤੇ, ਓਨਾ ਨਹੀਂ ਹੋ ਸਕਿਆ। ਪੰਜਾਬ ਦੀ ਧਰਤੀ ਦੇ ਉੱਤੇ ਜਿੰਨੇ ਵੀ ਸੰਘਰਸ਼ ਹੁਣ ਤੱਕ ਹੋਏ ਆ ਨਾ ਜੀ, ਉਹਨਾਂ ਨੂੰ ਦੁਨੀਆ ਦੇ ਇਤਿਹਾਸ ਨੇ ਪਦਾਰਥਵਾਦ ਬਨਾਮ ਪਰਮਾਰਥਵਾਦ ਬਣਾ ਕੇ ਪੇਸ਼ ਕੀਤਾ, ਪਰ ਅਸਲ ਦੇ ਵਿੱਚ ਇਹ ਨਸਲ ਤੇ ਅਸਲ ਦੀ ਲੜਾਈ ਰਹੀ ਹੈ। ਤੇ ਸਾਡੀ ਇਸ ਲੜਾਈ ਦਾ ਇਹ ਵਰਤਾਰਾ ਜਿਹੜਾ ਸਾਡੇ ਨਾਲ ਵਾਰ-ਵਾਰ ਵਰਤਿਆ, ਪੰਜਾਬ ਨਾਲ ਖਾਸ ਕਰਕੇ। ਹਿੰਦੁਸਤਾਨ ਨੂੰ ਵੈਸੇ ਧਰਮ ਯੁੱਧ ਦੀ ਧਰਤੀ ਕਹਿੰਦੇ ਆ, ਪਰ ਪੰਜਾਬ ਨਾਲ ਇਹ ਵਰਤਾਰੇ ਵਾਰ-ਵਾਰ ਵਰਤੇ ਆ ਕਿ ਸਾਨੂੰ ਆਪਣੀ ਨਸਲ ਵਾਸਤੇ, ਆਪਣੀ ਅਸਲ ਦੀ ਰਾਖੀ ਵਾਸਤੇ ਹਮੇਸ਼ਾ ਲੜਨਾ ਪਿਆ। ਤੇ ਮੈਂ ਆਪਣੇ ਅੱਜ ਮਾਸ ਮਾਈਗ੍ਰੇਸ਼ਨ ਪੁੰਜ ਪ੍ਰਵਾਸ ਦਾ ਜਿਹੜਾ ਸਾਡਾ ਕੇਂਦਰੀ ਵਿਸ਼ਾ ਆ, ਉਹਦੇ ਬਾਰੇ ਮੈਂ ਥੋੜੀ ਜਿਹੀ ਭੂਮਿਕਾ ਤੁਹਾਨੂੰ ਬੰਨ ਦਿਆਂ।
ਵੀ ਭਾਰਤੀ ਦਰਸ਼ਨ ਸ਼ਾਸਤਰ ਦੇ ਵਿੱਚ ਜਿਹੜੇ ਨਿਆਇ ਸ਼ਾਸਤਰੀ ਹੋਏ ਆ ਉਹਨਾਂ ਨੇ ਇੱਕ ਸਿਧਾਂਤ ਦਿੱਤਾ ਸੀ ਪ੍ਰਾਕਾ ਭਾਵ ਦਾ। ਪ੍ਰਾਕਾ ਭਾਵ ਦਾ ਉਹਦਾ ਸਾਰਾ ਉਹ ਸਿਧਾਂਤ ਦਾ ਲੁਬੇ ਲਬਾਬ ਇਹ ਸੀ ਕਿ ਕੋਈ ਵੀ ਜਿਹੜਾ ਦੁਨੀਆ ਦੇ ਵਿੱਚ ਕੋਈ ਵੀ ਪਦਾਰਥ ਆ ਜਾਂ ਕੋਈ ਸਿਧਾਂਤ ਆ ਉਹ ਵਾਸਤਵਿਕ ਰੂਪ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਖਿਆਲ ਮਾਤਰ ਹੁੰਦਾ, ਤੇ ਇਹ ਜਿਹੜਾ ਖਿਆਲ ਹੁੰਦਾ ਨਾ ਇਹਦੇ ਉੱਤੇ ਜਦੋਂ ਬਹੁਤ ਸਾਰੀ ਕਿਰਿਆ ਪ੍ਰਕਿਰਿਆ ਮਿਹਨਤ ਹੁੰਦੀ ਆ ਤੇ ਫਿਰ ਉਹ ਜਾ ਕੇ ਕਿਸੇ ਵੀ ਸਿਧਾਂਤ ਦਾ ਜਾਂ ਕਿਸੇ ਪਦਾਰਥ ਦਾ ਵਾਸਤਵਿਕ ਰੂਪ ਧਾਰਦਾ। ਇਸੇ ਭਗਵਤ ਗੀਤਾ ਦੇ ਵਿੱਚ ਇਹਦੇ ਬਾਰੇ ਇੱਕ ਸ਼ਲੋਕ ਆਉਂਦਾ ਕਿ ਜੋ ਚੀਜ਼ ਮਨੋ ਭੂਮੀ ਤੇ ਨਹੀਂ ਵਾਪਰੀ ਉਹ ਕਦੇ ਕਰਮ ਭੂਮੀ ਤੇ ਵਾਪਰਨ ਦਾ ਸਵਾਲ ਨਹੀਂ ਪੈਦਾ ਹੁੰਦਾ। ਮੇਰੇ ਕਹਿਣ ਦਾ ਅਰਥ ਇਹ ਆ ਕਿ ਜੋ ਸਾਡੇ ਨਾਲ ਅੱਜ ਪੰਜਾਬ 'ਚ ਵਾਪਰ ਰਿਹਾ ਹੈ ਪਿਛਲੇ 1 ਦਹਾਕੇ ਤੋਂ 2 ਦਹਾਕਿਆਂ ਤੋਂ 4 ਦਹਾਕਿਆਂ ਤੋਂ, ਇਹ ਪਹਿਲਾਂ ਕਿਸੇ ਵਿਸ਼ੇਸ਼ ਮਨੋ ਭੂਮੀ ਤੇ ਵਾਪਰਿਆ। ਮੈਂ ਛੋਟੀ ਜਿਹੀ ਉਦਾਹਰਣ ਦੇ ਕੇ ਆਪਦੀ ਗੱਲ ਸ਼ੁਰੂ ਕਰਦਾ। ਦੇਖੋ, ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਤਾਂ ਉਹਦੇ ਵਿੱਚ ਪੰਜਾਬ ਦੀ ਨੌਜਵਾਨੀ ਨੇ ਬੜਾ ਅਹਿਮ ਰੋਲ ਅਦਾ ਕੀਤਾ ਫੌਜ ਦੇ ਰੂਪ ਦੇ ਵਿੱਚ। ਜਦੋਂ ਬ੍ਰਿਟਿਸ਼ ਸਰਕਾਰ ਦੇ ਅਧੀਨ ਸਿੱਖ ਨੌਜਵਾਨ ਸਿੱਖ ਫੌਜੀ ਲੜ ਰਹੇ ਸੀ ਨਾ, ਤੇ ਉੱਥੇ ਇੱਕ ਮੁਸ਼ਕਲ ਉਹ ਦਰਪੇਸ਼ ਆਈ ਕਿ ਜਿਹੜੇ ਸਿੱਖ ਨੌਜਵਾਨ ਨੇ, ਕਿਉਂਕਿ ਉਹ ਹੈਲਮਟ ਦੀ ਵਰਤੋਂ ਨਹੀਂ ਕਰ ਰਹੇ, ਇਸ ਕਰਕੇ ਬਹੁਤ ਸਾਰੇ ਸਿੱਖ ਫੌਜੀਆਂ ਦੀ ਸ਼ਹਾਦਤ ਹੋ ਰਹੀ ਹੈ ਸਿਰ 'ਚ ਗੋਲੀ ਲੱਗਣ ਕਰਕੇ। ਤੇ ਉਦੋਂ ਜਦੋਂ ਵਾਰ-ਵਾਰ ਇਹ ਚੀਜ਼ ਵੇਖੀ ਗਈ ਤੇ ਜਿਹੜੇ ਉੱਥੋਂ ਸਿੱਖ ਜਿਹੜੇ ਉਸ ਪਲਟਨ ਦੇ ਜਾਂ ਉਸ ਫੌਜ ਦੇ ਵੱਡੇ ਅਫਸਰ ਸੀ, ਉਹਨਾਂ ਨੇ ਸਿੱਖ ਫੌਜੀਆਂ ਨਾਲ ਮੀਟਿੰਗ ਕਰਕੇ ਇਹ ਗੱਲ ਕਹੀ ਕਿ ਤੁਸੀਂ ਹੈਲਮਟ ਦੀ ਵਰਤੋਂ ਕਰੋ। ਤੇ ਸਿੱਖਾਂ ਨੇ ਆਖਿਆ ਜੀ ਨਹੀਂ, ਅਸੀਂ ਇਸ ਚੀਜ਼ ਦੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਆਗਿਆ ਨਹੀਂ ਟੋਪੀ ਪਹਿਨਣ ਦੀ, ਅਸੀਂ ਦਸਤਾਰ ਸਜਾਉਣੀ। ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜਾਂ ਉਸ ਮੌਕੇ ਦੇ ਹਾਲਾਤ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਤੁਸੀਂ ਜਦੋਂ ਕੋਈ ਵੀ ਫੌਜੀ ਸ਼ਹੀਦ ਹੁੰਦਾ ਤਾਂ ਉਹਨੂੰ ਬਹੁਤ ਸਾਰੀ ਪੈਨਸ਼ਨ, ਬਹੁਤ ਸਾਰੀ ਮਾਇਕ ਸਹਾਇਤਾ ਸਾਨੂੰ ਦੇਣੀ ਪੈਂਦੀ ਆ, ਤੇ ਅਸੀਂ ਇਸ ਵੇਲੇ ਇੰਨੀ ਸਮਰੱਥਾ ਨਹੀਂ ਰੱਖਦੇ। ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ, ਜੇ ਤੁਸੀਂ ਹੈਲਮਟ ਨਹੀਂ ਪਾਉਣਾ, ਤੇ ਫਿਰ ਤੁਸੀਂ ਇਸ ਗੱਲ ਨੂੰ ਮੰਨੋ ਕਿ ਜਿਹਦੀ ਵੀ ਮੌਤ, ਜਿਸ ਫੌਜੀ ਦੀ ਸ਼ਹਾਦਤ ਸਿਰ 'ਚ ਗੋਲੀ ਲੱਗਣ ਕਰਕੇ ਹੋਵੇ, ਉਹਨੂੰ ਅਸੀਂ ਕੋਈ ਪੈਨਸ਼ਨ ਨਹੀਂ ਦੇਣੀ। ਤੇ ਸਾਰੇ ਸਿੱਖ ਫੌਜੀਆਂ ਨੇ ਇਹ ਚੀਜ਼ ਲਿਖ ਕੇ ਦੇ ਦਿੱਤੀ ਕਿ ਜਦੋਂ ਵੀ ਸਾਡੇ ਵਿੱਚੋਂ ਕਿਸੇ ਫੌਜੀ ਦੀ, ਸਿੱਖ ਫੌਜੀ ਦੀ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਕਰਕੇ ਹੁੰਦੀ ਹੈ ਤਾਂ ਸਾਨੂੰ ਉਹਦਾ ਕੋਈ ਵੀ ਮੁਆਵਜ਼ਾ, ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਨਾ ਦਿੱਤਾ ਜਾਏ, ਕਿਉਂਕਿ ਅਸੀਂ ਆਪਣਾ ਧਰਮ ਰੱਖਣਾ ਆ, ਸਾਨੂੰ ਪਦਾਰਥ ਨਹੀਂ ਚਾਹੀਦਾ। ਇਹਨਾਂ ਘਟਨਾਵਾਂ ਨੂੰ ਜਿਹੜੀ ਦੁਨੀਆ ਦੇ ਵਿੱਚ ਪਦਾਰਥਵਾਦੀ ਸੋਚ ਨੂੰ, ਪਦਾਰਥਵਾਦੀ ਧਿਰ ਜਿਹੜੀ ਆ ਨਾ ਸੰਸਾਰ ਨੂੰ ਪਦਾਰਥ ਦੇ ਪ੍ਰਭਾਵ ਦੇ ਅਧੀਨ ਰੱਖ ਕੇ ਸੰਸਾਰ ਨੂੰ ਨਿਯਮਿਤ ਰੱਖਣ ਵਾਲੀ, ਸੰਸਾਰ ਨੂੰ ਆਪਣੇ ਕੰਟਰੋਲ ਵਿੱਚ, ਨਿਯੰਤਰਣ 'ਚ ਰੱਖਣ ਵਾਲੀ ਜਿਹੜੀ ਧਿਰ ਆ, ਉਹ ਇਹਨਾਂ ਚੀਜ਼ਾਂ ਨੂੰ ਬੜੀ ਬਰੀਕੀ ਨਾਲ ਵੇਖਦੀ ਤੇ ਬੜੀ ਗੰਭੀਰਤਾ ਨਾਲ ਇਹਨਾਂ ਦੇ ਉੱਤੇ ਚਿੰਤਨ ਕਰਦੀ ਹੈ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਸਿਰਫ ਇੱਕ ਖਿਆਲ ਸਮਝ ਕੇ ਜਾਂ ਕਹਾਣੀ ਸਮਝ ਕੇ ਛੱਡ ਦਿੰਦੇ ਆ। ਜਿਹੜੀਆਂ ਚੀਜ਼ਾਂ ਸਾਡੇ ਨਾਲ ਵਾਪਰੀਆਂ ਨੇ ਨਾ, ਉਹਨਾਂ ਚੀਜ਼ਾਂ ਦੇ ਵਿੱਚੋਂ ਸਾਡੀ ਵਿਰੋਧੀ ਧਿਰ ਨੇ ਇਹ ਸਿੱਖਿਆ ਲਈ ਹੈ ਕਿ ਇਹ ਲੋਕ, ਇਹ ਖਿੱਤਾ ਜਿਹੜਾ ਧਰਮ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਆ ਵੀ ਇਹ ਪਦਾਰਥ ਨੂੰ ਸਮਝਦੇ ਨਹੀਂ, ਪਦਾਰਥ ਦੀ ਲੋੜ ਨੂੰ, ਬੇਲੋੜੀ ਪਦਾਰਥਵਾਦੀ ਸੋਚ ਤੋਂ ਬੜੀ ਦੂਰ ਬੈਠੇ ਆ। ਇਹਨਾਂ ਦੇ ਉੱਤੇ ਪਦਾਰਥਵਾਦੀ ਸਮੂਹ ਜਿਹੜਾ ਸੰਸਾਰ ਦਾ, ਇਲੂਮੀਨਾਤੀ ਵਰਗੀਆਂ ਜਿਹੜੀਆਂ ਸਭਾਵਾਂ ਨੇ, ਉਹ ਇਹਨਾਂ ਦੇ ਉੱਤੇ ਨਿਯੰਤਰਣ ਨਹੀਂ ਕਰ ਸਕਦੀਆਂ। ਤੇ ਸਾਡੀ ਸੋਚ ਨੂੰ, ਕਿਉਂਕਿ ਡੀਪ ਸਟੇਟ ਜਿਹੜੀ ਨਾ, ਉਹਦੇ ਕੰਮ ਕਰਨ ਦਾ ਤਰੀਕਾ ਇਹ ਆ ਕਿ ਜਿੱਥੋਂ ਸਾਡੇ ਮਨ ਦੇ ਵਿੱਚ, ਸਾਡੇ ਦਿਮਾਗ 'ਚ ਖਿਆਲ ਪੈਦਾ ਹੁੰਦੇ ਆ, ਉਸ ਜਗ੍ਹਾ ਨੂੰ ਡੀਪ ਸਟੇਟ ਕੰਟਰੋਲ ਕਰਨ ਤੱਕ ਜਾਂਦੀ ਹੈ। ਤੇ ਵੇਖੋ, ਸਾਡੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦਾ ਜਿਹੜਾ ਜਨ ਜੀਵਨ ਸੀ, ਉਹਦੇ ਵਿੱਚ ਸੰਚਾਰ ਦਾ ਜਾਂ ਪ੍ਰਸਾਰ ਦਾ, ਪ੍ਰਚਾਰ ਦਾ ਮਾਧਿਅਮ ਉਹ ਸੱਥਾਂ ਹੁੰਦੀਆਂ ਸੀ। ਫਿਰ ਗੁਰੂ ਸਾਹਿਬਾਨ ਆਏ ਤੇ ਮਹਾਰਾਜ ਸਾਹਿਬ ਨੇ ਧਰਮਸ਼ਾਲਾ ਦੀ ਜਾਂ ਗੁਰੂ ਘਰਾਂ ਦੀ ਮਰਿਆਦਾ ਚਲਾਈ। ਅਸੀਂ ਸੰਸਾਰ ਵਿਹਾਰ ਦਾ ਗਿਆਨ ਜਾ ਕੇ ਗੁਰੂ ਘਰਾਂ ਚੋਂ ਲੈਂਦੇ ਸਾਂ। 20ਵੀਂ ਸਦੀ ਆਈ ਤੇ 20ਵੀਂ ਸਦੀ ਦੇ ਸ਼ੁਰੂਆਤ 'ਚ ਰੇਡੀਓ ਨਾਮ ਦਾ ਪਦਾਰਥ ਆ ਗਿਆ, ਤੋਂ ਸਾਡੇ ਤੱਕ ਜਿਹੜਾ ਸੰਸਾਰ ਦਾ ਗਿਆਨ ਉਹ ਰੇਡੀਓ ਰਾਹੀਂ ਆਉਣ ਲੱਗ ਪਿਆ। 20ਵੀਂ ਸਦੀ ਦਾ ਅਖੀਰ ਆਇਆ ਤੇ ਮੋਬਾਈਲ ਆ ਗਏ, ਟੈਲੀਫੋਨ ਆ ਗਏ। ਇੱਕ ਪਾਸੇ ਸਾਡੇ ਤੱਕ ਇਹ ਵਿਚਾਰ ਆ ਰਹੇ ਨੇ, ਟੈਲੀਵਿਜ਼ਨ ਦੀ ਹੱਦ ਤੱਕ ਸਾਡੇ ਤੱਕ ਕੁਝ ਵਿਚਾਰ ਆ ਰਹੇ ਸੀ, ਸਾਡੇ ਤੱਕ ਕੁਝ ਭੇਜਿਆ ਜਾ ਰਿਹਾ ਸੀ ਜਿਹਦਾ ਸਾਡੇ ਉੱਤੇ ਪ੍ਰਭਾਵ ਸੀ। ਜਦੋਂ ਮੋਬਾਈਲ ਫੋਨ ਆਇਆ ਹੈ ਤਾਂ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਵੇਖੀ ਆ, ਜਿਨ੍ਹਾਂ ਨੇ ਮੋਬਾਈਲ ਫੋਨ ਬਣਾਏ ਆ, ਜਿਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਬਣਾਇਆ ਹੈ, ਉਹਨਾਂ ਨੇ ਆਪ ਇਹ ਚੀਜ਼ਾਂ ਤਸਲੀਮ ਕੀਤੀਆਂ ਨੇ, ਇਹਨਾਂ ਚੀਜ਼ਾਂ ਇੰਕਸ਼ਾਫ ਕੀਤਾ ਆ ਕਿ ਅਸੀਂ ਜਿਹੜਾ ਬੰਦਾ ਮੋਬਾਈਲ ਦੀ ਵਰਤੋਂ ਜਾਂ ਸਾਡੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ 3 ਮਹੀਨਿਆਂ ਤੱਕ ਕਰਦਾ, ਅਸੀਂ ਉਹਨੂੰ ਉਹਦੀ ਮਾਂ ਤੋਂ ਵੀ ਵੱਧ ਜਾਣਦੇ ਹਾਂ। ਤੇ ਮੇਰੇ ਇਹ ਸਾਰੀ ਭੂਮਿਕਾ ਬਣਨ ਦਾ ਅਰਥ ਇਹ ਹੈ ਕਿ ਜੋ ਸਾਡੇ ਨਾਲ ਵਾਪਰਿਆ ਹੈ ਨਾ, ਇਹ ਬੜੀ ਸਾਜ਼ਿਸ਼ ਦੇ ਨਾਲ, ਬੜੇ ਨੀਤੀਬੱਧ ਤਰੀਕੇ ਦੇ ਨਾਲ ਸਾਡੇ ਉੱਤੇ ਇੱਕ ਬੇਲੋੜੀ ਪਦਾਰਥਵਾਦੀ ਸੋਚ ਜਿਹੜੀ ਆ ਉਹ ਥੋਪੀ ਗਈ ਹੈ। ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਭਰੀਆਂ ਗਈਆਂ ਨੇ ਕਿ ਤੁਹਾਨੂੰ ਪਦਾਰਥ ਚਾਹੀਦਾ ਹੈ। ਨਹੀਂ ਤਾਂ ਸਾਡਾ ਤਾਂ ਜਿਹੜੇ ਸਾਡੇ ਗੁਰਮਤ ਸਿਧਾਂਤ ਸੀ, ਸਾਡਾ ਤਾਂ ਇਹ ਸੀ ਵੀ ਗੁਰਸਿੱਖਾਂ ਦਾ ਜੀਵਨ ਥੋੜਾ ਸੌਣ, ਥੋੜਾ ਹੀ ਖਾਣਾ। ਸਾਡੀਆਂ ਤਾਂ ਇਹ ਚੀਜ਼ਾਂ ਜਿਹੜੀਆਂ ਸੀ ਨਾ, ਇਹ ਸਮਝਣ ਯੋਗ ਸੀਗੀਆਂ ਕਿ ਸਾਡਾ ਜੀਵਨ ਜਿਹੜਾ ਸੀ ਉਹ ਬਹੁਤ ਸੰਜਮ ਵਾਲਾ ਸੀ। ਪਦਾਰਥਵਾਦ ਦਾ ਇੰਨਾ ਪ੍ਰਭਾਵ ਸਾਡੇ ਵੱਡਿਆਂ ਦੇ ਉੱਤੇ ਨਹੀਂ ਸੀ
ਪਦਾਰਥਵਾਦ ਦਾ ਪ੍ਰਭਾਵ ਸਾਡੇ ਉੱਤੇ ਪਾਇਆ ਗਿਆ, ਸਾਡੇ ਦਿਮਾਗ ਵਿੱਚ ਚੀਜ਼ਾਂ ਭਰੀਆਂ ਗਈਆਂ ਕਿ ਤੁਹਾਨੂੰ ਪਦਾਰਥ ਬਹੁਤ ਜ਼ਿਆਦਾ ਚਾਹੀਦਾ ਹੈ। ਸੰਜਮ ਨਾਲ, ਬੜੇ ਪ੍ਰੇਮ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਆਪਣੇ ਪੰਜਾਬ ਦੀ ਧਰਤੀ ਤੇ ਥੋੜਾ ਸੌਂ ਕੇ, ਥੋੜਾ ਖਾ ਕੇ, ਥੋੜੇ ਪਦਾਰਥਾਂ 'ਚ ਸੋਹਣਾ ਸੰਜਮ ਵਾਲਾ ਜੀਵਨ ਬਤੀਤ ਕਰ ਸਕਦੇ ਸੀ। ਪਰ ਪਦਾਰਥਵਾਦੀ ਲੋਕਾਂ ਨੇ ਸਾਡੇ ਤੱਕ ਇਹ ਚੀਜ਼ ਪਹੁੰਚਾਈ ਹੈ ਕਿ ਤੁਸੀਂ ਬਹੁਤ ਸਾਰਾ, ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ, ਤੁਹਾਡੇ ਕੋਲ ਐਸ਼ੋ ਇਸ਼ਰਤ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਬਹੁਤ ਜ਼ਿਆਦਾ ਸੰਸਾਧਨ ਜੀਵਨ ਜਿਉਣ ਦੇ ਹੋਣੇ ਚਾਹੀਦੇ ਆ। ਤੇ ਇਹਨਾਂ ਸੰਸਾਧਨਾਂ ਨੂੰ ਅਸੀਂ ਜਦੋਂ ਸਾਡੀ ਅਗਲੀ ਪੀੜ੍ਹੀ ਜਿਹੜੀ ਆ ਇਹਨਾਂ ਸੰਸਾਧਨਾਂ ਦੇ ਮਗਰ ਤੁਰ ਪਈ ਹੈ, ਤੇ ਇਹਦਾ ਜਿਹੜਾ ਫਾਇਦਾ ਆ ਉਹ ਸਭ ਤੋਂ ਵੱਧ ਪਦਾਰਥਵਾਦੀ ਲੋਕਾਂ ਨੇ ਲਿਆ ਆ। ਜਿੰਨਾ ਵੀ ਸਾਡਾ ਪੁੰਜ ਪ੍ਰਵਾਸ ਹੋ ਰਿਹਾ ਉਹਦੇ ਮਗਰ ਮੇਜਰ ਕਾਰਨ ਜਿਹੜਾ ਨਾ ਉਹ ਇਹੀ ਹੈ ਕਿ ਸਾਡੇ ਉੱਤੇ ਜਿਹੜੀ ਨਾ ਬੇਲੋੜੀ ਪਦਾਰਥਵਾਦੀ ਸੋਚ ਥੋਪ ਦਿੱਤੀ ਗਈ ਵੀ ਤੁਹਾਨੂੰ ਬਹੁਤ ਸਾਰਾ ਧਨ ਚਾਹੀਦਾ, ਆਮ ਜੀਵਨ ਜਿਉਣ ਨੂੰ ਬਹੁਤ ਸਾਰੇ ਤੁਹਾਡੇ ਕੋਲ ਸੰਸਾਧਨ ਚਾਹੀਦੇ ਹੈ। ਇਸ ਚੀਜ਼ ਨੇ, ਇਹ ਬੀਜ ਆ ਸਾਡੇ ਜੀਵਨ ਦੇ ਵਿੱਚ, ਇਹ ਜਿਹੜਾ ਅਸੀਂ ਆਪਣੀ ਧਰਤੀ ਛੱਡ ਕੇ, ਲਾਲਚ ਕਰਕੇ, ਆਪਣੀ ਜ਼ਮੀਨ ਛੱਡ ਕੇ, ਆਪਣੀ ਬੋਲੀ ਛੱਡ ਕੇ, ਪਰਾਇਆਂ ਦੀ ਬੋਲੀ ਨੂੰ ਵੀ ਅਪਣਾਇਆ, ਪਰਾਈ ਜ਼ਮੀਨ ਦੇ ਉੱਤੇ ਜਾ ਕੇ ਗੁਲਾਮੀ ਕਰਨੀ ਵੀ ਸਵੀਕਾਰ ਕੀਤੀ। ਇਹਦੇ ਮਗਰ ਜਿਹੜੀ ਬੀਜ ਸੋਚ ਆ ਨਾ ਉਹ ਹੈ ਆ ਆਪਣੀ ਸਿਰਫ ਪਦਾਰਥਵਾਦ। ਤੇ ਮੈਂ ਇਹਦੇ ਮੋਟੇ-ਮੋਟੇ 3 ਹੱਲ ਜਿਹੜੇ ਉਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਆਪਣੀ ਜਿਹੜੀ ਅਗਲੀ ਪੀੜ੍ਹੀ ਆ ਉਹ ਅਗਲੀ ਪੀੜ੍ਹੀ ਨੂੰ ਬੇਲੋੜੇ ਪਦਾਰਥਵਾਦ ਦੇ ਪ੍ਰਭਾਵ ਤੋਂ ਮੁਕਤ ਕਰਨ ਵਾਸਤੇ ਜਿਹੜੀ ਗੁਰਮਤਿ ਆਧਾਰਿਤ ਸਾਡਾ ਸਾਦਾ ਜੀਵਨ ਆ ਨਾ, ਉਸ ਜੀਵਨ ਨੂੰ ਜਿਉਣ ਵਾਸਤੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਸਿੱਖਿਅਤ ਕਰੀਏ, ਪ੍ਰੇਰਿਤ ਕਰੀਏ। ਜਿਹੜੀ ਸਾਡੀ ਮਰਿਆਦਾ ਪ੍ਰਾਪਤਨ ਆ, ਰਵਾਇਤੀ ਮਰਿਆਦਾ ਸਾਡੀ, ਮਹਾਰਾਜ ਸਿਪਾਹੀ ਨੇ ਜਿਹੜੇ ਸਾਨੂੰ ਮਰਿਆਦਾ ਬਖਸ਼ੀ ਆ ਨਾ ਵੀ ਹੋਏ ਕਤਰ ਮਿਲ ਹੋ ਮੇਰੇ ਭਾਈ, ਦੁਬਦਾ ਦੂਰ ਕਰੋ ਹੁੱਲੇ ਵਿਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਅਸੀਂ ਸਫਾ ਵਿਛਾ ਕੇ ਬਹਿਣਾ ਸਿੱਖੀਏ, ਸਤ ਸੰਗਤ ਦੇ ਵਿੱਚ ਬਹਿ ਕੇ ਪਦਾਰਥਵਾਦ ਦੇ ਪ੍ਰਭਾਵ ਤੋਂ ਮੁਕਤ ਇੱਕ ਸਾਦਾ ਜੀਵਨ ਜਿਉਣ ਦੇ ਉੱਤੇ ਵਿਚਾਰ ਕਰੀਏ, ਜਿਹਦੇ ਵਿੱਚ ਗੁਰੂ ਸਾਹਿਬ ਦੀ ਖੁਸ਼ੀ ਹੋਵੇ। ਇੱਕ ਤਾਂ ਸਭ ਤੋਂ ਮੁੱਢਲਾ ਇਹਦਾ ਹੱਲ ਇਹ ਹੋ ਸਕਦਾ ਵੀ ਅਸੀਂ ਸਾਦਾ ਜੀਵਨ ਜਿਉਣ ਨੂੰ ਆਪ ਸਿੱਖੀਏ ਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਪਦਾਰਥਵਾਦ ਦੇ ਪ੍ਰਭਾਵ ਤੋਂ ਮੁਕਤ ਜੀਵਨ ਜਿਉਣ ਦੀ ਪ੍ਰੇਰਣਾ ਦਈਏ। ਦੂਸਰਾ, ਇਸ ਪੰਜਾਬ ਦੀ ਧਰਤੀ ਦੇ ਉੱਤੇ, ਕਿਉਂਕਿ ਹੁਣ ਸਾਡੀ ਜਿਹੜੀ ਆਬਾਦੀ ਆ, ਵੈਸੇ ਚਿੰਤਾ ਦਾ ਵਿਸ਼ਾ ਡਾਕਟਰ ਗੁਰਪ੍ਰੀਤ ਸਿੰਘ ਹੁਣਾਂ ਨੇ ਸ਼ੁਰੂਆਤ ਦੇ ਵਿੱਚ ਆਪਾਂ ਨੂੰ ਦੱਸਿਆ ਵੀ ਸਾਡੀ ਜਿਹੜੀ ਆਬਾਦੀ ਆ ਉਹ 67 ਤੋਂ 60 ਤੋਂ ਘਟ ਕੇ ਇਸ ਟਾਈਮ 57% ਦੇ ਕਰੀਬ ਰਹਿ ਗਈ ਪੰਜਾਬ ਦੇ ਵਿੱਚ। ਸਿੱਖ ਆਬਾਦੀ ਨੂੰ ਵਧਾਉਣ ਵਾਸਤੇ ਇੱਕ ਤਾਂ ਜਿਹੜੇ ਬਾਹਰ ਸਿੱਖ, ਗਰੀਬ ਸਿੱਖ ਨੇ, ਜਿਵੇਂ ਸਿਕਲੀਗਰ ਸਿੱਖ ਹੈ ਜਾਂ ਛੋਟੀਆਂ ਜਾਤਾਂ, ਜਿੰਨੇ ਵੀ ਸਿੱਖ ਜਿਨ੍ਹਾਂ ਨੂੰ ਹੁਣ ਤੱਕ ਅਸੀਂ ਇਗਨੋਰ ਕੀਤਾ, ਉਹਨਾਂ ਸਿੱਖਾਂ ਨੂੰ ਲਿਆ ਕੇ ਪੰਜਾਬ 'ਚ ਵਸਾਇਆ ਜਾਏ ਤਾਂ ਕਿ ਜਿਹੜੇ ਪੂਰਬੀਏ ਨੇ, ਜਿਨ੍ਹਾਂ ਨੂੰ ਅਸੀਂ ਭਈਏ ਕਹਿੰਦੇ ਆ, ਉਹਨਾਂ ਦੀ ਜਿਹੜੀ ਆਬਾਦੀ ਪੰਜਾਬ 'ਚ ਵੱਧ ਰਹੀ ਆ, ਉਹਨਾਂ ਦਾ ਜਿਹੜਾ ਕਲਚਰ ਆ ਰਿਹਾ, ਉਹਨਾਂ ਦੀ ਭਾਸ਼ਾ ਦਾ ਪ੍ਰਭਾਵ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਭਾਵ ਪੰਜਾਬ 'ਚ ਵੱਧ ਰਿਹਾ ਹੈ। 3 ਲੱਖ ਦੇ ਕਰੀਬ ਵੋਟ ਜਿਹੜੀ ਆ ਉਹ ਪੂਰਬੀਆਂ ਦੀ ਪੰਜਾਬ ਦੇ ਵਿੱਚ ਬਣ ਗਈ ਹੈ। ਇਹਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਨਹੀਂ ਕਰ ਰਹੇ, ਪਰ ਬਹੁਤ ਵੱਡਾ ਇਫੈਕਟ ਜਿਹੜਾ ਉਹ ਪੰਜਾਬ ਦੇ ਉੱਤੇ ਪੈ ਰਿਹਾ। ਸਿੱਖ ਆਬਾਦੀ ਵਧਾਈ ਜਾਵੇ, ਇਹਦਾ ਇੱਕ ਹੱਲ ਇਹ ਹੈ, ਕਿਸੇ ਤਰੀਕੇ ਵੀ ਵੱਧਦੀ ਹੈ। ਉਹ ਪਹਿਲੇ ਵਿਦਵਾਨਾਂ ਨੇ ਤੁਹਾਨੂੰ ਦੱਸਿਆ ਵੀ ਆਬਾਦੀ ਕਿਸ ਤਰ੍ਹਾਂ ਵੱਧ ਸਕਦੀ ਹੈ, ਡੈਥ ਰੇਟ ਕਿੱਦਾਂ ਘਟਾਈ ਜਾ ਸਕਦੀ ਹੈ। ਸਿੱਖ ਆਬਾਦੀ ਨੂੰ ਵਧਾਇਆ ਜਾਵੇ। ਤੀਸਰਾ ਜਿਹੜਾ ਇਹਦਾ ਹੱਲ ਇਹ ਆ ਵੀ ਪੰਜਾਬ ਦੇ, ਵੇਖੋ ਨੌਜਵਾਨ ਬੱਚੇ, ਪਹਿਲਾਂ ਵੀਰ ਜੀ ਨੇ ਗੱਲ ਕੀਤੀ ਵੀ ਨੌਜਵਾਨ ਬੱਚੇ ਬਾਹਰ ਜਾਂਦੇ ਕਿਉਂ ਹੈ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਮੌਕਾਤ ਨਹੀਂ ਮਿਲਦੇ, ਉਹਨਾਂ ਨੂੰ ਮੌਕੇ ਨਹੀਂ ਮਿਲਦੇ, ਵਪਾਰ ਦੇ, ਪ੍ਰਚਾਰ ਦੇ, ਸਿੱਖਿਆ ਸੰਸਾਧਨ ਨਹੀਂ ਉਹਨਾਂ ਨੂੰ ਉਹਨੇ ਮਿਲ ਰਹੇ। ਜੇ ਸਿੱਖਿਆ ਮਿਲ ਵੀ ਰਹੀ ਹੈ ਤੇ ਸਿਰਫ ਇੱਕ ਗੁਲਾਮੀ ਵਾਲੀ, ਇੱਕ ਨੌਕਰੀ ਤੱਕ ਦੀ ਪਹੁੰਚ ਵਾਲੀ ਜਿਹੜੀ ਸਿੱਖਿਆ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਵੀ ਬਹੁਤ ਲੰਮਾ ਸਮਾਂ, ਬੜੀਆਂ ਵੱਡੀਆਂ ਰਕਮਾਂ ਤਾਰ ਕੇ ਨੌਜਵਾਨ ਬੜਾ ਆਪਣੇ ਜੀਵਨ ਦਾ ਅਹਿਮ ਸਮਾਂ ਗੁਜ਼ਾਰ ਕੇ ਜਿਹੜੀ ਵਿੱਦਿਆ ਪੜ੍ਹਦਾ ਹੈ, ਤੇ ਉਹਦੇ ਬਦਲੇ ਦੇ ਵਿੱਚ ਉਹਨੂੰ ਪ੍ਰਤੀ ਮਹੀਨਾ 20,000 30,000 ਦੀ ਇੱਕ ਨੌਕਰੀ ਦੇ ਕੇ ਉਹਨੂੰ ਗੁਲਾਮ ਬਣਾ ਲਿਆ ਜਾਂਦਾ ਹੈ। ਇਹਦੇ ਤੋਂ ਇਹਦੀ ਇਸ ਚੱਕਰ ਤੋਂ ਬਾਹਰ ਆਉਣ ਵਾਸਤੇ ਅਸੀਂ ਆਪਣੇ ਸਿੱਖ ਵਪਾਰ ਨੂੰ ਪ੍ਰੋਤਸ਼ਾਹਿਤ ਕਰੀਏ। ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਥੋੜੇ ਦਿਨ ਪਹਿਲਾਂ ਸੱਦਾ ਦਿੱਤਾ ਕਿ ਪੰਜਾਬ ਦੇ ਵਿੱਚ ਸਿੱਖ ਵਪਾਰ ਨੂੰ ਪ੍ਰੋਤਸਾਹਨ ਦਿਓ। ਪੰਜਾਬ ਦੇ ਵਿੱਚ ਜੇ ਉਹਨਾਂ ਨੇ ਸਾਦੀ ਭਾਸ਼ਾ ਦੇ ਵਿੱਚ ਗੱਲ ਕਹੀ ਕਿ ਜੇ ਪੰਜਾਬ 'ਚ ਰੇਹੜੀ ਵੀ ਲਾਉਣੀ ਹੈ ਨਾ ਤੇ ਸਿੱਖ ਲਾਵੇ, ਜੇ ਦੁਕਾਨ ਕਰਨੀ ਤੇ ਸਿੱਖ ਕਰੇ, ਜੇ ਵਪਾਰ ਕਰਨਾ ਹੈ, ਬਿਜ਼ਨਸ ਕਰਨਾ ਹੈ, ਫੈਕਟਰੀ ਲਾਉਣੀ, ਸਿੱਖ ਲਾਵੇ, ਸਿੱਖ ਹੀ ਉਹਦੇ ਵਿੱਚ ਕੰਮ ਕਰੇ। ਜਦੋਂ ਸਿੱਖ ਵਪਾਰ ਨੂੰ ਪ੍ਰੋਤਸਾਹਨ ਮਿਲੇਗਾ ਤੇ ਸਾਡੇ ਆਟੋਮੈਟਿਕਲੀ ਸਾਡੇ ਕੋਲ ਜਿਹੜੇ ਆ ਉਹ ਜ਼ਿੰਦਗੀ ਦੇ ਸੰਸਾਧਨ, ਆਪਣੇ ਜੀਵਨ ਜਿਉਣ ਦੇ, ਗੁਜ਼ਰ ਦੇ ਸੰਸਾਧਨ ਆ ਉਹ ਵਧਣਗੇ। ਤੇ ਇਹਨਾਂ ਸੰਸਾਧਨਾਂ ਦੇ ਨਾਲ ਸਾਡਾ ਜਿਹੜਾ ਪੰਜਾਬ 'ਚ ਰਹਿਣ ਸਹਿਣ ਜਿਹੜਾ ਨਾ ਉਹ ਮਾਈਗ੍ਰੇਸ਼ਨ ਆਪੇ ਘਟੇਗੀ। ਤੇ ਇਹ ਮੋਟੇ-ਮੋਟੇ 3-4 ਜਿਹੜੇ ਨੇ ਉਹ ਹੱਲ ਨੇ। ਤੇ ਬਾਕੀ ਵਿਦਵਾਨ ਸੱਜਣ ਜਿਹੜੇ ਆ ਉਹ ਸੁਣ ਰਹੇ ਆ, ਵੇਖ ਰਹੇ ਆ, ਬੋਲ ਰਹੇ ਆ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਮੈਨੂੰ ਪਹਿਲੀ ਵਾਰ ਤੁਹਾਡੇ ਵਿੱਚ ਏਡੇ ਵੱਡੇ ਵਿਦਵਾਨਾਂ 'ਚ ਬੋਲਣ ਦਾ ਮੌਕਾ ਮਿਲਿਆ। ਵਿਦਿਆਰਥੀ ਹੋਣ ਦੇ ਨਾਤੇ ਮੈਂ ਆਪਣੇ ਮਨ ਦਾ ਬਲਬਲਾ ਕੱਢਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੀ सोच बड़ी ऊंची है। सरदार बलजिंदर सिंह जी, आप जी ने
ਬਹੁਤ ਹੀ ਸੋਹਣੀਆਂ ਗੱਲਾਂ ਕੀਤੀਆਂ, ਬੜੇ ਹੀ ਸੋਹਣੇ ਸੋਲੂਸ਼ਨ ਦੱਸੇ ਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਇਸ ਵੇਲੇ ਸਾਡੇ ਕੋਲ ਇੱਕ ਹੋਰ ਸਪੀਕਰ ਰਹਿੰਦੇ ਆ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗਾ, ਉਹ ਤੋਂ ਬਾਅਦ ਆਪਾਂ ਕੁਐਸਚਨ ਆਨਸਰ ਦਾ ਸੈਸ਼ਨ ਕਰਾਂਗੇ। ਸਾਡੇ ਅੱਜ ਦੇ ਸਪੀਕਰਾਂ ਵਿੱਚੋਂ ਲਾਸਟ ਸਪੀਕਰ ਸਰਦਾਰ ਸਰਬਜੋਤ ਸਿੰਘ ਜੀ ਗਰੋਵਰ। ਸਰਦਾਰ ਸਰਬਜੋਤ ਸਿੰਘ ਜੀ ਗਰੋਵਰ। ਹਾਂਜੀ, ਸਤਿ ਕਰਤਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਆਪਣੇ ਵਿਦਵਾਨ ਸੱਜਣਾ ਦੀ ਗੱਲ ਨੂੰ ਸਵੇਰੇ ਦੇ ਸੈਸ਼ਨ 'ਚ ਵੀ ਸੁਣਨ ਦੀ ਕੋਸ਼ਿਸ਼ ਕੀਤੀ, ਥੋੜੀ ਦੇਰ ਸੁਣ ਪਾਇਆ, ਔਰ ਹੁਣ ਵੀ ਬਹੁਤ ਅੱਛੇ ਜਿਹੜੇ ਪੁਆਇੰਟਸ ਨੇ ਉਹ ਰੇਜ਼ ਕੀਤੇ ਗਏ। ਮੈਂ ਹੁਣ ਉਹਨਾਂ ਵੱਲ ਵਾਪਸ ਨਹੀਂ ਜਾਵਾਂਗਾ ਜੀ ਕਿ ਕਾਰਨ ਕੀ ਹੈਗੇ ਨੇ, ਕਿਉਂਕਿ ਮੈਂ ਹੁਣੇ ਡਾਕਟਰ ਸਰਬਜੀਤ ਸਿੰਘ ਉਹਨਾਂ ਕੋਲੋਂ ਜਿਹੜੇ ਪੁਆਇੰਟਸ ਅੱਛੇ ਨੋਟ ਕੀਤੇ ਨੇ ਕਿ ਉਪਰਾਲੇ ਕੀ ਕੀਤੇ ਜਾਣੇ ਚਾਹੀਦੇ ਨੇ। ਜਿਹੜੀ ਗੱਲ ਉਹਨਾਂ ਨੇ ਉਠਾਈ ਕਿ ਜੀ ਜਿਹੜਾ ਡਿਪਲੀਸ਼ਨ ਇੱਕ ਪਰਸੈਂਟੇਜ ਦਾ ਹੈ, ਉਹਦੇ ਵਿਚਕਾਰ ਬਹੁਤ ਵੱਡਾ ਜਿਹੜਾ ਰੀਜ਼ਨ ਹੈਗਾ ਜੀ ਕਿ ਮਾਈਗ੍ਰੇਸ਼ਨ ਜਿਹੜੀ ਚੱਲ ਰਹੀ ਹੈ, ਫਰਸਟ ਡਿਊ ਟੂ ਲੈਕ ਆਫ ਨੌਲੇਜ ਜਾਂ ਡਿਊ ਟੂ ਲੈਕ ਆਫ ਕੌਨਫੀਡੈਂਸ, ਜਿਹੜਾ ਉਹ ਬਾਹਰ ਦੇ ਮੁਲਕਾਂ ਵੱਲ ਭੱਜਦੇ ਨੇ। ਮੈਂ ਕਿਤੇ ਨਾ ਇੱਕ ਥੋੜੇ ਦਿਨਾਂ ਪਹਿਲੇ ਕਿਸੇ ਇੱਕ ਵਿਦਵਾਨ ਸੱਜਣ ਦੀ ਪੋਸਟ ਪੜ੍ਹੀ ਸੀਗੀ, ਮਤਲਬ ਮੈਂ ਉਹ ਵਰਡਿੰਗ ਹੀ ਨਹੀਂ ਯੂਜ਼ ਕਰਾਂਗਾ ਜਿਹੜੀ ਉਹਨਾਂ ਨੇ ਯੂਜ਼ ਕੀਤੀ ਸੀ, ਪਰ ਕਿਤੇ ਨਾ ਕਿਤੇ ਉਹਦੇ ਨਾਲ ਕੰਪੇਅਰ ਕਰਾਂਗਾ ਜੀ ਕਿ ਅਸੀਂ ਸਾਰੇ ਕਹਿੰਦੇ ਆ ਕਿ ਆਪਸ਼ਨਸ ਬੜੀਆਂ ਘੱਟ ਨੇ ਪੰਜਾਬ ਦੇ ਵਿਚਕਾਰ, ਔਰ ਫਿਰ ਦੂਸਰੇ ਪਾਸੇ ਕਹਿੰਦੇ ਆ ਜੀ ਕਿ ਜਿਹੜੇ ਬਾਹਰ ਦੇ ਜਿਹੜੇ ਪ੍ਰਵਾਸੀ ਆਉਂਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ। ਇਹਦਾ ਮਤਲਬ ਨੌਕਰੀਆਂ ਹੈਗੀਆਂ ਨੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉੱਥੇ ਨੌਕਰੀ ਨਹੀਂ ਹੈ, ਬਟ ਕਿਤੇ ਨਾ ਸਾਨੂੰ ਇਹ ਅਸਲੀਅਤ ਨੂੰ ਕਬੂਲ ਕਰਨਾ ਪਏਗਾ ਕਿ ਸਾਡਾ ਜਿਹੜਾ ਬ੍ਰੇਨ ਡਰੇਨ ਹੈ ਨਾ, ਇੱਕ ਬੜੀ ਵੱਡੀ ਪ੍ਰੋਬਲਮ ਹੈ ਕਿ ਜਿਹੜੇ ਬਹੁਤ ਸਿਆਣੇ ਬੱਚੇ ਹੈਗੇ ਨੇ ਉਹ ਲੋਕ ਆਇਲਸ ਪਾਸ ਕਰਦੇ ਨੇ, ਚਾਹੇ ਮੈਂ ਦੇਖਿਆ ਕਿ ਜੀ ਕਿਤੇ ਨਾ ਕਿਤੇ ਉਹ ਜੁਗਾੜ ਨਾਲ ਵੀ ਕਰਦੇ ਨੇ। ਮੈਨੂੰ ਸਮਝ ਨਹੀਂ ਆਉਂਦਾ ਕਿ they get 7 bands in English, rather if I go for English test IELTS ਤੇ ਮੈਨੂੰ ਨਹੀਂ ਲੱਗਦਾ ਕਿ ਮੇਰੇ 6.5 ਤੋਂ ਜ਼ਿਆਦਾ ਆਣਗੇ। ਮੈਂ ਸੋਚਦਾ ਕਿ ਜੀ ਮੈਂ ਬੜਾ ਅੱਛਾ ਅੰਗਰੇਜ਼ੀ ਬੋਲ ਲੈਣਾ, ਪੜ੍ਹ ਲੈਣਾ, ਲਿਖ ਲੈਣਾ, but those people get 7.5 bands on an average 7 and still they are not able to speak good English. ਮੈਂ ਜਾਣ ਕੇ ਨਹੀਂ ਕਿਹਾ ਕਿ ਇਦਾਂ ਹਸਲੀਅਤ, anyways, ਪਰ ਉਹ ਐਕਚੁਅਲ ਦੇ ਅੰਦਰ ਅਗਰ ਉਹ ਵਾਲਾ ਬ੍ਰੇਨ ਕੇ ਐਡਾ ਵੱਡਾ ਸ਼ਾਤਿਰ ਬ੍ਰੇਨ ਹੈਗਾ ਕਿ ਜਿਹਨੂੰ ਅੰਗਰੇਜ਼ੀ ਨਹੀਂ ਵੀ ਆਉਂਦੀ ਔਰ 7 ਬੈਂਡ 7.5 ਬੈਂਡ ਲੈ ਰਿਹਾ, ਉਹ ਇੰਡੀਆ ਦੇ ਅੰਦਰ ਕੰਮ ਕਰਨਾ ਚਾਹੇਗਾ ਨਾ ਤੇ ਉਹਨੂੰ ਕੰਮ ਜ਼ਰੂਰ ਮਿਲੇਗਾ। ਉਹ ਲੋਕ ਚਲੇ ਜਾਂਦੇ ਨੇ ਬਾਹਰ ਤੇ ਇੱਥੇ ਜਿਹੜੇ ਪੋਜੀਸ਼ਨਸ ਹੈਗੀਆਂ ਨੇ, ਮੈਂ ਇਹ ਨੋਟ ਕੀਤਾ ਹੈ ਜੀ, ਮੈਂ ਹੁਣੇ ਥੋੜੀ ਦੇਰ ਪਹਿਲੇ ਨਾ ਪੰਜਾਬ ਐਂਡ ਸਿੰਧ ਬੈਂਕ, ਜਿਹੜਾ ਕਿ ਇੱਕ ਮੁੱਢਲਾ ਬੈਂਕ ਡਾਕਟਰ ਇੰਦਰਜੀਤ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਉਸ ਚ ਸੀਗੇ ਔਰ 3rd ਆਈ ਸਪੋਜ਼ ਉਹ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੀ ਰਹੇ ਨੇ। ਤੇ ਮੈਂ ਉਹਨਾਂ ਬਾਰੇ ਇੱਕ ਗੱਲ ਸੁਣਦਾ ਹੁੰਦਾ ਸੀ ਕਿ 12ਵੀਂ ਪਾਸ ਬੱਚਾ ਉਹਨਾਂ ਦੇ ਕੋਲ ਚਲਾ ਜਾਂਦਾ ਸੀ ਨਾ ਬੈਂਕ ਦੇ ਅੰਦਰ ਨੌਕਰੀ ਕਰਨੀ ਹੈ ਜੀ, ਤੇ ਉਹ ਕਹਿੰਦੇ ਸੀ ਚੱਲ ਜਪਜੀ ਸਾਹਿਬ ਦਾ ਪਾਠ ਸੁਣ, ਤੇ ਜਪਜੀ ਸਾਹਿਬ ਦਾ ਪਾਠ ਸੁਣ ਕੇ ਤੇ ਉਹਨਾਂ ਨੇ ਬੈਂਕ ਦੇ ਅੰਦਰ ਨੌਕਰੀ ਦੇ ਦੇਣੀ ਹੈ। ਜਿੰਨਾ ਕਿ ਆਬਜੈਕਸ਼ਨ ਕਰਨਾ ਹੈ ਨਾ ਕਿ ਡਾਕਟਰ ਸਾਹਿਬ ਇਹ ਕੀ ਕਰੀ ਜਾਂਦੇ ਹੋ, ਜਪਜੀ ਸਾਹਿਬ ਦਾ ਪਾਠ ਸੁਣ ਰਹੇ ਹੋ ਤੇ ਬੱਚੇ ਨੂੰ ਤੁਸੀਂ ਨੌਕਰੀ ਦੇ ਰਹੇ ਹੋ। ਕਹਿੰਦੇ ਕੋਈ ਗੱਲ ਨਹੀਂ, ਬੈਂਕਿੰਗ ਮੈਂ ਸਿਖਾ ਲਾਂਗਾ, ਇਹਨੂੰ ਇੱਕ ਵਾਰ ਆ ਤੇ ਲੈਂਦੇ ਅੰਦਰ। ਤੇ ਮੈਨੂੰ ਯਾਦ ਹੈ ਕਿ ਅਰਲੀਅਰ ਸਭ ਤੋਂ ਪਹਿਲਾਂ ਮੇਰਾ ਬੈਂਕ ਅਕਾਊਂਟ ਪੰਜਾਬ ਐਂਡ ਸਿੰਧ ਬੈਂਕ 'ਚ ਹੀ ਸੀਗਾ, ਤੇ ਅੱਜ ਮੈਂ ਦੇਖ ਰਿਹਾ ਜੀ ਸਨ 2000 ਤੋਂ ਬਾਅਦ 99 ਤੱਕ ਤੇ ਠੀਕ ਸੀਗਾ, ਉਸ ਤੋਂ ਬਾਅਦ ਸਾਰੇ ਹੀ ਆਲਮੋਸਟ ਨਾਨ ਸਿੱਖ ਜਿਹੜੇ ਨੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਆ ਰਹੇ ਨੇ। ਕਾਰਨ ਕੀ ਹੈ? ਕਿਉਂਕਿ ਜੀ ਸਾਡੇ ਕੋਲ ਐਕਚੁਅਲੀ ਉਸ ਪੋਸਟ ਵਾਸਤੇ ਲਾਇਕ ਬੰਦੇ ਨਹੀਂ ਹੈ। ਆਮ ਸੌਰੀ ਟੂ ਸੇ, ਹੋ ਸਕਦਾ ਸਰਕਾਰੀ ਵਿਤਕਰਾ ਹੋਵੇ, ਪਰ ਜੇ ਅਗਰ ਦੇਖਿਆ ਜਾਵੇ ਨਾ, ਅਸੀਂ ਅਗਰ ਪੰਜਾਬ 'ਚ ਸਿੱਖਾਂ ਦਾ ਪਲਾਇਨ ਦੀ ਗੱਲ ਕਰਦੇ ਹਾਂ ਤੇ ਸਾਡੀ ਆਪਣੀਆਂ ਗਲਤੀਆਂ ਨੇ, ਸਾਡੀਆਂ ਆਪਣੀਆਂ ਗਲਤੀਆਂ ਨੇ। ਪੰਜਾਬ ਦੀ ਲੈਂਡ ਇੰਨੀ ਫਰਟਾਈਲ ਹੋਣ ਦੇ ਬਾਵਜੂਦ, ਜਿੱਥੇ ਕਿ ਤੁਸੀਂ ਅਗਰ ਯੂਕੇ ਤੋਂ ਬਿਲੋਂਗ ਕਰਦੇ, ਯੂ ਨੋ ਐਵੋਕੈਡੋ ਦ ਬੈਸਟ ਇਨ ਪ੍ਰੋਟੀਨ, ਉਹ ਐਵੋਕੈਡੋ ਮੈਨੂੰ ਪਤਾ ਕਿ ਪੰਜਾਬ ਦੇ ਪਾਰਟਸ ਦੇ ਵਿੱਚ ਕਈ ਜਗ੍ਹਾ ਇਹੋ ਜਿਹੀ ਫਰਟਾਈਲ ਲੈਂਡ ਹੈ ਜਿੱਥੇ ਉਗਾਇਆ ਜਾ ਸਕਦਾ ਹੈ। ਯੂ ਕੈਨ ਈਵਨ ਡੈਫੀਨਿਟਲੀ ਗਰੋ ਐਨੀ ਫਰੂਟ ਹੇਅਰ, ਪਰ ਸਾਡਾ ਧਿਆਨ ਉਧਰ ਵੱਲ ਨਹੀਂ ਹੈ। ਅਸੀਂ ਸਿਰਫ ਝੋਨਾ ਔਰ ਵੀਟ, ਵਾਟ ਯੂ ਕਾਲ ਇਟ, ਕਣਕ, ਝੋਨਾ ਔਰ ਕਣਕ, ਇੱਕ ਤੇ ਪੰਜਾਬ ਦੀ ਧਰਤੀ ਖਰਾਬ ਕਰ ਰਹੇ ਹਾਂ, ਇੱਕ ਪੰਜਾਬ ਦੀ ਜਵਾਨੀ ਖਰਾਬ ਕਰ ਰਹੇ ਹਾਂ। ਤੇ ਹੁਣੇ ਇੱਕ ਪੁਆਇੰਟ ਆਇਆ ਸੀਗਾ ਕਿ ਫਰਟੀਲਿਟੀ ਰੇਟ ਜਿਹੜਾ ਹੈਗਾ ਹੈ ਉਹ ਬਹੁਤ ਘੱਟ ਹੈਗਾ ਪੰਜਾਬ ਦੇ ਅੰਦਰ ਸਿੱਖਾਂ ਦਾ। ਉਸ ਦਾ ਕਾਰਨ ਹੈ ਉੱਥੇ ਦੀ ਪਾਣੀ ਦੀ ਖਰਾਬੀ, ਜਿਹਦੇ ਕਰਕੇ ਉੱਥੇ ਇਨਫਰਟੀਲਿਟੀ ਡੈਫੀਨੇਟਲੀ ਇਨਕਰੀਜ਼ ਹੋ ਰਹੀ ਹੈ। ਮੇਰਾ ਪੁਆਇੰਟ ਸੀਗਾ ਪਰ ਡਾਕਟਰ ਸਾਹਿਬ ਨੇ ਚੁੱਕ ਲਿਆ ਤੇ ਮੈਂ ਉਹਨੂੰ ਅਜੇ ਸੰਕੋਚਾਂਗਾ। ਮੇਰਾ ਪੁਆਇੰਟ ਸੀਗਾ ਹੁਣ ਆਨੇ ਹੱਲ ਦੇ ਉੱਤੇ ਹੱਥ ਜੋੜ ਕੇ ਦੁਬਾਰਾ ਬੇਨਤੀ ਕਰ ਰਹੇ ਹਾਂ। ਇੱਕ ਵਾਰ ਪਹਿਲਾਂ ਜਦੋਂ ਸਾਡਾ
ਕੀ ਨਾਮ ਹੈ ਟੌਪਿਕ ਸੀਗਾ ਕਿ ਕ੍ਰਿਸਚੀਅਨਿਟੀ ਵੱਲ ਮੂਵ ਹੁੰਦੇ ਹੋਏ ਜਿਹੜੇ ਸਿੱਖ ਨੇ, ਇੱਕ ਬਹੁਤ ਅੱਛੇ ਵਿਦਵਾਨ ਸੱਜਣ ਨੇ ਕਿਹਾ ਸੀਗਾ ਕਿ ਸਾਨੂੰ ਇੱਥੇ ਨਾ ਕ੍ਰਿਬਿੰਗ ਬੰਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜਦੋਂ ਇੱਕ ਗੋਰਾ ਜਾਂ ਕਾਲਾ ਸਿੱਖ ਸਜਦਾ, ਸਿੰਘ ਸਜਦਾ, ਤੇ ਅਸੀਂ ਬੜੀਆਂ ਤਾਲੀਆਂ ਵਜਾਉਂਦੇ। ਜੇ ਅਗਰ ਉਹੋ ਜਿਹਾ ਮਾਹੌਲ ਇੱਥੇ ਸਿਰਜ ਦਿੱਤਾ ਜਾਵੇ ਤੇ ਮੈਂ ਪੱਕੇ ਤੌਰ ਤੇ ਕਹਿ ਰਿਹਾ ਕਿ ਜੀ ਤੁਸੀਂ ਇੱਥੇ ਦੇ ਲੋਕਾਂ ਨੂੰ ਵੀ ਸਿੱਖੀ ਵੱਲ ਪ੍ਰੇਰਿਤ ਕਰ ਸਕਦੇ ਹੋ, ਕਿਉਂਕਿ ਬਾਬਾ ਨਾਨਕ ਜੀ ਨੇ, ਗੁਰੂ ਨਾਨਕ ਸਾਹਿਬ ਨੇ ਕਦੀ ਭਾਈ ਮਰਦਾਨਾ ਜੀ, ਅਗੇਨ ਕਹਿ ਰਿਹਾ ਜੀ ਇਹ ਉਹਨਾਂ ਦਾ ਅਸਲ ਨਾਮ ਨਹੀਂ ਹੈ, ਮੈਂ ਹਜੇ ਖੋਜ ਤੇ ਲੱਗਾ ਵਾਂ ਕਿ ਉਹਨਾਂ ਦਾ ਅਸਲ ਨਾਮ ਕੀ ਸੀਗਾ। ਭਾਈ ਮਰਦਾਨਾ ਜੀ ਨੂੰ ਕਦੀ ਵੀ ਇਹ ਨਹੀਂ ਕਿਹਾ ਸੀਗਾ ਕਿ ਤੂੰ ਮੇਰਾ ਵਾਲਾ ਧਰਮ ਕਬੂਲ ਕਰ। ਉਹਨਾਂ ਦੇ ਇੱਥੋਂ ਤੱਕ ਕਿ ਲਾਸਟ ਰਾਈਟਸ ਵੀ ਇਤਿਹਾਸ ਦੱਸਦਾ ਹੈ ਇਸਲਾਮ ਦੇ ਤਰੀਕੇ ਨਾਲ ਕੀਤੇ ਗਏ ਸੀਗੇ, ਉਹਨਾਂ ਦਾ ਵਿਆਹ ਵੀ ਇਸਲਾਮ ਦੇ ਤਰੀਕੇ ਨਾਲ ਕੀਤਾ ਗਿਆ ਸੀਗਾ। ਫਿਰ ਵੀ ਅਸੀਂ ਕਹਿੰਦੇ ਹਾਂ ਬਾਬਾ ਨਾਨਕ ਜੀ ਦੇ, ਗੁਰੂ ਨਾਨਕ ਜੀ ਦੇ ਪਹਿਲੇ ਸਿੱਖ ਭਾਈ ਮਰਦਾਨਾ ਜੀ। ਅਸੀਂ ਉਹੋ ਜਿਹਾ ਮਾਹੌਲ ਕਿਉਂ ਨਹੀਂ ਸਿਰਜ ਸਕਦੇ? ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ, ਇਹ ਜਿਹੜੇ ਲੱਖਾਂ ਡਾਲਰਸ, ਲੱਖਾਂ ਪਾਉਂਡਸ ਇੰਡੀਆ ਦੇ ਅੰਦਰ ਮਦਦ ਦੇ ਰੂਪ ਚ ਆ ਰਹੇ ਨੇ, ਕਦੀ ਕਿਸੇ ਨੂੰ ਐਜੂਕੇਸ਼ਨ ਵਾਸਤੇ, ਮੈਂ ਵੀ ਕਰਵਾਈ ਹੈ ਜੀ ਤੁਹਾਡੇ ਸਾਰਿਆਂ ਤੋਂ, ਮੈਨੂੰ ਪਤਾ ਹੈ, ਔਰ ਕਿਸੇ ਦੇ ਵਾਸਤੇ ਹੈਲਥ ਇਸ਼ੂ ਹੋ ਜਾਂਦਾ ਹੈ, ਕਦੀ ਅਸੀਂ ਕਹਿੰਦੇ ਹਾਂ ਜੀ ਅਸੀਂ ਪ੍ਰਚਾਰ ਕਰ ਰਹੇ ਹਾਂ, ਸਾਰੇ ਮਿਲ ਕੇ ਨਾ ਇੱਕ ਕਾਰਪੋਰੇਟ ਖੋਲ ਲਓ ਇੰਡੀਆ ਦੇ ਅੰਦਰ। ਮੇਰੇ ਹਿਸਾਬ ਨਾਲ ਨਾ, ਜੇ ਅਗਰ ਤੁਸੀਂ ਸਾਰਿਆਂ ਨੇ ਐਫਰਟ ਕੀਤਾ ਤੇ ਉਹ ਕਾਰਪੋਰੇਟ ਅਦਾਨੀ ਅੰਬਾਨੀ ਤੋਂ ਘੱਟ ਨਹੀਂ ਹੋਏਗਾ ਇੰਡੀਆ ਦੇ ਵਿੱਚ। ਲੈਟਸ ਮੋਬਿਲਾਈਜ਼ ਥੀਸ ਥਿੰਗਸ। ਇੱਥੇ ਪੰਜਾਬ ਦੇ ਅੰਦਰ ਅੱਜ ਅਗਰ ਅਸੀਂ ਕਹਿੰਦੇ ਆ ਜੀ ਕਿੰਨੂ ਬੜਾ ਮਸ਼ਹੂਰ ਹੈ ਹੁਸ਼ਿਆਰਪੁਰ ਦਾ, ਕਿੰਨੂ ਬਹੁਤ ਵਧੀਆ ਲੱਗਦਾ ਜੀ ਇੱਥੇ, ਵਾਈ ਡੋਂਟ ਵੀ ਪ੍ਰੋਸੈਸ ਇਟ ਇਨ ਪੰਜਾਬ? ਤੁਸੀਂ ਆਓ ਇੱਥੇ ਇੰਡਸਟਰੀ ਲਗਾਓ, ਇੱਥੇ ਉਹ ਬੱਚਿਆਂ ਨੂੰ ਉਸ ਕਿੰਨੂ ਨੂੰ ਪ੍ਰੋਸੈਸਿੰਗ ਦੀ ਯੂਨਿਟ ਦੇ ਵਿਚਕਾਰ ਨੌਕਰੀਆਂ ਮਿਲਣਗੀਆਂ। ਹੋਰ ਜ਼ਿਆਦਾ ਫਰੂਟਸ ਐਂਡ ਵੈਜੀਟੇਬਲਸ ਦੇ ਉੱਤੇ ਕਰਦੇ ਆ ਨਾ, ਬਾਕੀ ਸਾਰੀਆਂ ਚੀਜ਼ਾਂ ਇੰਜੀਨੀਅਰਿੰਗ ਸਭ ਕੁਝ ਅਜੇ ਛੱਡ ਦਈਏ। ਲੈਟਸ ਸਟਾਰਟ ਫਰਮ ਦ ਰੂਟ। ਇੱਕ ਬੜੀ ਵੱਡੀ ਪਰਾਲੀ ਦੀ ਸਮੱਸਿਆ ਹੈਗੀ ਹੈ, ਜਿਹਦੇ ਕਰਕੇ ਅਸੀਂ ਦਿੱਲੀ ਵਾਲੇ ਐਕਚੁਅਲੀ ਹਰਿਆਣਾ ਔਰ ਪੰਜਾਬ ਦੀ ਪਰਾਲੀ ਕਰਕੇ, ਹਰੇਕ ਪੋਲਿਊਸ਼ਨ ਕਰਕੇ ਖਰਾਬ ਹੁੰਨੇ ਆ। ਆਓ ਇੱਥੇ ਫੈਕਟਰੀਜ਼ ਲਗਾਉਂਦੇ ਆ, ਜਿਹਦੇ ਅੰਦਰ ਪਹਿਲੀ ਪ੍ਰੋਬਲਮ ਪਰਾਲੀ ਤੇ ਦੂਜੀ ਵੱਡੀ ਪ੍ਰੋਬਲਮ ਪਲਾਸਟਿਕ ਵੇਸਟ, ਦੋਨਾਂ ਨੂੰ ਮਿਕਸ ਕਰਕੇ ਬਲੌਕ ਬੋਰਡਸ ਬਣਦੇ ਨੇ ਜਿਹੜੇ ਐਕਸਪੋਰਟ ਵੀ ਕੀਤੇ ਜਾਣਗੇ। ਆਓ ਸਾਰੇ ਆਓ, ਕਾਰਪੋਰੇਟ ਖੋਲੋ, ਇੱਥੇ ਫੈਕਟਰੀ ਲਗਾਓ, ਉਹਨਾਂ ਬੱਚਿਆਂ ਨੂੰ ਇੱਥੇ ਇੰਜੀਨੀਅਰਸ ਨੂੰ ਇਹ ਕਰਨ ਵਾਸਤੇ ਇੱਥੇ ਨੌਕਰੀਆਂ ਦਿਓ। ਆਲਰੇਡੀ ਤੁਸੀਂ ਲੱਖਾਂ ਡਾਲਰ, ਲੱਖਾਂ ਪਾਉਂਡਸ ਇੱਥੇ ਹੈਲਪ ਦੇ ਰੂਪ ਵਿੱਚ ਦੇ ਰਹੇ ਹੋ, ਪ੍ਰੋਗਰਾਮਸ ਚਲਾ ਰਹੇ ਹੋ। ਸਾਰੇ ਇਕੱਠੇ ਹੋ ਜਾਓ, ਸਾਰੇ ਇਕੱਠੇ ਹੋ ਕੇ ਆਪਣੀ ਧਰਤੀ ਸੰਭਾਲ ਲਓ, ਇੱਥੇ ਦਾ ਪਾਣੀ ਵਧੀਆ ਕਰੀਏ, ਇੱਥੇ ਦੇ ਪੋਲਿਊਸ਼ਨ ਦਾ ਅੰਤ ਕਰੀਏ, ਕਿਉਂਕਿ ਜਿਹੜੀ ਪਰਾਲੀ ਦਾ ਪੋਲਿਊਸ਼ਨ ਸਾਡੇ ਤੱਕ ਦਿੱਲੀ ਪਹੁੰਚਦਾ ਹੈ ਨਾ, ਉਸ ਤੋਂ ਪਹਿਲੇ ਉਹ ਉਸ ਕਿਸਾਨ ਦੇ ਬੱਚਿਆਂ ਦੇ ਸਾਥ ਹੁੰਦਾ ਹੈ ਪੰਜਾਬ ਦੇ ਅੰਦਰ। ਮੈਂ ਉੱਥੇ ਖੜੇ ਹੋ ਕੇ ਇਹ ਹਾਲਾਤ ਵੇਖੇ ਨੇ। ਇਸ ਕਰਕੇ ਸਾਨੂੰ ਨਾ ਸਾਰਿਆਂ ਨੂੰ ਹਮਲਾ ਮਾਰਨਾ ਪਏਗਾ ਇਕੱਠੇ ਹੋ। ਸਿੱਖਾਂ ਦੀ ਆਬਾਦੀ ਖਾਲੀ ਵਧਾਉਣ ਨਾਲ ਨਹੀਂ, ਉਹਦੀ ਕੁਆਲਿਟੀ ਆਬਾਦੀ ਵਧਾਉਣ ਨਾਲ ਅਸੀਂ ਕੰਮ ਕਰਾਂਗੇ। ਸਾਰੇ ਦੇ ਸਾਰੇ ਅਸੀਂ ਇਕੱਠੇ ਹੋ ਕੇ ਹਮਲਾ ਮਾਰਾਂਗੇ। ਬਹੁਤ ਵਧੀਆ ਅਸੀਂ ਕੰਮ ਕਰ ਸਕਦੇ ਹਾਂ ਜੇ ਖਿੰਡੇ ਰਵਾਂਗੇ ਤੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਈ ਜਾਵਾਂਗੇ ਜੀ। ਹਰੇਕ ਇੱਕ ਦੂਜੇ ਦੀ ਲੈਗ ਪੁਲਿੰਗ ਕਰੇਗਾ। ਖਾਲੀ ਸਰਕਾਰਾਂ ਦੇ ਉੱਤੇ ਡਿਪੈਂਡ ਹੋਣਾ ਛੱਡੀਏ, ਖਾਲੀ SGPC ਤੇ ਡਿਪੈਂਡ ਹੋਣਾ ਛੱਡੀਏ। ਘਰ ਘਰ ਅੰਦਰ ਧਰਮਸਾਲ ਜੇ ਲਗਾਣੀ ਹੈ ਨਾ, ਤੇ ਗੁਰੂ ਰਾਮਦਾਸ ਵਾਲੀ ਸੋਚ ਨਾਲ ਲਗਾਉਣਾ ਪਏਗਾ ਕਿ ਇੱਕ ਵਪਾਰਕ ਕੇਂਦਰ ਵੀ ਬਣਾਉਣਾ ਪਏਗਾ ਸਾਨੂੰ, ਅੰਮ੍ਰਿਤਸਰ ਸਾਹਿਬ ਵਰਗਾ, ਜਿਹੜਾ ਕਿ ਐਗਜ਼ੈਕਟਲੀ ਮਿਡ ਦੇ ਅੰਦਰ ਪੋਜੀਸ਼ਨ ਸੀਗਾ। ਨੈਸ਼ਨਲ ਹਾਈਵੇ ਨੰਬਰ 1 ਉਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਸੀਗੇ ਕਿ ਈਸਟ ਵੱਲੋਂ ਸਾਰਾ ਵਪਾਰ ਆਂਦਾ ਸੀਗਾ ਤੇ ਵੈਸਟ ਵੱਲ ਸਾਰਾ ਵਪਾਰ ਜਾਂਦਾ ਸੀਗਾ। ਉਹਦਾ ਸੈਂਟਰਲ ਪੁਆਇੰਟ ਸੀਗਾ ਅੰਮ੍ਰਿਤਸਰ ਸ਼ਹਿਰ। ਅੱਜ ਵੀ ਮੈਪ ਦੇ ਉੱਤੇ ਉਹ ਨੈਸ਼ਨਲ ਹਾਈਵੇ ਨੰਬਰ 1 ਜਿਹੜੀ ਹੁੰਦੀ ਸੀਗੀ, ਉਹਨੂੰ ਤੁਸੀਂ ਦੇਖ ਸਕਦੇ। ਮੈਂ ਆਪਣਾ ਟਾਈਮ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹਾਂਗਾ। ਅਗਲੀ ਵਾਰ ਪਰ ਫਿਰ ਕਦੀ ਇਹੋ ਜਿਹਾ ਟੌਪਿਕ ਆਏਗਾ, ਫਿਰ ਹੁੰਗਾਰਾ ਦੇਣ ਵਾਸਤੇ, ਫਿਰ ਮੈਂ ਹਲੂਣਾ ਦੇਣ ਵਾਸਤੇ ਸਾਰਿਆਂ ਨੂੰ ਦੁਬਾਰਾ ਹਾਜ਼ਰ ਹੋ ਜਾਵਾਂਗਾ ਜੀ। ਵਕਤ ਦੀ ਡਿਮਾਂਡ ਹੈ, ਇਕੱਠੇ ਹੋ ਕੇ ਇੱਕ ਕਾਰਪੋਰੇਟ ਐਸਟੈਬਲਿਸ਼ ਕਰ ਲਓ ਇੰਡੀਆ ਦੇ ਵਿਚਕਾਰ, ਪੰਜਾਬ ਚ, ਲੀਵ ਇੰਡੀਆ, ਪੰਜਾਬ ਚ, ਤੇ ਸਾਰੇ ਘਰ ਨੂੰ ਆਪਾਂ ਉੱਥੇ ਇਕੱਠੇ ਕਰ। ਇੰਨੀ ਜਿਹੜੀ ਬੇਨਤੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦੇਣਾ। ਸਤਿ ਕਰਤਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਰਬਜੋਤ ਸਿੰਘ ਜੀ, ਤੁਸੀਂ ਹਰ ਵਾਰ ਬਹੁਤ ਹੀ ਸੋਹਣੇ ਵਿਚਾਰ ਲਿਆਉਂਦੇ ਹੋ। ਅੱਜ ਦੇ ਇਸ ਵਿਚਾਰ ਦੇ ਵਿੱਚ ਤੁਸੀਂ ਬੜੇ ਪਿਆਰ ਨਾਲ ਦੱਸ ਗਏ ਹੋ ਕਿ ਅੱਧੀਆਂ ਗਲਤੀਆਂ ਤੇ ਸਾਡੀਆਂ ਆਪਣੀਆਂ, ਸਾਡੀ ਸੋਚ ਹੀ ਗਲਤ ਪਾਸੇ ਨੂੰ ਹੋ ਗਈ ਹੈ। ਅਸੀਂ ਗੁਰਬਾਣੀ ਵਾਲੇ ਪਾਸੇ ਨੂੰ ਨਹੀਂ ਸੋਚ ਰਹੇ, ਅਸੀਂ ਹੋਰ ਪਾਸੇ ਨੂੰ ਸੋਚਦੇ। ਤੇ ਤੁਹਾਤੋਂ ਪਹਿਲਾਂ ਜਿਹੜੇ ਵੀਰ ਜੀ ਦੱਸ ਗਏ ਸੀ, ਉਹ ਬਲਜਿੰਦਰ ਸਿੰਘ ਜੀ, ਉਹ ਵੀ ਇਹੀ ਕਹਿ ਗਏ ਵੀ ਸਾਡੀ ਜਿਹੜੀ ਸੋਚ ਹੈ ਉਹ ਗੁਰਬਾਣੀ ਦੀ, ਸਾਡੀ ਵੈਲਿਊਜ਼ ਹੀ ਬਦਲ ਗਈਆਂ। ਸਾਨੂੰ ਇਹ ਜਿਹੜੀਆਂ ਵੈਲਿਊਜ਼ ਬਦਲੀਆਂ ਗਈਆਂ, ਇਹ ਗੁਰਬਾਣੀ ਦੀ ਸੋਚ ਤੋਂ ਸਾਨੂੰ ਹਟਾ ਕੇ ਦੂਜੇ ਪਾਸੇ ਲਾ ਕੇ ਤੇ ਸਾਰੀਆਂ ਘਾਟਾਂ
ਸਾਡੇ ਵਿੱਚ ਆ ਰਹੀਆਂ one at a time। ਐਂਡ ਆਪ ਜੀ ਇਹ ਦੱਸ ਦਿਓ ਕਿ ਸਾਡਾ ਸਭ ਤੋਂ ਵੱਡਾ ਕੰਮ ਹੈ ਜਿਹੜਾ ਅਸੀਂ ਸਾਡਾ ਸਭ ਤੋਂ ਵੱਡਾ ਸੋਲੂਸ਼ਨ ਯੂਨਾਈਟ ਤੇ open opportunities, open corporate in Punjab, open opportunities for the Sikh youth in Punjab, and ਉਸ ਤਰੀਕੇ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਤੇ ਯੂਥ ਵੀ ਇੱਥੇ ਰਹੇਗਾ। ਸਾਡੀ ਜਿਹੜੀ ਸੋਚ ਹੈ ਜੇ ਅਸੀਂ ਗੁਰਬਾਣੀ ਦੇ ਨਾਲ ਲਾ ਲਈਏ ਤਾਂ ਅਸੀਂ ਬਾਹਰ ਜਾਣ ਤੋਂ ਪਦਾਰਥਵਾਦ ਤੋਂ ਵੀ ਪਿੱਛੇ ਹਟਾਂਗੇ ਤੇ ਆਪਣੇ ਜੀਵਨ ਨੂੰ ਸੁਧਾਰਨ ਵਾਲੇ ਪਾਸੇ ਲੱਗਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਸਮਾਂ ਹੈ ਕਿ ਅਸੀਂ ਅਗਲੇ ਅੱਧੇ ਘੰਟੇ ਲਈ ਕੁਐਸਚਨ ਆਨਸਰ ਕਿਸੇ ਹੋਰ ਵੀਰ ਭੈਣ ਨੇ ਜਿਨ੍ਹਾਂ ਨੂੰ ਹਾਲੇ ਮੌਕਾ ਨਹੀਂ ਮਿਲਿਆ, ਜੇ ਉਹ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੈ ਤੇ ਪਲੀਜ਼ ਰੇਜ਼ ਯੂਰ ਹੈਂਡ। ਮੈਨੂੰ ਵੀਰ ਜੀ ਮੈਂ ਬੇਨਤੀ ਕਰਾਂਗੀ ਡਾਕਟਰ ਜਸਵੰਤ ਸਿੰਘ ਵੀਰ ਜੀ ਨੂੰ, ਪਲੀਜ਼ ਉਹਨਾਂ ਨੂੰ ਪਹਿਲੇ ਟਾਈਮ ਦਿੱਤਾ ਜਾਵੇ, ਉਸ ਤੋਂ ਬਾਅਦ ਫਿਰ ਕੁਐਸਚਨ ਆਨਸਰ ਜਿਹੜੇ ਉਹ ਲੈ ਜਾ। ਬਹੁਤ ਧੰਨਵਾਦ। ਡਾਕਟਰ ਜਸਵੰਤ ਸਿੰਘ ਜੀ ਆਪ ਜੀ ਦਾ ਸਮਾਂ। ਡਾਕਟਰ ਜਸਵੰਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਕੁਛ ਮੈਂ ਕਹਿਣਾ ਚਾਹੁੰਦਾ ਸਾਰਾ ਕੁਛ ਬੇਸਿਕਲੀ ਕਿਹਾ ਗਿਆ ਹੈ ਤੇ ਮੈਂ ਤੇ ਕੋਈ ਖਾਸ ਹੋਰ ਗੱਲ ਇੱਕੋ ਗੱਲ ਕਹਿਣੀ ਚਾਹੁੰਦਾ। ਇਹ ਜਿਹੜਾ ਕਨਸੈਪਟ ਹੈ ਨਾ ਜੀ, ਇਹਨੂੰ ਜਿਵੇਂ ਕੱਲ ਦੇ ਸੈਮੀਨਾਰ ਵਿੱਚ ਇੱਕ ਵੀਰ ਨੇ ਕਿਹਾ ਸੀਗਾ, ਮੇਰੇ ਖਿਆਲ ਸਰਦਾਰ ਗੁਰਚਰਨ ਸਿੰਘ ਜੀ ਨੇ ਕਿਹਾ ਸੀਗਾ ਵੀ ਦੋ ਤਰੀਕੇ ਹੈ, ਜਾਂ ਤੇ ਲਾਈਨ ਵਧਾ ਲਓ ਤੇ ਜਾਂ ਫਿਰ ਦੂਸਰਿਆਂ ਦੀ ਲਾਈਨ ਘਟਾ ਲਓ। ਜੇ ਤੁਸੀਂ ਆਪਣੀ ਲਾਈਨ ਵਧਾਉਣਾ ਚਾਹੁੰਦੇ ਹੋ ਤਾਂ ਉਹ ਜਿਵੇਂ ਸਰਦਾਰ ਸਰਬਜੋਤ ਸਿੰਘ ਜੀ ਨੇ ਕਿਹਾ ਹੈ ਵੀ ਗੁਰਬਾਣੀ ਦਾ ਪੱਲਾ ਫੜ ਕੇ ਸਿੱਖੀ ਦੀ ਜਿਹੜੀ ਲਹਿਰ ਹੈ ਜਾਂ ਸਿੱਖੀ ਦਾ ਦਰਦ ਹੈ ਉਹ ਅਸੀਂ ਆਪਣੇ ਵਿੱਚ ਕ੍ਰੀਏਟ ਕਰ ਲਈਏ। ਹੁਣ ਸਿੱਖੀ ਦਾ ਦਰਦ ਆਪਣੇ ਵਿੱਚ ਕ੍ਰੀਏਟ ਕਰਨ ਵਾਸਤੇ ਜੇ ਅਸੀਂ ਸਿੱਖੀ ਸਿਧਾਂਤ ਨੂੰ ਫਾਲੋ ਕਰਾਂਗੇ ਤੇ ਉਹਦੇ ਨਾਲ ਸਿੱਖੀ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਹੈ, ਲਿਪ ਸਰਵਿਸ ਨਾਲ ਨਹੀਂ। ਤੇ ਉਹਦੇ ਵਿੱਚ ਕਸੂਰ ਕਿਹਦਾ ਹੈ? ਅਸੀਂ ਕਹੀ ਜਾਂਦੇ ਹਾਂ ਕਿ ਸਾਰੇ ਲੋਕ ਬਾਹਰ ਜਾਣਾ ਚਾਹੁੰਦੇ ਆ, ਬਾਹਰ ਬੱਚੇ ਜਾਣਾ ਇਸ ਕਰਕੇ ਚਾਹੁੰਦੇ ਆ ਕਿ ਉਹਨਾਂ ਨੂੰ ਉੱਥੇ ਅਪਰਚੂਨਿਟੀ ਨਜ਼ਰ ਆ ਰਹੀਆਂ ਤੇ ਆਪਣੇ ਦੇਸ਼ ਵਿੱਚ ਸਾਡੇ ਅਪਰਚੂਨਿਟੀਜ਼ ਹੈ ਨਹੀਂ। ਅਪਰਚੂਨਿਟੀ ਕ੍ਰੀਏਟ ਕਰਨ ਵਾਸਤੇ ਕੌਣ ਰਿਸਪਾਂਸਿਬਲ ਹੈ? ਇਹ ਬੜਾ ਠੀਕ ਹੈ, ਜਿਵੇਂ ਕਿ ਹੁਣ ਲਾਸਟ ਸਪੀਕਰ ਨੇ ਕਹਿਤਾ ਹੈ ਕਿ ਸਾਨੂੰ ਉੱਥੇ ਜਾ ਕੇ ਇੰਡਸਟਰੀ ਖੋਲ੍ਹਣੀ ਚਾਹੀਦੀ ਹੈ ਤਾਂ ਜੇ ਅਸੀਂ ਆਪਣੇ ਦੇਸ਼ ਦੀ ਆਪਣੇ ਸੂਬੇ ਦੀ ਹੈਲਪ ਕਰ ਸਕੀਏ। ਕੀ ਇੰਡਸਟਰੀ ਖੋਲ੍ਹਣੀ ਆਸਾਨ ਹੈ? ਮੈਨੂੰ ਤੁਹਾਡੇ ਚੋਂ ਇੱਕ ਬੰਦਾ ਵੀ ਦੱਸ ਦਿਓ ਜੇਕਰ ਉਹ ਉੱਥੇ ਜਾ ਕੇ ਕੁਝ ਕੰਮ ਕਰਨਾ ਚਾਹੁੰਦਾ ਹੈ, ਉਹਦੇ ਰਸਤੇ ਵਿੱਚ ਹਰ ਇੱਕ ਮਿੰਟ ਤੇ ਰੋੜੇ ਅਟਕਾਈ ਜਾਂਦੇ ਹੈ। ਸੋ ਫਿਰ ਗੱਲ ਉੱਥੇ ਦੀ ਉੱਥੇ ਆ ਜਾਂਦੀ ਹੈ ਕਿ ਉਹ ਲੋਕ ਰੋੜੇ ਕਿਉਂ ਅਟਕਾਉਂਦੇ ਆ ਸਾਡੇ ਰਸਤੇ ਵਿੱਚ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਤਰੀਕੇ ਨਾਲ ਸਾਡੇ ਕੁਝ ਜੇਬ ਗਰਮ ਹੋ ਸਕਦੀ ਹੈ ਤੇ ਜੇਬ ਗਰਮ ਹੋ ਜਾਏ ਤੇ ਉਹ ਤੁਹਾਡਾ ਰਸਤਾ ਖੋਲ ਦਿੰਦੇ ਆ। ਸੋ ਇਹ ਸਾਰਾ ਕਿਉਂ ਕਰ ਰਹੇ ਹਾਂ ਕਿ ਕਿਉਂਕਿ ਸਾਨੂੰ ਸਿੱਖੀ ਦਾ ਬੇਸਿਕ ਕਨਸੈਪਟ ਜਿਹੜਾ ਹੈ ਉਹ ਭੁੱਲ ਗਿਆ। ਤੇ ਦੂਸਰੇ ਪਾਸੇ ਲਾਈਨ ਘਟਾਓ ਦੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸੀਂ ਇਮੀਗ੍ਰੇਸ਼ਨ ਜਿਹੜੇ ਬਾਕੀ ਲੋਕ ਬਾਕੀ ਸੂਬਿਆਂ ਤੋਂ ਪੰਜਾਬ ਵਿੱਚ ਆ ਰਹੇ ਹੈ ਉਹਨਾਂ ਨੂੰ ਰੋਕ ਤੇ ਨਹੀਂ ਸਕਦੇ, ਕਿਉਂਕਿ ਅਸੀਂ ਰਹਿੰਦੇ ਕੰਟਰੀ 'ਚ ਜਿੱਥੇ ਅਲਾਉਡ ਹੈ ਕਿ ਜਿੱਥੇ ਮਰਜ਼ੀ ਤੁਸੀਂ ਰਹਿ ਲਓ, ਪਰ ਫਿਰ ਵੀ ਲੂਪ ਹੋਲ ਹੈਗੇ ਜੇਕਰ ਆਪਾਂ ਅਪਲਾਈ ਕਰੀਏ ਤੇ ਉਹ ਕੀਤੇ ਜਾ ਸਕਦੀ ਹੈ, ਕੁਝ ਠੱਲ ਪਾਈ ਜਾ ਸਕਦੀ ਹੈ। ਪਰ ਜਿਹੜਾ ਬੰਦਾ ਉੱਥੇ ਆ ਗਿਆ ਜੇਕਰ ਅਸੀਂ ਉਸ ਨੂੰ ਆਪਣੇ ਧਰਮ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ ਤੇ ਫਿਰ ਆਪੇ ਸਿੱਖਾਂ ਦੇ ਨੰਬਰ ਵਧੇਗਾ। ਕੀ ਕਿਸੇ ਬੰਦੇ ਨੇ ਇੱਕ ਬਿਹਾਰੀ ਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਆਪਣੀਆਂ ਧੀਆਂ ਉਹਨਾਂ ਨੂੰ ਦੇਈ ਫਿਰਦੇ ਹਾਂ। ਅਸੀਂ ਸਾਰੇ ਲੋਕ ਆਪ ਯੰਗ ਇੱਥੇ ਬੈਠੇ ਹਾਂ, ਸਸੈਪਟੇਬਲ ਜਿਹੜੀ ਸਾਡੀ ਹਾਫ ਪਾਪੂਲੇਸ਼ਨ ਹੈ ਉਹ ਉਹਨਾਂ ਦੇ ਹਵਾਲੇ ਕਰੀ ਜਾਂਦੇ ਹਾਂ। ਤੇ ਜਦੋਂ ਉਹਨਾਂ ਨੂੰ ਤੁਸੀਂ ਰਹਿਣ ਨੂੰ ਥਾਂ ਦਿਓਗੇ, ਉਹਨਾਂ ਨੂੰ ਕੰਮ ਦਿਓਗੇ ਤੇ ਤੁਹਾਡਾ ਵੂਮਨ ਫੋਕ ਜਿਹੜਾ ਕਿ ਉੱਥੇ ਪਿਆ ਹੈ ਤੇ ਤੁਸੀਂ ਛੱਡ ਕੇ ਜਾ ਚੁੱਕੇ ਹੋ, ਉਹ ਉਹਨਾਂ ਤੇ ਵੀ ਅਟੈਕ ਕਰਨਗੇ। ਸੋ ਇਹਦੋਂ ਬਜਾਏ ਕਿ ਜੇਕਰ ਆਪਾਂ ਉਹਨਾਂ ਦੇ ਨੁਕਸ ਕੱਢੇ ਜਾਈਏ, ਕਿਉਂਕਿ ਇਹ ਹੁਣ ਰਿਐਲਿਟੀ ਹੈ ਕਿ ਉਹਨਾਂ ਨੇ ਆਉਣਾ ਇੱਥੇ, ਸਾਡੇ ਗੌਰਮੈਂਟ ਦੇ ਰੂਲ ਐਸੇ ਹੈ, ਕੰਟਰੀ ਦੇ ਰੂਲ ਐਸੇ ਹੈ ਕਿ ਜਿਹੜਾ ਕਿ ਇਸ ਕੰਮ ਨੂੰ ਫੈਸਿਲੀਟੇਟ ਕਰ ਰਿਹਾ, ਤੇ ਫਿਰ ਉਹਨੂੰ ਠੀਕ ਕਰਨ ਵਾਸਤੇ ਤਰੀਕਾ ਇਹੀ ਹੈ ਕਿ ਆਪਾਂ ਉਹਨਾਂ ਨੂੰ ਐਕਸੈਪਟ ਕਰਕੇ ਆਪਣੇ ਧਰਮ 'ਚ ਲਿਆਉਣ ਦੀ ਕੋਸ਼ਿਸ਼ ਕਰੀਏ।
ਕੀ ਫਰਕ ਪੈ ਜਾਏਗਾ ਕਿ ਇੱਕ ਬਿਹਾਰੀ ਸਿੱਖ ਬਣ ਜਾਂਦਾ ਐਜ਼ ਅਪੋਜ਼ ਟੂ ਪ੍ਰੀਵੀਅਸ ਸਿੱਖ ਹੈ, ਤੇ ਜੋ ਬਿਹਾਰੀ ਸਿੱਖ ਅੰਮ੍ਰਿਤਧਾਰੀ ਬਣ ਜਾਂਦਾ ਹੈ ਉਹ ਸਾਰਾ ਗੁਰੂ ਦੇ ਗੁਰਬਾਣੀ ਨੂੰ ਫਾਲੋ ਕਰਦਾ ਹੈ ਤੇ ਸਿੱਖ ਜੀਵਨ ਜੀ ਰਿਹਾ, ਤੇ ਸਾਨੂੰ ਕੀ ਇਤਰਾਜ਼ ਹੋਣਾ ਚਾਹੀਦਾ? ਪਰ ਕੀ ਸਾਡੀ ਸਾਈਕੀ ਤਿਆਰ ਹੈ ਕਿ ਮੈਂ ਇੱਕ ਬਿਹਾਰੀ ਨੂੰ ਆਪਣੇ ਬਰਾਬਰ ਸਮਝਾਂ ਜਾਂ ਆਪਣੇ ਪਰਿਵਾਰ ਦਾ ਉਹਨੂੰ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਾਂ? ਇਹ ਕਦੀ ਨਹੀਂ ਹੋਏਗਾ। ਤੇ ਇੱਥੇ ਆ ਕੇ ਸਾਨੂੰ ਆਪਣੀ ਜਿਹੜੀ ਸਾਈਕੀ ਹੈ ਉਹ ਚੇਂਜ ਕਰਨੀ ਪੈਣੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਲਾਈਨ ਜਿਹੜੀ ਕਟਾਈ ਇਸੇ ਜਾ ਸਕਦੀ ਹੈ ਕਿ ਆਪਣਾ ਜਿਹੜਾ ਬਾਹਰੋਂ ਬੰਦੇ ਆ ਰਹੇ ਹੈ, ਇੱਕ ਤਾਂ ਉਹਨਾਂ ਨੂੰ ਸਿੱਖੀ 'ਚ ਲਗਾਇਆ ਜਾਵੇ, ਇੱਕ ਉਹ ਦੇਖਿਆ ਜਾਵੇ ਕਿ ਜਿਹੜੇ ਸਾਡੇ ਲੀਡਰ ਹੈਗੇ ਜਾਂ ਆਫੀਸਰ ਹੈਗੇ ਜਿਨ੍ਹਾਂ ਦੇ ਹੱਥ ਵਿੱਚ ਡਿਸੀਜਨ ਮੇਕਿੰਗ ਦੀ ਪਾਲਿਸੀ ਹੈ ਉਹ ਸਿੱਖ ਹੋਣ। ਉਹ ਸਿੱਖ ਕਿਵੇਂ ਹੋ ਸਕਦੇ ਹੈ ਕਿ ਕੰਪੀਟੀਸ਼ਨ ਦੇ ਨਾਲ ਹੀ ਬੱਚਾ ਕੋਈ ਇਹੋ ਜਿਹੀ ਰਿਸਪਾਂਸੀਬਲ ਜੌਬ ਤੇ ਜਾ ਸਕਦਾ ਜਿਵੇਂ IAS ਔਰ ICS, ਤੇ ਰਿਸਪਾਂਸੀਬਲ ਜੌਬ ਤੇ ਜਾਣ ਵਾਸਤੇ ਉਹਨਾਂ ਨੂੰ ਇਹੋ ਜਿਹੀ ਐਜੂਕੇਸ਼ਨ ਚਾਹੀਦੀ ਹੈ। ਕੀ ਸਾਡੇ ਪੇਰੈਂਟਸ ਇਸ ਕੋਸ਼ਿਸ਼ 'ਚ ਕਰਨਗੇ ਜਿਹੜੇ ਹਿੰਦੁਸਤਾਨ 'ਚ ਬੱਚੇ ਸਿੱਖ ਰਹਿ ਰਹੇ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਇੱਧਰ ਲਿਜਾਇਆ ਜਾਵੇ, ਕਿਉਂਕਿ ਉਹਦੇ 'ਚ ਟਾਈਮ ਲੱਗਦਾ ਹੈ, ਉਹਦੇ 'ਚ ਇੰਟੈਲੀਜੈਂਸ ਚਾਹੀਦੀ ਹੈ, ਉਹਦੇ 'ਚ ਅੱਛੇ ਸਕੂਲ ਚਾਹੀਦੇ ਆ, ਉਹਦੇ 'ਚ ਅੱਛੇ ਕੋਚਿੰਗ ਇੰਸਟੀਚਿਊਟ ਚਾਹੀਦੇ ਆ, ਪਰ ਅਸੀਂ ਇਹ ਕਰਨ ਨੂੰ ਤਿਆਰ ਨਹੀਂ ਹੈਗੇ। ਬੜਾ ਆਸਾਨ ਤਰੀਕਾ ਲੱਭ ਲਿਆ ਹੈ ਕਿ 10ਵੀਂ ਪਾਸ ਕਰੋ, 12ਵੀਂ ਪਾਸ ਕਰੋ ਤੇ IELTS ਦਾ ਇਮਤਿਹਾਨ ਦਿਓ ਤੇ ਬਾਹਰ ਚਲੇ ਜਾਓ। ਬਾਹਰ ਚਲੇ ਜਾਓ, ਜਾਣਾ ਤੇ ਆਸਾਨ ਹੈ ਭਰਾਓ, ਪਰ ਜਦੋਂ ਤੁਸੀਂ ਬਾਹਰ ਆਉਂਦੇ ਹੋ ਸਿੱਖੀ ਦਾ ਤੁਸੀਂ ਉਹ ਆਦਤ ਉੱਥੇ ਹੀ ਖਤਮ ਕਰਤੀ, ਕਿਉਂਕਿ ਉਦੋਂ ਇੰਟਰਸਟ ਸਿੱਖੀ ਨਾਲ ਨਹੀਂ ਹੈ, ਉਦੋਂ ਇੰਟਰਸਟ ਬਾਹਰ ਜਾਣ ਨਾਲ ਹੈ। ਜੇ ਉਦੋਂ ਨਹੀਂ ਖਤਮ ਕਰੋਗੇ ਤਾਂ ਰਸਤੇ 'ਚ ਖਤਮ ਕਰ ਦਿਓਗੇ, ਜਾਂ ਫਿਰ ਇੱਥੇ ਆ ਕੇ ਜਿਹੜੇ ਅਸੀਂ ਉਹਨਾਂ ਨੂੰ ਹੱਥ ਖੁਸ਼ੀਆਂ ਨਾਲ ਰਿਸੀਵ ਕਰਨ ਵਾਸਤੇ ਬੈਠੇ ਹਾਂ। ਮੇਰੇ 4 ਜੇ ਸਟੋਰ ਹੈਗੇ ਤੇ ਮੈਂ ਕੋਸ਼ਿਸ਼ ਕਰਦਾ ਕਿ ਮੇਰੇ 5 ਹੋ ਜਾਣ, ਤੇ ਜੇ ਬਾਹਰੋਂ ਮੈਨੂੰ ਆਪਣੇ ਬੱਚੇ ਮਿਲਦੇ ਆ ਉਦੋਂ ਅਸੀਂ ਇਹ ਨਹੀਂ ਕੰਸਰਨ ਹੁੰਦੇ ਕਿ ਉਹਦੇ ਕੇਸ ਹੈਗੇ ਜਾਂ ਨਹੀਂ ਹੈਗੇ, ਜਾਂ ਉਹਨੇ ਸਿੱਖੀ 'ਚ ਰੱਖਿਆ ਹੋਇਆ ਕਿ ਨਹੀਂ। ਮੇਰਾ ਉਦੋਂ ਇੰਟੈਂਟ ਇਹ ਹੁੰਦਾ ਕਿ ਮੈਂ ਉਹਨੂੰ ਇੱਕ ਬੱਚੇ ਨੂੰ ਹੋਰ ਆਪਣੇ ਕੋਲ ਜੌਬ ਦੇ ਦੇਵਾਂ ਤਾਂ ਜੋ ਮੇਰਾ ਕੰਮ ਵੱਧ ਸਕੇ। ਮੈਨੂੰ ਯਾਦ ਹੈ ਇੱਥੇ ਮੈਂ ਇੱਕ ਐਸੇ ਸ਼ਹਿਰ 'ਚ ਰਹਿੰਦਾ ਜਿਹੜਾ ਕਿ ਤਕਰੀਬਨ 150 ਮੀਲ ਹੈ ਦੂਰ ਬਾਰਡਰ ਤੋਂ, ਜਿੱਥੋਂ ਕਿ ਇਲੀਗਲ ਇਮੀਗ੍ਰੇਸ਼ਨ ਹੁੰਦੀ ਹੈ। ਤੇ ਉਹ ਬੱਚਾ ਗੁਰਸਿੱਖ ਆਉਂਦਾ ਇੱਥੇ ਆਪਣੇ ਕਜ਼ਨ ਦੇ ਘਰ, ਤੇ ਉਹਨੂੰ ਕਿਹਾ ਜਾਂਦਾ ਹੈ ਕਿ ਮੇਰੇ ਘਰ ਰਹਿ ਸਕਦਾ ਤੂੰ ਇੱਕ ਕੰਡੀਸ਼ਨ ਤੇ ਕਿ ਜੇ ਤੂੰ ਆਪਣੇ ਕੇਸ ਕਤਲ ਕਰਾ ਦੇਵੇਂ। ਉਹ ਰੋਂਦਾ ਰੋਂਦਾ ਬੱਚਾ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ ਵੀ ਇਹ ਰੋਜ਼ ਹੋ ਰਿਹਾ, ਇੱਕ ਦੀ ਗੱਲ ਨਹੀਂ। ਤੇ ਉਹ ਫਿਰ ਗੁਰਦੁਆਰਾ ਸਾਹਿਬ 'ਚ ਆਉਂਦਾ ਹੈ ਤੇ ਸਮਹਾਉ ਮੈਨੂੰ ਮਿਲ ਜਾਂਦਾ ਤੇ ਉਹਨੂੰ ਮੈਂ ਘਰ ਲੈ ਆਉਂਦਾ। ਉਹਦੇ ਉਸ ਰਿਸ਼ਤੇਦਾਰ ਨੂੰ ਜਿਹੜਾ ਉਹਨੂੰ ਸਿੱਖੀ ਤੋਂ ਕਨਵਰਟ ਕਰਨ ਦੀ ਕੋਸ਼ਿਸ਼, ਚਲੋ ਸਿੱਖੀ ਦਾ ਲਫ਼ਜ਼ ਨਹੀਂ ਕਰਦਾ, ਸਿੱਖ ਤੇ ਉਹ ਰਹਿ ਜਾਏਗਾ ਬਹੁਤ ਲੋਕਾਂ ਦੇ ਹਿਸਾਬ ਨਾਲ, ਪਰ ਜਿਹੜਾ ਕੇਸ ਕਤਲ ਕਰਨਾ ਚਾਹੁੰਦਾ ਸੀਗਾ ਉਹ ਕਹਿੰਦਾ ਜੀ ਮੈਂ ਤੇ ਜੌਬ ਤਾਂ ਹੀ ਦੇ ਸਕਦਾ ਕਿਉਂਕਿ ਮੇਰੇ ਕੋਲ ਜਿਹੜੀ ਕਲਾਇੰਟੇਜ ਹੈ ਉਹ ਇਹਨੂੰ ਲਾਈਕ ਨਹੀਂ ਕਰੇਗੀ, ਤੇ ਜੇ ਉਹ ਨਹੀਂ ਰੱਖ ਸਕਦਾ ਤੇ ਮੈਂ ਐਕਸਟਰਾ ਖਰਚਾ ਇਹਦਾ ਨਹੀਂ ਸਹਿ ਸਕਦਾ, ਕਿਉਂਕਿ ਕੱਲ੍ਹ ਨੇ ਇਹਨੂੰ ਆਪਣੇ ਪਰਿਵਾਰ ਨੂੰ ਬੁਲਾਉਣਾ ਜਾਂ ਇਹਦੇ ਲੀਗਲ ਫੀਸ ਦੇਣੀ ਹੈ ਇਹਨੂੰ ਪਰਮਾਨੈਂਟ ਕਰਨ ਵਾਸਤੇ। ਤੇ ਦੈਨ ਹੀ ਇਜ਼ ਲੈਫਟ ਵਿਦ ਦੋਜ਼ 2 choices, ਜਾਂ ਤਾਂ ਵਾਪਸ ਜਾਵੇ ਤੇ ਜਾਂ ਕੇਸ ਕਤਲ ਕਰਾਵੇ, ਜੇਕਰ ਤਾਂ ਉਹਨੂੰ ਸਾਰੀ ਸਪੋਰਟ ਮਿਲਦੀ ਹੈ। ਔਰ ਕਰਨ ਵਾਲਾ ਬੰਦਾ ਉਹ ਆਲ ਵੀ ਕਿਸੇ ਜ਼ਮਾਨੇ 'ਚ ਕੇਸਾਧਾਰੀ ਸਿੱਖ ਸੀਗਾ। ਇਹ ਮੈਂਟੈਲਿਟੀ ਕਿਉਂ ਸਾਡੇ 'ਚ ਆ ਗਈ? ਕਿਉਂਕਿ ਸਾਨੇ ਜਿਵੇਂ ਸਰਦਾਰ ਸਰਬਜੋਤ ਸਿੰਘ ਜੀ ਨੇ ਕਿਹਾ ਹੈ ਕਿ ਅਸੀਂ ਕਨਸੈਪਟ ਆਫ ਗੁਰਬਾਣੀ ਨੂੰ ਭੁੱਲ ਕੇ ਸਾਡਾ ਐਮਫੈਸਿਸ ਪੈਸੇ ਵੱਲ ਹੈ। ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਬੰਦਾ ਗੁਰਸਿੱਖ ਰਹਿ ਕੇ ਇੱਕ ਨਾਰਮਲ ਜੀਵਨ ਜੀ ਸਕਦਾ ਹੈ ਤੇ ਸਾਨੂੰ ਕੀ ਇਤਰਾਜ਼ ਹੈ ਕਿ ਜਿਹੜਾ ਬੰਦਾ ਸਿੱਖੀ ਵਿੱਚ ਨਹੀਂ ਹੈ ਉਹਨੂੰ ਫੋਰਸ ਕੀਤਾ ਜਾਵੇ ਕਿ ਉਹ ਸਿੱਖ ਨਾ ਰਹੇ। ਸੋ ਇਹ ਬੜੀਆਂ ਗੱਲਾਂ ਹੈਗੀਆਂ। ਮੇਰਾ ਜੀ ਕਰਦਾ ਕਿ ਹੋਰ ਮੈਂ ਤੁਹਾਡੇ ਨਾਲ ਗੱਲ ਕਰ ਸਕਾਂ, ਪਰ ਇਸ ਗੱਲ ਨੂੰ ਯਾਦ ਰੱਖੋ, ਜਾਂ ਤਾਂ ਲਾਈਨ ਘਟਾਉਣ ਦੀ ਲੋੜ ਹੈ। ਲਾਈਨ ਘਟਾਉਣ ਦਾ ਤਰੀਕਾ ਇਹ ਹੈ ਕਿ ਬਾਹਰਲਿਆਂ ਬੰਦਿਆਂ ਨੂੰ ਜਿਹੜੇ ਆ ਰਹੇ ਆ ਉਹਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰੋ, ਉਹ ਰੋਕ ਨਹੀਂ ਸਕੋਗੇ ਤੁਸੀਂ, ਤੇ ਜਾਂ ਫਿਰ ਆਪਣੀ ਲਾਈਨ ਵਧਾਓ। ਉਹ ਤਾਂ ਹੀ ਹੋ ਸਕਦੀ ਹੈ ਜੇਕਰ ਅਸੀਂ ਸਿੱਖੀ ਵਿੱਚ ਪੱਕੇ ਰਹਿ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਜਸਵੰਤ ਸਿੰਘ ਜੀ ਆਪ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਦੋਨੋਂ ਹੀ ਗੱਲਾਂ ਕਰ ਗਏ ਕਿ ਲਾਈਨ ਵਧਾਈਏ ਤੇ ਲਾਈਨ ਘਟਾਈਏ ਤੇ ਅਸੀਂ ਦੋਨਾਂ ਪਾਸਿਆਂ ਤੇ ਅਸਰ ਕਰ ਸਕਦੇ ਹਾਂ। ਇੱਕ ਜਦੋਂ ਅਸੀਂ ਬਾਹਰ ਦੇ ਜਿਹੜੇ ਪੰਜਾਬ ਦੇ ਵਿੱਚ ਲੋਕੀ ਨਾਨ ਸਿਖਾ ਰਹੇ ਆ, ਜਦੋਂ ਅਸੀਂ ਉਹਨਾਂ ਨੂੰ ਸਿੱਖੀ ਵਾਲੇ ਪਾਸੇ ਪ੍ਰੇਰਿਤ ਕਰਾਂਗੇ ਤਾਂ ਆਪਾਂ ਉਹ ਲਾਈਨ ਵਧਾ ਹੀ ਰਹੇ ਹਾਂ, ਆਪਣੀ ਲਾਈਨ ਵਧਾ ਰਹੇ ਹਾਂ, ਉਹਨਾਂ ਦੀ ਘਟਾ ਰਹੇ ਹਾਂ। ਅਸੀਂ ਦੋਨੋਂ ਹੀ ਕੰਮ ਸਾਈਮਲਟੇਨੀਅਸਲੀ ਕਰ ਰਹੇ ਹਾਂ। ਐਂਡ ਆਪ ਜੀ ਨੇ ਦੂਜਾ ਪੁਆਇੰਟ ਬੜਾ ਸੋਹਣਾ ਬਣਾਇਆ ਕਿ ਆਪਾਂ ਸਿੱਖਾਂ ਨੂੰ ਸਿੱਖ ਰਹਿਣ ਦੇ ਵਿੱਚ ਮਦਦ ਕਰੀਏ।
ਅਸੀਂ ਖੁਦ ਉਸ ਪ੍ਰਿੰਸੀਪਲਸ ਨੂੰ ਆਪ ਅਡਾਪਟ ਕਰੀਏ ਤੇ ਆਪ ਉਹ ਜਿਹੜੇ ਸਿੱਖ ਰਹਿਣਾ ਚਾਹੁੰਦੇ ਆ ਉਹਨਾਂ ਦੀ ਰਾਜੀ ਕੇ ਮਦਦ ਕਰੀਏ ਤੇ ਜਿੱਥੇ ਵੀ ਹੋ ਸਕੇ ਤਾਂ ਕਿ ਸਾਡੀ ਲਾਈਨ ਵੱਧਦੀ ਰਹੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੂ ਵੁੱਡ ਵਾਂਟ ਟੂ, ਮੈਨੂੰ ਪਤਾ ਕਿ ਸਰਦਾਰ ਯਾਦਵਿੰਦਰ ਸਿੰਘ ਜੀ ਨੇ ਹੱਥ ਖੜਾ ਕੀਤਾ ਸੀ। ਸਾਡੇ ਕੋਲ ਹੋਰ 10 ਕੁ ਮਿੰਟ ਹੈਗੇ ਆ ਆਪਣੇ ਕੁਐਸਚਨ ਆਨਸਰ ਲਈ। ਪਲੀਜ਼ ਆਪਣਾ ਕਿਸੇ ਕੋਲ ਕੋਈ ਸਵਾਲ ਹੈ ਜਾਂ ਕੁਛ ਵਿਚਾਰ ਸਾਂਝੇ ਕਰਨੇ ਚਾਹੁੰਦਾ, let me hear it. I have a hand raised by ਸਰਦਾਰ ਜਗਬੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਭਨਾਂ ਨੂੰ। ਸਰਦਾਰ ਜੀ ਜਗਬੀਰ ਸਿੰਘ ਜੀ। ਹਾਂ, ਪਹਿਲਾਂ ਮੈਂ ਮਾਫੀ ਚਾਹੁੰਦਾ ਕਿ ਤੁਹਾਨੂੰ ਪਤਾ ਮੇਰੀ ਡਿਊਟੀ ਹੁੰਦੀ, ਮੈਂ ਲੇਟ ਥੋੜਾ ਜਿਹਾ ਹੋਣਾ। ਤੇ ਹਾਂਜੀ, ਬੇਨਤੀ ਮੈਂ ਇਹੀ ਕਰਨੀ ਸੀ ਕਿ ਕਾਫੀ ਸਾਰੀਆਂ ਵਿਚਾਰਾਂ ਹੋ ਵੀ ਚੁੱਕੀਆਂ। ਮੈਂ ਕੁਝ ਟਾਈਮ ਵਿੱਚੋਂ ਵਿਚਾਰਾਂ ਸੁਣ ਕੇ ਵੀ ਗਿਆ ਸੀ ਜਦੋਂ ਮੇਰੇ ਕੋਲ ਸਮਾਂ ਸੀ। ਆਪ ਜੀ ਮਿਊਟ ਹੋ ਗਏ, ਅਨਮਿਊਟ ਕਰ ਲਓ। ਹਾਂਜੀ ਹਾਂਜੀ, ਮੁੱਕਦੀ ਮੈਂ ਇਹ ਗੱਲ ਕਹਾਂਗਾ ਕਿ ਬਹੁਤ ਸਾਰੀਆਂ ਵਿਚਾਰਾਂ ਪਹਿਲਾਂ ਹੋ ਵੀ ਚੁੱਕੀਆਂ, ਬੜੀਆਂ ਸੋਹਣੀਆਂ ਵੀਰ ਗੁਰਪ੍ਰੀਤ ਸਿੰਘ ਜੀ ਨੇ ਜਾਂ ਹੋਰ ਵੀਰਾਂ ਨੇ ਦਿੱਤੀਆਂ ਨੇ। ਕੁਝ ਵਿਚਾਰਾਂ ਮੈਂ ਸੁਣੀਆਂ ਵੀ, ਪਰ ਮੈਂ ਆਪਣੇ ਲੈਵਲ ਤੇ, ਮੈਨੂੰ ਨਹੀਂ ਪਤਾ ਇਹ ਗੱਲ ਹੋਈ ਕਿ ਨਹੀਂ ਹੋਈ ਪਹਿਲਾਂ, ਕਿ ਗਰਾਊਂਡ ਲੈਵਲ ਤੇ ਸਾਨੂੰ ਥੋੜਾ ਦੇਖਣਾ ਪਏਗਾ ਜਾ ਕੇ। ਗਰਾਊਂਡ ਲੈਵਲ ਤੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਕੁਝ ਵੱਖਰਾ ਜੀਵਨ ਹੈ, ਪਿੰਡਾਂ ਦੇ ਵਿੱਚ ਕੁਝ ਵੱਖਰਾ ਜਿਹਾ ਜੀਵਨ ਹੈ। ਅਜੇ ਤੱਕ ਚੰਗੀ ਤਰ੍ਹਾਂ ਪਿੰਡਾਂ ਦੇ ਵਿੱਚ ਐਜੂਕੇਸ਼ਨ ਹੀ ਨਹੀਂ ਪਹੁੰਚ ਸਕੀ, ਚੰਗੀ ਤਰ੍ਹਾਂ ਪ੍ਰਚਾਰ ਹੀ ਨਹੀਂ ਪਹੁੰਚ ਸਕਿਆ ਜਿਹੜਾ ਗੁਰਬਾਣੀ ਦਾ, ਗੁਰ ਇਤਿਹਾਸ ਦਾ ਪ੍ਰਚਾਰ ਹੈ। ਦੂਸਰੀ ਗੱਲ ਕਿ ਘਾਟ ਕਿਉਂ ਰਹੀ ਹੈ, ਜਵਾਨੀ ਜਿਹੜੀ ਬਾਹਰ ਨੂੰ ਕਿਉਂ ਜਾ ਰਹੀ ਹੈ, ਉਹ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅਸੀਂ ਫੈਸ਼ਨ ਪ੍ਰਸਤੀ ਦੇ ਵਾਲੇ ਪਾਸੇ ਜ਼ਿਆਦਾ, ਵਿਖਾਵੇ ਵਾਲੇ ਪਾਸੇ ਜ਼ਿਆਦਾ ਹੋ ਗਏ। ਕਿ ਕੋਲ ਇੰਨੀ ਕੋਲ ਉਹ ਨਹੀਂ ਹੈ ਸਾਡੇ ਕੋਲ, ਪੈਸਾ ਨਹੀਂ ਹੈ ਸਾਡੇ ਕੋਲ, ਇੰਨੀ ਆਰਥਿਕ ਮਜ਼ਬੂਤੀ ਨਹੀਂ ਹੈ ਜਿੰਨੀ ਅਸੀਂ ਸੁਪਨੇ ਵੇਖੀ ਬੈਠੇ ਹਾਂ। ਔਰ ਦੂਸਰੀ ਗੱਲ ਇਹ ਹੈ ਕਿ ਅਸੀਂ ਹੱਥੀਂ ਕਿਰਤ ਕਰਨੀ ਜਿਹੜੀ ਉਹ ਛੱਡ ਦਿੱਤੀ ਹੈ। ਬਾਹਰ ਦੇ ਬਿਹਾਰ ਤੋਂ, ਯੂਪੀ ਤੋਂ ਜਾਂ ਕਿਤੋਂ ਹੋਰ ਤੋਂ ਆ ਕੇ ਲੋਕ ਨੇ ਜਿਹੜੇ, ਉਹ ਕੋਈ ਬਰਗਰਾਂ ਦੀ ਰੇਹੜੀ ਲਾ ਰਿਹਾ, ਕੋਈ ਕੁਲਚੇ ਛੋਲੇ ਬਣਾ ਰਿਹਾ, ਕੋਈ ਜਿਹੜਾ ਹੈ ਹੋਰ ਕੜੀ ਪਨੀਰ, ਜੇ ਕਈ ਕੁਛ ਮੁੜ ਕੇ ਛੋਟੇ ਛੋਟੇ ਕੰਮ ਕਰ ਰਹੇ ਆ। ਔਰ ਉਹਨਾਂ ਨਾਲ ਮੇਰੀ ਖਾਸ ਤੌਰ ਤੇ ਇੱਥੇ ਰਹਿੰਦਿਆਂ ਗੱਲ ਹੁੰਦੀ ਰਹਿੰਦੀ, ਉਹ ਘੱਟੋ ਘੱਟ ਅਸੀਂ ਕਹਿੰਦੇ ਵੀ 50,000 ਰੁਪਇਆ ਮਹੀਨੇ ਦਾ, 60,000 ਕਮਾ ਲੈਣੇ ਬੜੇ ਆਰਾਮ ਨਾਲ, ਸਿਰਫ 3 ਘੰਟੇ ਕੰਮ ਕਰਕੇ ਇੱਕ ਦਿਨ ਦੇ ਵਿੱਚ। ਇਹ ਕੰਮ ਅਸੀਂ ਆਪਣੀ ਸ਼ਰਮ ਕਰਕੇ ਛੱਡੀ ਬੈਠੇ ਹਾਂ, ਜਾਂ ਸਾਡੀ ਜਿਹੜੀ ਪਨੀਰੀ ਜਿਹੜੀ ਕਹਿੰਦੀ ਕਿ ਅਸੀਂ BA ਕਰ ਲਈ ਜਾਂ +2 ਕਰ ਲਈ ਹੈ, ਅਸੀਂ ਹੁਣ ਇਹ ਕੰਮ ਨਹੀਂ ਕਰ ਸਕਦੇ। ਬਹੁਤਿਆਂ ਦੇ ਵਿੱਚ ਜਾਤ ਦਾ ਪੰਗਾ ਹੈ ਜਾਂ ਕੋਈ ਵੀ ਇੱਕਾ ਦੁੱਕਾ, ਵੀ ਛੋਟੇ ਕੰਮ ਅਸੀਂ ਤਿਆਗ ਦਿੱਤੇ ਆ। ਉਹ ਬਾਹਰ ਤੋਂ ਪਨੀਰੀ ਨੇ ਆ ਕੇ ਜਿਹੜੇ ਉਹ ਐਕਸੈਪਟ ਕਰ ਲਏ, ਉਹ ਰੋਕ ਲਏ ਆ। ਅਸੀਂ ਉਹ ਚੀਜ਼ ਨੂੰ ਛੱਡ ਦਿੱਤਾ। ਹੱਥੀਂ ਕਿਰਤ ਕਰਨੀ ਸਭ ਤੋਂ ਪਹਿਲਾਂ ਤਾਂ ਅਸੀਂ ਛੱਡ ਦਿੱਤੀ, ਖਾਸ ਕਰਕੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਆ। ਤੇ ਅਸੀਂ ਚਾਹੁੰਦੇ ਹਾਂ ਕਿ ਘੱਟ ਸਮੇਂ ਦੇ ਵਿੱਚ ਬਹੁਤ ਛੇਤੀ ਸਕਸੈਸ ਹੋ ਜਾਈਏ। ਇਸ ਕਰਕੇ ਬਹੁਤੇ ਬੱਚੇ ਜਾਂ ਇੰਝ ਕਹਿ ਲਈ ਜਿਹੜੀ ਕਰੀਮ ਹੈ ਨਾ, ਉਹ ਬਾਹਰ ਜਾ ਰਹੀ ਹੈ। ਉਹ ਤੁਸੀਂ ਸਭ ਜਾਣ ਚੁੱਕੇ ਹੋ, ਸਮਝ ਚੁੱਕੇ ਹੋ। ਤੇ ਜਿਨ੍ਹਾਂ ਕੋਲ ਨਹੀਂ ਹੁੰਦਾ, ਉਹ ਕਿਸੇ ਲੜਕੀ ਨੂੰ ਕਰਾਉਂਦੇ, ਵਿਆਹ ਕਰਾ ਕੇ ਫਿਰ ਉੱਧਰ ਜਾਂਦੇ ਆ। ਘੱਟੋ ਘੱਟ 2 ਸਾਲ ਤਾਂ ਉਹਨਾਂ ਨੂੰ ਇੱਥੇ ਹੀ ਟਾਈਮ ਲੱਗ ਜਾਂਦਾ ਹੈ ਕਿ ਉਹ ਆਪਣਾ ਕਰਜ਼ਾ ਲਾਉਂਦੇ ਹਨ। ਫਿਰ ਜਿਹੜਾ ਕੁਝ ਰਹਿੰਦਾ ਸਹਿੰਦਾ ਉਦੋਂ ਬਾਅਦ ਦੀ ਗੱਲ, ਵੱਖਰੀ ਗੱਲ। ਪਰ ਮੈਂ ਇਹ ਚਾਹੂੰਗਾ ਕਿ ਜਿਹੜੇ ਛੋਟੇ ਛੋਟੇ ਕੰਮ ਆ ਨਾ, ਬਰਗਰ ਬਣਾ ਰਿਹਾ ਕੋਈ ਕੁਲਚੇ ਵੇਚ ਰਿਹਾ, ਕੋਈ ਕੜੀ ਚੌਲ ਵੇਚ ਰਿਹਾ, ਕੋਈ ਆਂਡੇ ਵੇਚ ਰਿਹਾ, ਕਹਿੰਦਾ ਭਾਵ ਕਿ ਇੱਕਾ ਦੁੱਕਾ ਜੋ ਵੀ ਛੋਟੇ ਮੋਟੇ ਕੰਮ ਆ, ਉਹਨਾਂ ਕੰਮਾਂ ਦੇ ਲਈ ਆਪਾਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈ ਆਕਰਸ਼ਿਤ ਕਰੀਏ, ਉਹਨਾਂ ਨੂੰ ਉਹਦੀ ਟ੍ਰੇਨਿੰਗ ਦੇਈਏ। ਜਿਨ੍ਹਾਂ ਕੋਲ ਟ੍ਰੇਨਿੰਗ, ਜਿਹੜੇ ਕਹਿੰਦੇ ਕਿ ਸਾਡੇ ਕੋਲ ਇਹ ਹੋ ਨਹੀਂ ਸਕਦਾ ਜਾਂ ਅਸੀਂ ਇਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਟ੍ਰੇਨਿੰਗ ਦੇ ਛੋਟੇ ਛੋਟੇ ਕੰਮਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਆਪਾਂ ਪਾਈਏ ਤੇ ਉਹਨਾਂ ਦੇ ਵਿੱਚ ਜਿਹੜੀ ਆਪਾਂ ਹੈਲਪ ਕਰੀਏ ਕਿ ਇੰਨੀ ਇਨਵੈਸਟਮੈਂਟ ਹਰ ਕੋਈ ਕਰ ਸਕਦਾ। 20-30 ਰੁਪਏ ਦਾ ਆਪਣਾ ਛੋਟਾ ਜਿਹਾ ਸਿਸਟਮ ਬਣਾ ਕੇ ਕਿਸੇ ਵੀ ਮੋੜ ਤੇ ਖਲੋ ਕੇ 3-4 ਘੰਟੇ ਕੰਮ ਕਰਕੇ, 5 ਘੰਟੇ ਕੰਮ ਕਰਕੇ ਲੱਖ ਰੁਪਇਆ 1 ਮਹੀਨੇ ਦਾ ਉਹ ਕਮਾ ਸਕਦਾ। ਜੇ ਖਰਚਾ ਕੱਢ ਕੇ 50 ਵੀ ਬਚਦਾ ਜੀ। ਇਹ ਮੇਰਾ ਸਰਵੇ ਕੀਤਾ ਹੋਇਆ ਹੈ ਇੱਥੇ ਚੰਡੀਗੜ੍ਹ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ, ਵੀ ਛੋਟੇ ਕੰਮ ਅਸੀਂ ਤਿਆਗ ਦਿੱਤੇ ਸ਼ਰਮੋ ਸ਼ਰਮੀ ਕਰਕੇ। ਹਾਂਜੀ, ਮੈਂ ਇਹੀ ਬੇਨਤੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਜਗਬੀਰ ਸਿੰਘ ਜੀ। ਤੁਸੀਂ ਬੜੀ ਸੋਹਣੀ ਆਬਜ਼ਰਵੇਸ਼ਨ ਕੀਤੀ ਹੈ। ਵੈਸੇ ਆਪਣੇ ਜਿਹੜੇ ਪੰਜਾਬ ਦੇ ਵਿੱਚ ਸੱਜਣ ਹੈ, ਉਹ ਛੋਟੇ ਕੰਮ ਛੱਡ ਦਿੱਤੇ। ਉਹ ਐਕਚੁਅਲੀ ਛੱਡ ਨਹੀਂ ਦਿੱਤੇ, ਉਹ ਬਾਹਰ ਆ ਕੇ ਛੋਟਾ ਹੀ ਕੰਮ ਕਰਦੇ ਆ। ਬਾਹਰ ਆ ਕੇ ਉਹ ਜਿੱਥੇ ਵੀ ਕੰਮ ਕਰਦੇ ਉਹ ਉੱਦਾਂ ਦਾ ਹੀ ਆ ਜਿਹੜੇ ਪੰਜਾਬ 'ਚ ਨਹੀਂ ਕਰਦੇ। ਇਸ਼ੂ ਸਾਡਾ ਇਹ ਹੈ ਕਿ ਸਾਡੀ ਜਿਹੜੀ ਮਨੋਵਿਰਤੀ ਹੈ ਨਾ, ਉਹ ਪੰਜਾਬ ਤੋਂ ਬਾਹਰ ਭੱਜਣ ਨੂੰ ਬਹੁਤ ਛੇਤੀ ਹੋ ਗਈ ਹੈ। ਸਾਨੂੰ ਜਿੱਦਾਂ ਪਹਿਲੇ ਵਿਚਾਰ ਵਾਲੇ ਕਹਿ ਗਏ ਆ, ਬੜੀ ਸੋਹਣੀ ਗੱਲ ਹੈ ਕਿ ਸਾਡੀ ਜਿਹੜੀ ਸੋਚ ਹੈ
ਉਹ ਜੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਤਰੱਕੀ ਵਾਲੇ ਉੱਥੇ ਰਹਿ ਕੇ ਚੰਗੀ ਪੋਜੀਸ਼ਨ ਤੇ ਜਾਣੇ ਲਈ ਹੋ ਜਾਏ, IAS ਬਣਨ ਲਈ ਹੋ ਜਾਏ, ਵੱਡੀਆਂ ਵੱਡੀਆਂ ਹੋਰ ਜਿਹੜੀਆਂ ਨੌਕਰੀਆਂ ਪੰਜਾਬ ਦੇ ਬਾਹਰ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ, ਜੇ ਅਸੀਂ ਆਪ ਪੰਜਾਬ ਦੇ ਉੱਥੇ ਲੈ ਪਈਏ, ਸਾਡੀ ਸੋਚ ਦਾ ਫਰਕ ਹੈ। ਇਸ ਵੇਲੇ ਸਾਡੇ ਕੋਲ ਸਿਰਫ ਤੇ ਸਿਰਫ 3 ਮਿੰਟ ਹੈ। ਮੈਂ 2 ਹੱਥ ਖੜੇ ਦੇਖ ਰਿਹਾ, ਮੈਨੂੰ ਇੱਕ ਬੰਦੇ ਜੋਗਾ ਟਾਈਮ ਹੈਗਾ, ਦੂਜੇ ਜੋਗਾ ਨਹੀਂ ਆ। ਮਨਦੀਪ ਕੌਰ ਜੀ, ਆਪ ਜੀ ਦਿਸ ਰਹੇ ਹੋ। ਭੈਣ ਜੀ, ਆਪ ਕੋਲ 3 ਮਿੰਟ ਹੈ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨਾਲ ਥੋੜੇ ਜਿਹੇ ਵਿਚਾਰ ਹੀ ਪੇਸ਼ ਕਰਾਂਗੀ। ਮੈਂ ਇੱਕ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰ ਰਹੀ ਹਾਂ, ਪਟਿਆਲਾ ਸਿਟੀ ਦੇ ਵਿੱਚ ਇੰਸਟੀਚਿਊਟ ਹੈ ਉਹ। ਤੇ ਮੈਂ ਵੀ ਇੱਥੇ ਕੀ ਦੇਖ ਰਹੀ ਹਾਂ ਅੱਜ ਕੱਲ ਕਿ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਹੀ ਗੁਰਪ੍ਰੀਤ ਸਿੰਘ ਜੀ ਨੇ ਆਪਾਂ ਨੂੰ ਦੱਸਿਆ ਸੀ ਕਿ ਇਨਫਲੋ ਨੌਨ, ਜਿਸ ਤਰ੍ਹਾਂ ਕਿ ਇਨਫਲੋ ਤੇ ਆਊਟਫਲੋ ਕਿ ਨੌਨ ਪੰਜਾਬੀਜ਼ ਦਾ ਹੈ ਨਾ, ਤਾਂ ਉਹ ਚੀਜ਼ ਹੈ। ਮੈਂ ਵੀ ਇੰਸਟੀਚਿਊਟ ਦੇ ਵਿੱਚ ਹੋਣ ਕਰਕੇ ਦੇਖ ਰਹੀ ਹਾਂ ਕਿ ਜਿਵੇਂ ਆ ਰਹੇ ਨੇ ਹੈ ਨਾ ਨੌਨ, ਮਤਲਬ ਜਿਹੜੇ ਨੇ ਸਿੱਖ ਆਪਣੇ ਕੋਲ ਪੰਜਾਬ ਦੀ ਜਗ੍ਹਾ ਤੇ, ਜਿਵੇਂ ਕਿ 60 ਸੀਟਾਂ ਨੇ, 60 ਦੇ ਵਿੱਚ ਕੀ ਹੈ ਕਿ 10% ਹੀ ਪੰਜਾਬੀ ਮੈਨੂੰ ਮਿਲ ਰਹੇ ਨੇ ਉਹਦੇ ਵਿੱਚ। ਤਾਂ ਮੈਂ ਕੀ ਚਾਹਾਂਗੀ ਕਿ ਜਿਵੇਂ ਕਿ ਆਪਾਂ ਛੋਟੇ ਥੋੜਾ ਟਾਈਮ ਪਹਿਲਾਂ ਆਪਾਂ ਨੂੰ ਵੀਰ ਜੀ ਨੇ ਦੱਸਿਆ ਕਿ ਛੋਟੇ ਕੰਮ ਸ਼ੁਰੂ ਕੀਤੇ ਜਾ ਸਕਦੇ ਨੇ ਤਾਂ ਕਿ ਮਤਲਬ ਕੁਛ ਨਾ ਕੁਛ ਅੱਗੇ ਪੰਜਾਬ ਆਪਣਾ ਪ੍ਰੋਗਰੈਸ ਕਰ ਸਕੇ। ਉਹਦੇ ਵਿੱਚ ਕੀ ਹੈ, ਜੇ ਆਪਾਂ ਕਰ ਸਕਦੇ ਹਾਂ, ਅੱਜ ਕੱਲ ਕੀ ਬੱਚਿਆਂ ਦੇ ਵਿੱਚ ਦੇਖ ਰਹੇ ਹਾਂ ਆਪਾਂ ਡਾਂਸ ਕਲਾਸਿਸ ਦਾ ਰੁਝਾਨ ਬਹੁਤ ਵਧਿਆ ਹੋਇਆ ਹੈ। ਉਹਦੀ ਜਗ੍ਹਾ ਤੇ ਆਪਾਂ ਕੀ ਕਰ ਸਕਦੇ ਹਾਂ, ਕੋਈ ਗੱਤਕਾ ਕਲਾਸਿਸ, ਧਾਰਮਿਕ ਕਲਾਸਿਸ, ਕੋਈ ਮਿਊਜ਼ੀਕਲ ਇੰਸਟਰੂਮੈਂਟ ਆਪਾਂ ਇਸ ਤਰ੍ਹਾਂ ਦੇ ਜਿਵੇਂ ਕਿ ਹਾਰਮੋਨੀਅਮ, ਤਬਲਾ, ਇਹ ਜੋੜ ਕੇ ਜੇ ਆਪਾਂ ਚੱਲੀਏ ਤਾਂ ਕਿ ਆਪਣੇ ਬੱਚੇ ਜਿਹੜੇ ਯੂਥ ਹੈ ਉਹ ਸਹੀ ਰਾਹ ਤੇ ਆ ਜਾਏ। ਤਾਂ ਦੂਸਰਾ ਕੀ ਮੈਂ ਦੇਖਦੀ ਸੀਗੀ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਫਿਕਸਡ ਸੈਲਰੀਜ਼ ਦਾ ਬਹੁਤ ਪ੍ਰੋਬਲਮ ਆ ਰਹੀ ਹੈ, ਫਿਕਸਡ ਸੈਲਰੀਜ਼ ਨਹੀਂ ਹੈ। ਜੇ ਫਿਕਸ ਸੈਲਰੀਜ਼ ਬਾਰੇ ਕੋਈ ਸਰਕਾਰ ਤੱਕ ਆਪਾਂ ਕੋਈ ਮੈਸੇਜ ਪਹੁੰਚਾਈਏ ਤਾਂ ਹੋ ਸਕਦਾ ਹੈ ਆਪਾਂ ਯੂਥ ਨੂੰ ਬਾਹਰ ਜਾਣ ਤੋਂ ਬਚਾ ਸਕਦੇ ਹਾਂ। ਤਾਂ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਹੀ ਸੋਹਣੀ ਗੱਲ ਕਹਿ ਗਏ ਹੋ ਤੇ ਉਹਦੇ ਵਿੱਚ ਤੁਸੀਂ ਇਹ ਕਹਿ ਗਏ ਹੋ ਕਿ ਸਾਡੀ ਜਿਹੜੀ ਸੋਚ ਹੈ, ਤੁਸੀਂ ਐਗਜ਼ਾਮਪਲ ਤਾਂ ਇੱਕ ਦਿੱਤੀ ਹੈ ਡਾਂਸ ਵਰਸਸ ਗੱਤਕਾ, ਲੇਕਿਨ ਹੋਰ ਪਾਸਿਓਂ ਵੀ ਸਾਡੀ ਜਿਹੜੀ ਸੋਚ ਹੈ ਉਹ ਸਿੱਖੀ ਦੀ ਸੋਚ ਨਹੀਂ ਰਹੀ, ਉਹ ਦੂਜੇ ਪਾਸੇ ਨੂੰ ਚਲੇ ਗਈ ਹੈ। ਸਾਨੂੰ ਆਪਣੀ ਸੋਚ ਸਿੱਧੇ ਰਸਤੇ ਤੇ ਲਿਆ ਕੇ ਫਿਰ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਯੂਥ ਨੂੰ ਪੰਜਾਬ ਦੇ ਵਿੱਚ ਹੀ ਅਪਰਚੂਨਿਟੀ ਦੀ ਗੱਲ ਕਰ ਸਕਦੇ ਹਾਂ। ਇਸ ਵੇਲੇ ਬਈ ਮਾਫ ਕਰਨਾ, ਆਪਣਾ ਸਮਾਂ ਖਤਮ ਹੈ ਤੇ ਆਪ ਜੀ ਸਾਰਿਆਂ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਅਗਲੀ ਵਾਰ ਨੂੰ ਜਦੋਂ ਵੀ ਸੈਮੀਨਾਰ ਹੋਵੇ ਪਲੀਜ਼ ਰਜਿਸਟਰ ਜ਼ਰੂਰ ਕਰੋ ਵੇਲੇ ਸਿਰ, ਤਾਂ ਕਿ ਅਸੀਂ ਸਾਰਿਆਂ ਦੀ ਗੱਲ, ਜਿੰਨੇ ਵੀ ਰਜਿਸਟਰ ਹੁੰਦੇ ਆ, ਅਸੀਂ ਸੁਣ ਸਕੀਏ। ਤੇ ਅਸੀਂ ਜਦੋਂ ਜ਼ਿਆਦਾ ਸੱਜਣ ਆਉਣਗੇ ਹੋ ਸਕਦਾ ਸਾਰਿਆਂ ਨੂੰ ਥੋੜਾ ਸਮਾਂ ਦੇ ਦਈਏ, ਲੇਕਿਨ ਬੇਨਤੀ ਹੋਏਗੀ ਕਿ ਅਸੀਂ ਸਾਰਿਆਂ ਦੀ ਗੱਲ ਸੁਣਨੀ ਚਾਹਾਂਗੇ। ਤੇ ਇਸ ਵੇਲੇ ਸਮਾਪਤੀ ਦਾ ਸਮਾਂ ਮੈਂ ਭੈਣ ਜੀ ਮਨਦੀਪ ਕੌਰ ਜੀ ਨੂੰ, ਜਿਹੜੇ ਸਾਡੇ ਗਲੋਬਲ ਸਿੱਖ ਕਾਉਂਸਲ ਦੇ ਵਾਈਸ ਪ੍ਰੈਜ਼ੀਡੈਂਟ ਹੈ, ਆਪ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਸੈਸ਼ਨ ਦੀ ਸਮਾਪਤੀ ਕਰੋ। ਭੈਣ ਜੀ ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰਿਆਂ ਦਾ ਅਸੀਂ ਧੰਨਵਾਦ ਤਾਂ ਜਿੱਥੇ ਬਹੁਤ ਕਰਦੇ ਹਾਂ, ਉੱਥੇ ਜਿੰਨਾ ਵੀਰਾਂ ਨੂੰ ਜਾਂ ਜਿੰਨਾ ਭੈਣਾਂ ਨੂੰ ਅਸੀਂ ਸਮਾਂ ਨਹੀਂ ਦੇ ਸਕੇ ਉਹਨਾਂ ਦੇ ਕੋਲੋਂ ਮਾਫੀ ਵੀ ਚਾਹੁੰਦੇ ਹਾਂ, ਕਿਉਂਕਿ ਸਮੇਂ ਦੇ ਵਿੱਚ ਰਹਿਣਾ ਜਿਹੜਾ ਹੈ ਬੜਾ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਹੜਾ ਵਾ ਸਾਨੂੰ ਸਮਝਾਇਆ, ਔਰ ਸਲਾਈਡਸ ਬਣਾ ਕੇ ਜੋ ਵੀਰ ਜੀ ਲੈ ਕੇ ਆਏ ਨੇ, ਜਿਹੜੇ ਸੈਂਸਸ ਸਮਝਾਏ ਨੇ ਸਾਰੇ, ਵੀਰ ਜੀ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਉਹਦੀ ਜਿਹੜੀ ਵੀਡੀਓ ਆ ਅਸੀਂ ਅਲੱਗ ਤੋਂ ਇੱਕ ਵਾਰੀ ਕਰਕੇ ਤੇ ਸਾਰੇ ਪਾਸੇ ਜਿਹੜੀ ਉਹ ਭੇਜਾਂਗੇ, ਤਾਂ ਕਿ ਜਿਨ੍ਹਾਂ ਨੇ ਇੱਥੇ ਜਿਹਨੂੰ ਕਿਸੇ ਨੂੰ ਨਹੀਂ ਵੀ ਸਮਝ ਆਈ, ਜਾਂ ਵੱਧ ਤੋਂ ਵੱਧ ਉਸ ਵੀਡੀਓ ਨੂੰ ਦੇਖ ਕੇ ਅਸੀਂ ਸਮਝ ਸਕੀਏ ਵੀ ਕੀ ਕਾਰਨ ਆ ਔਰ ਕਿਸ ਤਰ੍ਹਾਂ ਅਸੀਂ ਇਹਦੇ ਹੱਲ ਲੱਭਣੇ ਆ। ਤੁਹਾਡਾ ਤਹਿ ਦਿਲੋਂ ਧੰਨਵਾਦ ਵੀਰ ਜੀ ਕਿ ਤੁਸੀਂ ਇੰਨਾ ਟਾਈਮ ਕੱਢਿਆ ਔਰ ਇੰਨਾ ਟਾਈਮ ਕੱਢ ਕੇ ਤੁਸੀਂ ਇਹ ਸਾਰਾ ਕੁਝ ਲੈ ਕੇ ਆਏ ਆ। ਵੀਰ ਯਾਦਵਿੰਦਰ ਸਿੰਘ ਨੇ ਇਹ ਗੱਲ ਦੱਸੀ ਹੈ, ਕਹਿੰਦੇ ਕਿ ਬੱਚੇ ਜਿਹੜੇ ਨੇ ਉਹ ਇੱਥੇ ਕੋਈ ਐਫਰਟਸ ਨਹੀਂ ਕਰ ਰਹੇ। ਇੱਥੇ ਜੇ ਐਫਰਟਸ ਕਰਨਗੇ ਬਾਹਰ ਜਾ ਕੇ ਸਭ ਕੁਝ ਕਰਨ ਨੂੰ ਤਿਆਰ ਨੇ। ਇੱਥੇ ਬੱਚੇ ਕਹਿੰਦੇ ਅਸੀਂ ਆਇਲਸ ਕਰ ਲਈ, ਆਇਲਸ ਕਰਕੇ ਬਾਹਰ ਚਲੇ ਜਾਈਏ। ਬਸ ਇਹੋ ਹੀ ਜਿਹੜੀ ਸੋਚ ਆ ਉਹ ਹੈਵੀ ਹੋਈ ਪਈ ਹੈ। ਮਨਪ੍ਰੀਤ ਕੌਰ ਭੈਣ ਜੀ ਨੇ ਹਿਸਟਰੀ ਤੋਂ ਗੱਲ ਸ਼ੁਰੂ ਕੀਤੀ ਸੀ ਤੇ ਹਿਸਟਰੀ ਦੀ ਗੱਲ ਕਰਦਿਆਂ ਉਹਨਾਂ ਨੇ ਇੱਥੇ ਲਿਆ ਕੇ ਗੱਲ ਖਤਮ ਕੀਤੀ ਕਿ ਜਿਹੜੇ ਸਾਡੇ ਲੀਡਰਸ ਹੈਗੇ ਨੇ ਉਹ ਵੀ
ਉਹਨਾਂ ਦੇ ਵਿੱਚ ਇਹ ਭਾਵਨਾ ਹੀ ਨਹੀਂ ਹੈਗੀ ਕਿ ਅਸੀਂ ਆਪਣੀ ਕੌਮ ਨੂੰ ਕਿਵੇਂ ਜਿਹੜਾ ਵਾ ਉਹ ਅੱਗੇ ਤੱਕ ਲੈ ਕੇ ਜਾ ਸਕੀਏ। ਉਹਨਾਂ ਦੇ ਵਿੱਚ ਕੋਈ ਜੇ ਸੱਚ ਦੀ ਭਾਵਨਾ ਹੋਵੇ ਤਾਂ ਜ਼ਰੂਰ ਕੋਈ ਨਾ ਕੋਈ ਜਿਹੜਾ ਇਸ ਵਾਧੇ ਵਾਲੇ ਪਾਸੇ ਅਸੀਂ ਸੋਚ ਸਕਦੇ ਹਾਂ। ਗੁਰਜੋਤ ਸਿੰਘ ਵੀਰ ਜੀ ਨੇ ਵੀ ਇਹੋ ਹੀ ਗੱਲ ਕੀਤੀ ਆ, ਤਕਰੀਬਨ ਸਭ ਨੇ ਜਿਹੜੀ ਜ਼ਿਆਦਾ ਗੱਲ ਇਹ ਕੀਤੀ ਆ ਕਿ ਬੱਚਿਆਂ ਦਾ ਇਹੀ ਰੁਝਾਨ ਆ ਕਿ ਅਸੀਂ +2 ਕਰੀਏ, +2 ਕਰਕੇ ਅਸੀਂ ਆਇਲਸ ਕਰ ਲਈਏ, ਆਇਲਸ ਕਰਕੇ ਅਸੀਂ ਸਭ ਜਣੇ ਬਾਹਰ ਚਲੇ ਜਾਈਏ, ਕਿਉਂਕਿ ਇੱਥੇ ਬੱਚੇ ਕਹਿ ਦਿੰਦੇ ਨੇ ਜੌਬਸ ਨਹੀਂ ਹੈਗੀਆਂ, ਕਿਰਤ ਨਹੀਂ ਹੈਗੀ, ਪਰ ਇੱਥੇ ਕੋਈ ਕੰਮ ਕਰਨ ਨੂੰ ਜਿਹੜਾ ਤਿਆਰ ਨਹੀਂ ਆ। ਪਰ ਸਭ ਤੋਂ ਵੱਧ ਧੰਨਵਾਦ ਮੈਂ ਡਾਕਟਰ ਸਰਬਜੀਤ ਸਿੰਘ ਵੀਰ ਜੀ ਦਾ ਕਰਾਂਗੀ, ਜਿਨ੍ਹਾਂ ਨੇ ਬਹੁਤ ਥੋੜੇ ਆਪਣੇ ਪੂਰੇ ਟਾਈਮ ਦੇ ਵਿੱਚ ਰਹਿੰਦਿਆਂ ਗੁਰਬਾਣੀ ਦੇ ਅਨੁਸਾਰ ਜਿਹੜੀਆਂ ਨੇ ਉਹ ਸਾਰੀ ਸੇਧ ਦਿੱਤੀ ਹੈ। ਔਰ ਗੁਰਬਾਣੀ ਅਨੁਸਾਰ ਸੇਧ ਦਿੰਦੇ ਹੋਇਆ ਵੀਰ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਆਪਣੇ ਤਨ ਮਨ ਦਾ ਜਿਹੜਾ ਸੁਧਾਰ ਕਰਨਾ ਉਹ ਵੀ ਬੜਾ ਜ਼ਰੂਰੀ ਹੈ। ਜੇ ਇਹ ਹੋਏਗਾ ਤਾਂ ਅਸੀਂ ਕਈ ਚੀਜ਼ਾਂ ਨੂੰ ਜਿਹੜਾ ਸਮਝ ਸਕਦੇ ਹਾਂ। ਤੇ ਇਹ ਤੁਹਾਨੂੰ ਸਮਝਦਿਆਂ ਹੋਇਆਂ ਉਹਨਾਂ ਨੇ ਨਸ਼ਿਆਂ ਦੀ ਵੀ ਗੱਲ ਕੀਤੀ, ਹਰ ਜਿਹੜੀਆਂ ਕੁਰੀਤੀਆਂ ਚੱਲ ਰਹੀਆਂ ਨੇ ਹਰ ਕੁਰੀਤੀ ਦੀ ਗੱਲ ਕਰਦਿਆਂ ਵੀਰ ਜੀ ਨੇ ਸਾਨੂੰ ਜਿਹੜਾ ਵਾ ਉਹ ਸਮਝਾਇਆ। ਤੇ ਉੱਦਮ ਕਰਨ ਦੀ ਜਿਹੜੀ ਗੱਲ ਵੀਰ ਜੀ ਨੇ ਗੁਰਬਾਣੀ ਦੇ ਵਿੱਚੋਂ ਸਮਝਾਈ ਆ, ਬਿਲਕੁਲ ਜਦੋਂ ਉੱਦਮ ਕਰਾਂਗੇ ਤਾਂ ਜ਼ਰੂਰ ਕਿਸੇ ਨਾ ਕਿਸੇ ਪਾਸੇ ਇਸ ਚੀਜ਼ ਨੂੰ ਜਿਹੜੀ ਆ ਉਹ ਠੱਲ ਪਏਗੀ ਤੇ ਸਿੱਖੀ ਵਿੱਚ ਜਿਹੜਾ ਵਾਧਾ ਹੈ ਉਹ ਆਪਣੇ ਆਪ ਹੋਣਾ ਜਿਹੜਾ ਨਾਲ ਸ਼ੁਰੂ ਹੋਏਗਾ। ਵੀਰ ਬਲਜਿੰਦਰ ਸਿੰਘ ਜੀ ਦਾ ਵੀ ਬਹੁਤ ਧੰਨਵਾਦ, ਉਹਨਾਂ ਨੇ ਵੀ ਹਿਸਟਰੀ ਤੋਂ ਗੱਲ ਸ਼ੁਰੂ ਕੀਤੀ। ਹਿਸਟਰੀ ਤੋਂ ਗੱਲ ਸ਼ੁਰੂ ਕਰਦਿਆਂ ਜਿਹੜੇ ਇਹ ਗੱਲ ਉਹ ਕਹਿ ਕੇ ਗਏ ਨੇ ਕਿ ਬੇਲੋੜੇ ਜਿਹੜੇ ਪਦਾਰਥ ਆ, ਬੇਲੋੜੀ ਪਦਾਰਥਾਂ ਦੀ ਸੋਚ ਸਾਡੇ ਤੇ ਜਿਹੜੀ ਭਾਰੂ ਹੋਈ ਆ, ਇਸ ਸੋਚ ਨੂੰ ਜਿੰਨੀ ਦੇਰ ਤੱਕ ਅਸੀਂ ਪਰੇ ਨਹੀਂ ਕਰਦੇ ਉਨੀ ਦੇਰ ਤੱਕ ਇਸ ਚੀਜ਼ ਦਾ ਸੁਧਾਰ ਨਹੀਂ ਹੋ ਸਕਦਾ। ਆਪਣੀ ਕਿਰਤ ਅਸੀਂ ਆਪ ਕਰੀਏ। ਸਰਬਜੋਤ ਸਿੰਘ ਗਰੋਵਰ ਵੀਰ ਜੀ ਦਾ ਸਦਾ ਹੀ ਧੰਨਵਾਦ ਆ, ਜਿਹੜੇ ਹਮੇਸ਼ਾ ਬੜੇ ਵਧੀਆ ਪੁਆਇੰਟਸ ਲੈ ਕੇ ਆਉਂਦੇ ਨੇ। ਵੀਰ ਜੀ ਨੇ ਇਹ ਗੱਲ ਕਹੀ ਹੈ ਕਿ ਇੱਥੇ ਇੰਡਸਟਰੀ ਜਿਹੜੀ ਆ ਉਹ ਲੱਗਣੀ ਚਾਹੀਦੀ ਆ, ਆਪਣੇ ਕਾਰੋਬਾਰ ਆਪ ਕਰਨੇ ਚਾਹੀਦੇ ਆ। ਕਿੰਨੂਆਂ ਦੀ ਖੇਤੀ ਦੀ ਵੀਰ ਜੀ ਨੇ ਗੱਲ ਕੀਤੀ ਹੈ। ਮੈਂ ਇੱਥੇ ਜਿੰਨੇ ਵੀ ਮੇਰੇ ਭੈਣ ਭਰਾ ਇਹ ਵੈਬੀਨਾਰ ਤੇ ਬੈਠੇ ਸੁਣ ਰਹੇ ਨੇ ਜਾਂ ਜਿੱਥੇ ਜਿੱਥੇ ਵੀ ਇਹ ਰਿਕਾਰਡਿੰਗ ਜਾਏਗੀ, ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੀ ਕਿ ਵੀਰ ਜੀ 2007 ਦੇ ਵਿੱਚ ਇੱਕ ਕਿਤਾਬ ਆਈ ਸੀ ਪ੍ਰੋਫੈਸਰ ਇੰਦਰ ਸਿੰਘ ਘੱਗਾ ਦੀ, ਜਿਸ ਕਿਤਾਬ ਦਾ ਟਾਈਟਲ ਸੀ ਕਿਵੇਂ ਕੀਤਾ ਜਾ ਰਿਹਾ ਹੈ ਸਿੱਖਾਂ ਦਾ ਸਰਬਨਾਸ਼। ਉਹ ਜਿਹੜੀ ਕਿਤਾਬ ਜੇ ਇੱਕ ਵਾਰੀ ਹਰ ਸਿੱਖ ਪੜ੍ਹ ਲਵੇ ਤਾਂ ਉਹਦੇ ਵਿੱਚ ਅੰਗੂਰਾਂ ਦੀ ਖੇਤੀ, ਕਿੰਨੂਆਂ ਦੀ ਖੇਤੀ, ਪਾਪੂਲਰ, ਸਫੇਦੇ, ਆਲੂ, ਹਰ ਚੀਜ਼ ਬਾਰੇ ਉਹਨਾਂ ਨੇ ਜਿਹੜਾ ਵਾ ਉਹ ਇੱਕ ਇੰਡਸਟਰੀ ਹਰ ਚੀਜ਼ ਦਾ ਜਿਹੜਾ ਉਹਨਾਂ ਨੇ ਦੱਸਿਆ ਕਿ ਕਿਵੇਂ ਇਹਨਾਂ ਚੀਜ਼ਾਂ ਨੂੰ 2007 ਦੀ ਕਿਤਾਬ ਆ। ਅੱਜ ਵੀ ਜੇ ਤੁਸੀਂ ਉਹ ਕਿਤਾਬ ਪੜ੍ਹ ਲਓ ਤੇ ਅੱਜ ਵੀ ਤੁਹਾਨੂੰ ਉਹਦੇ ਵਿੱਚੋਂ ਪਤਾ ਲੱਗ ਜਾਏਗਾ ਕਿ ਸਿੱਖਾਂ ਦੀ ਆਬਾਦੀ ਕਿਵੇਂ ਘਟ ਰਹੀ ਹੈ। ਮੈਂ ਬੇਨਤੀ ਕਰਾਂਗੀ ਕਿ ਇੰਨੀ ਛੋਟੀ ਕਿਤਾਬ ਆ, ਸਭ ਜਣੇ ਉਹ ਕਿਤਾਬ ਟੈਲੀਗ੍ਰਾਮ ਤੇ ਵੀ ਤੁਹਾਨੂੰ ਮਿਲ ਜਾਂਦੀ ਹੈ, ਉਹ ਕਿਤਾਬ ਜ਼ਰੂਰ ਪੜ੍ਹੋ, ਸਾਨੂੰ ਉਹ ਤੋਂ ਬਹੁਤ ਕੁਝ ਜਿਹੜਾ ਉਹ ਪਤਾ ਲੱਗ ਜਾਏਗਾ। ਪਰ ਫਿਰ ਵੀ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਨੇ ਅਸੀਂ ਕਿਰਤ ਆਪਣੀ ਆਪ ਕਰੀਏ, ਕਿਉਂਕਿ ਸਾਡੇ ਬੱਚੇ ਹੱਥੀਂ ਕਿਰਤ ਕਰਨ ਨੂੰ ਸ਼ਰਮ ਮਹਿਸੂਸ ਕਰਦੇ, ਬਾਹਰ ਆ ਕੇ ਬਹੁਤ ਕੁਝ ਕਰ ਲੈਂਦੇ, ਬਾਹਰ ਆ ਕੇ ਕਿਉਂਕਿ ਉਹਨਾਂ ਨੂੰ ਹੁੰਦਾ ਇੱਥੇ ਕਿਹੜਾ ਕੋਈ ਦੇਖਦਾ ਹੈ, ਉਹ ਫਿਰ ਉਹ ਕੀ ਐਗਜ਼ਾਮਪਲ ਦੇ ਦਿੰਦੇ, ਲੋ ਜੀ ਗੋਰੇ ਵੀ ਤਾਂ ਕਰਦੇ ਹੀ ਆ। ਜੇ ਗੋਰੇ ਕਰਦੇ ਤਾਂ ਅਸੀਂ ਆਪਣੇ ਵੀ ਕਰਨਾ ਸ਼ੁਰੂ ਕਰੀਏ, ਆਪਣੇ ਘਰ ਦਾ ਕੰਮ ਅਸੀਂ ਆਪ ਕਰਨ ਤੋਂ ਅੱਜ ਸਾਡੀਆਂ ਭੈਣਾਂ ਵੀ ਸ਼ਰਮ ਮਹਿਸੂਸ ਕਰਦੀਆਂ ਹੈ ਕਿ ਅਸੀਂ ਆਪਣੇ ਘਰ ਦਾ ਕੰਮ ਆਪ ਕਰਨਾ। ਕਹਿ ਦਿੰਦੀਆਂ ਤੁਹਾਡੇ ਘਰ ਕੰਮ ਵਾਲੀ ਨਹੀਂ ਲੱਗੀ, ਮੇਡ ਨਹੀਂ ਲੱਗੀ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਵੀ ਸਾਡੇ ਵਿੱਚ ਬੜੀਆਂ ਪਾਪੂਲਰ ਨੇ, ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ। ਸਾਰਿਆਂ ਨੇ ਬੜੇ ਵਧੀਆ ਜਿਹੜੇ ਨੇ ਉਹ ਪੁਆਇੰਟਸ ਰੱਖੇ ਨੇ। ਔਰ ਵੀਰ ਜਸਵੰਤ ਸਿੰਘ ਜੀ ਨੇ ਸਵੇਰ ਦਾ ਜਿਹੜਾ ਸਾਡੇ ਇੰਡੀਆ ਦੇ ਹਿਸਾਬ ਨਾਲ ਸਵੇਰ ਦਾ ਜਿਹੜਾ ਸੈਸ਼ਨ ਸੀ ਇਹਨਾਂ ਦਾ, ਉਹਦੇ ਵਿੱਚ ਵੀਰ ਜੀ ਨੇ ਸਿੱਖੀ ਦੀ ਗੱਲ ਕੀਤੀ ਸੀ। ਤੇ ਹੁਣ ਵੀ ਵੀਰ ਜੀ ਨੇ ਇਹ ਗੱਲ ਕੀਤੀ ਆ ਕਿ ਸਿੱਖ ਦੂਸਰੇ ਨੂੰ ਸਿੱਖ ਬਣਿਆ ਰਹਿਣ ਦੇਣ, ਉਹਦੇ ਵਿੱਚ ਵੀ ਮਦਦ ਕਰਨ। ਵੀਰ ਜੀ ਤੁਹਾਡਾ ਬਹੁਤ ਧੰਨਵਾਦ। ਮੇਰੀ ਦਿਲੀ ਖਾਹਿਸ਼ ਸੀ ਕਿ ਤੁਸੀਂ ਆ ਕੇ ਇਸ ਸੈਸ਼ਨ ਦੇ ਵਿੱਚ ਵੀ ਜ਼ਰੂਰ ਬੋਲੋ, ਤੇ ਤੁਸੀਂ ਬੜੇ ਵਧੀਆ ਵਿਚਾਰ ਜਿਹੜੇ ਪੇਸ਼ ਕੀਤੇ ਨੇ। ਸਾਰਿਆਂ ਵੀਰਾਂ ਦਾ, ਭੈਣਾਂ ਦਾ, ਸਭ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਔਰ ਪੂਰੇ 2 ਘੰਟੇ ਤੋਂ ਜਿਹੜੇ ਸਾਡੇ ਨਾਲ ਜੁੜ ਕੇ ਬੈਠੇ ਹੋਏ ਨੇ। ਸਭ ਦਾ ਤਹਿ ਦਿਲੋਂ ਧੰਨਵਾਦ। ਤੇ ਉਹਨਾਂ ਵੀਰਾਂ ਤੇ ਭੈਣਾਂ ਕੋਲੋਂ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਮਾਫੀ ਚਾਹੁੰਦੇ ਹਾਂ ਜਿਨ੍ਹਾਂ ਨੂੰ ਅਸੀਂ ਸਮੇਂ ਦੀ ਘਾਟ ਕਰਕੇ ਸਮਾਂ ਨਹੀਂ ਦੇ ਸਕੇ। ਅਗਲੀ ਵਾਰੀ ਜ਼ਰੂਰ ਸਭ ਜਾਣੇ ਇਸੇ ਤਰ੍ਹਾਂ ਸਾਡੇ ਨਾਲ ਜੁੜੋ ਔਰ ਇਹ ਵੀ ਸਾਨੂੰ ਸੁਝਾਅ ਦਿਓ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਵਾਲਾ ਅਸੀਂ ਲੈ ਕੇ ਆਈਏ ਸਬਜੈਕਟ, ਇਹ ਸਬਜੈਕਟ ਨੂੰ ਲੈ ਕੇ ਆਈਏ ਤੇ ਅਸੀਂ ਉਹ ਵਾਲਾ ਲੈ ਕੇ ਆਵਾਂਗੇ। ਪਰ ਇਹ ਵੀ ਨਾਲ ਮੈਂ ਇੱਥੇ ਸਾਂਝਾ ਕਰਦੇ ਹਾਂ ਕਿ ਇਹ ਗੱਲ ਨਾ ਮਨ ਵਿੱਚ ਰਵੇ ਕਿ ਅਸੀਂ ਵੈਬੀਨਾਰ ਕਰਾਈ ਜਾਣੇ ਆ ਤੇ ਕਰਾ ਕੇ ਅਸੀਂ ਛੱਡ ਰਹੇ ਹਾਂ। ਇਸ ਤਰ੍ਹਾਂ ਦਾ ਕੁਝ ਨਹੀਂ ਆ। ਅਸੀਂ ਹਰ ਜਗ੍ਹਾ ਈਮੇਲ ਵੀ ਭੇਜ ਰਹੇ ਹਾਂ, ਸਭ ਕੁਝ ਕਰ ਰਹੇ ਹਾਂ। ਅਸੀਂ ਆਪਣੀ ਆਵਾਜ਼ ਹਰ ਜਗ੍ਹਾ ਤੇ ਪਹੁੰਚਾ ਰਹੇ ਹਾਂ, ਆਪਣੀ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਜਿਹੜੀ ਕੋਸ਼ਿਸ਼ ਹੈ ਕਿਤੇ ਨਾ ਕਿਤੇ ਜ਼ਰੂਰ ਕਾਮਯਾਬ ਹੋਏਗੀ। ਤੇ ਆਖਰ ਤੇ ਜੇ ਅਸੀਂ ਸਿੱਖ ਬਣੇ ਰਹੀਏ ਤੇ ਸਾਨੂੰ ਆਪਣੀਆਂ ਗੱਡੀਆਂ ਦੇ ਉੱਤੇ ਖੰਡੇ ਲਾਉਣ ਦੀ ਲੋੜ ਨਾ ਪਵੇ, ਸਾਡੀ ਸਿੱਖੀ ਸਾਡੀ ਦਸਤਾਰ ਦੇ ਵਿੱਚੋਂ ਬੋਲੇ। ਇਹ ਗੱਲ ਬਹੁਤ ਜ਼ਰੂਰੀ ਹੈ। ਅੱਜ ਗੱਡੀਆਂ ਦੇ ਵਿੱਚ ਖੰਡੇ ਤੇ ਟੀ-ਸ਼ਰਟਾਂ ਪਾ ਕੇ ਦੱਸਦੇ ਹਾਂ ਵੀ ਅਸੀਂ ਸਿੱਖ ਹਾਂ। ਜੇ ਕਿਤੇ ਅਸੀਂ ਸਾਡੀ ਦਸਤਾਰ ਸਿਰ ਤੇ ਬੱਝੀ ਹੋਵੇ, ਭੈਣਾਂ ਸਿੱਖੀ ਸਰੂਪ ਚ ਹੋਣ,
ਸਿਰ ਤੇ ਚੁੰਨੀਆਂ ਲਈਆਂ ਹੋਣ, ਅੱਜ ਅਸੀਂ ਇਸ ਚੀਜ਼ ਨੂੰ ਵੀ ਸ਼ਰਮ ਮਹਿਸੂਸ ਕਰਦੇ ਹਾਂ। ਸੋ ਇਹ ਚੀਜ਼ ਆਪਣੇ ਆਪ ਦੱਸੇਗੀ ਵੀ ਅਸੀਂ ਸਰਦਾਰ ਹਾਂ, ਇਹਨਾਂ ਚੀਜ਼ਾਂ ਦੀ ਬੜੀ ਲੋੜ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਤੋਂ ਮੈਂ ਦੁਬਾਰਾ ਤਹਿ ਦਿਲੋਂ ਮਾਫੀ ਵੀ ਮੰਗਦੀ ਹਾਂ ਜਿਨ੍ਹਾਂ ਨੂੰ ਅਸੀਂ ਸਮਾਂ ਨਹੀਂ ਦੇ ਸਕੇ। ਗੁਰਪ੍ਰੀਤ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨਾ ਟਾਈਮ ਲਾ ਕੇ ਸਲਾਈਡਸ ਬਣਾ ਕੇ ਲੈ ਕੇ ਆਏ ਹੋ। ਆਓ ਜੀ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, सारे सच भैन जी आप जी का बहुत धन्यवाद, तुसी बहुत ही सोहनी समझ दी है। मैं एड विच एंड विच एक होर सर्च पा जा, सारे श्रोतियां नूं बेनती है कि आ जो कुछ असी अज डिसाइड सुनिया दसिया ना, तुसी अपने होर सज्जणा मित्रां नूं भी ਇਹਦੀ ਗੱਲ ਕਰਨੀ ਹੈ। ਗਲੋਬਲ ਸੇ ਕੌਂਸਲ ਵੱਲੋਂ ਅੱਜ ਦੀ ਡਿਸਕਸ਼ਨ ਦੀ ਸਾਰੀ ਸਮਰੀ ਤੁਹਾਡੇ ਸਾਰਿਆਂ ਨਾਲ ਤੇ ਸਾਂਝੀ ਕੀਤੀ ਜਾਏਗੀ। ਤੁਸੀਂ ਇਸ ਸਮਰੀ ਨੂੰ ਬਾਕੀ ਆਪਣੇ ਆਪਣੇ ਸੱਜਣਾਂ ਦੇ ਨਾਲ ਵੀ ਸਾਂਝੀ ਕਰਨਾ, ਤਾਂ ਕਿ ਅਗਲੀ ਵਾਰ ਲਈ ਸਾਡੇ ਕੋਲ ਹੋਰ ਵੀ ਸਰੋਤੇ ਹੋਣ, ਹੋਰ ਵੀ ਸਰੋਤੇ ਇਹਦਾ ਬੈਨੀਫਿਟ ਲੈ ਸਕਣ। ਤੇ ਨੈਕਸਟ ਸਟੈਪ ਮੈਂ ਆਪ ਜੀ ਅੱਗੇ ਬੇਨਤੀ ਕਰਦਾ, ਇਸ ਗੱਲ ਨੂੰ ਸੁਣ ਕੇ ਹੀ ਨਾ ਚਲੇ ਜਾਣਾ, ਵੋਲੰਟੀਅਰ ਕਰੋ ਕਿ ਆ ਜਿਹੜੇ ਅੱਜ ਆਪਾਂ ਸੋਲੂਸ਼ਨ ਲੱਭ ਰਹੇ ਹਾਂ, ਇਹਨਾਂ ਸੋਲੂਸ਼ਨਾਂ ਨੂੰ ਅਸੀਂ ਇੰਪਲੀਮੈਂਟ ਕਰੀਏ। ਕੱਲੇ ਪੰਜਾਬ 'ਚ ਨਹੀਂ, ਕੱਲੀ ਆਪਣੀ ਜੀਵਨ 'ਚ ਨਹੀਂ, ਸਾਰੇ ਆਲੇ ਦੁਆਲੇ ਵੀ। ਤੇ ਆਪ ਜੀ ਦਾ ਬਹੁਤ ਧੰਨਵਾਦ। ਤੁਸੀਂ ਵੋਲੰਟੀਅਰ ਜ਼ਰੂਰ ਕਰਨਾ, ਹੈਲਪ ਗਲੋਬਲ ਸੇ ਕੌਂਸਲ ਐਂਡ ਸੇ ਕਮਿਊਨਿਟੀ ਟੂ ਇੰਪਲੀਮੈਂਟ what you have suggested। ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। We will see you at the next seminar। ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।